ਅੱਜ ਆਪਾਂ ਨਵੀਂ ਵਾਰ ਸ਼ੁਰੂ ਕਰਨੀ ਹੈ ਜੀ। ਇਹ ਨਿੱਜਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਵਾਰ ਆਪਾਂ ਪਹਿਲਾਂ ਲਈ ਸੀਗੀ ਉਹ ਮਾਰਚ ਦੀ ਵਾਰ, ਪਹਿਲੀ ਪਾਤਸ਼ਾਹੀ ਦੀ। ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਧ ਸੰਗਤ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵਾਰ ਪੂਰੀ ਹੋ ਗਈ ਜੀ। ਹੁਣ ਆਪਾਂ ਗੌੜੀ ਦੀ ਵਾਰ, ਗੌੜੀ ਕੀ ਵਾਰ, ਚੌਥੀ ਪਾਤਸ਼ਾਹੀ ਦੀ ਗੌੜੀ ਰਾਗ ਦੇ ਵਿੱਚ ਅੰਗ 300 ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੂਸਰੀ ਵਾਰ ਹੈ। ਉਸ ਤੋਂ ਬਾਅਦ ਇਹ ਵਾਰ ਲੈਣ ਲੱਗੇ ਹਾਂ ਜੀ। ਮਹਾਰਾਜ ਮਿਹਰ ਕਰਨ। गौड़ी की वार, महला चौथा। एक ओंकार सतगुर प्रसाद। श्लोक महला चौथा। सतगुर पुरख दयाल है, जिसनो समत सब कोए। जिस तरीके दे नाल परमात्मा जिहड़ा हैगा, परमात्मा नूं सारे एक बरोबर हैगे। परमात्मा दयालु हैगा, उवें ही जिहड़ा हैगा ब्रह्म ਗਿਆਨੀ भी दयालु हुंदे आ। ब्रह्म ਗਿਆਨੀ भी उन्हां नूं भी सारे समत हुंदे आ, सारी सम दृष्टि हुंदी है उन्हां दी सारियां दे उत्ते। ਉਹ ਭਾਵੇਂ ਨਿੰਦਕ ਹੋਏ, ਭਾਵੇਂ ਕੋਈ ਵਡਿਆਈ ਕਰਨ ਵਾਲਾ ਹੋਏ, ਭਾਵੇਂ ਕੋਈ ਵੀ ਹੋਏ, ਉਹਨਾਂ ਨੇ ਇੱਕ ਦ੍ਰਿਸ਼ਟੀ ਦੇ ਨਾਲ ਦੇਖਣਾ ਹੈ ਸਾਰਿਆਂ ਨੂੰ, ਕਿਉਂਕਿ ਅੰਦਰ ਉਹ ਮਾਲਕ ਪਰਮਾਤਮਾ ਦੀ ਹੀ ਜੋਤ ਹੈਗੀ ਆ। ਉਹ ਮਾਲਕ ਪਰਮਾਤਮਾ ਹੀ ਅੰਦਰ ਹੈਗਾ, ਦੂਜੀ ਦ੍ਰਿਸ਼ਟੀ ਹੋ ਹੀ ਨਹੀਂ ਸਕਦੀ। ਸਤਿਗੁਰ ਪੁਰਖ ਦਿਆਲ ਹੈ, ਜਿਸਨੂੰ ਸਮਤ ਸਭ ਕੋਏ। ਏਕ ਦ੍ਰਿਸ਼ਟ ਕਰ ਦੇਖਦਾ, ਮਨ ਭਾਵਨੀ ਤੇ ਸਿੱਧ ਹੋਏ। ਸਤਿਗੁਰੂ ਪੁਰਖ ਜਿਹੜਾ ਹੈਗਾ, ਬ੍ਰਹਮ ਗਿਆਨੀ, ਇੱਕ ਦ੍ਰਿਸ਼ਟੀ ਦੇ ਨਾਲ ਦੇਖਦੇ ਆ ਸਾਰਿਆਂ ਨੂੰ, ਸਾਰਿਆਂ ਨੂੰ ਇੱਕੋ ਜਿਹਾ ਗਿਆਨ ਦਿੰਦੇ ਆ। ਪਰ ਜਿਹੜਾ ਹੈਗਾ ਫਿਰ ਕੋਈ ਅੱਗੇ ਨਿਕਲ ਜਾਂਦਾ, ਕੋਈ ਜਿਹੜਾ ਪਿੱਛੇ ਰਹਿ ਜਾਂਦਾ ਹੈ। ਇਹ ਕਿਉਂ? ਕਹਿੰਦੇ ਭਾਵਨਾ। ਜਿਸ ਤਰ੍ਹਾਂ ਦੀ ਭਾਵਨਾ ਹੈਗੀ ਆ, ਉਸੇ ਤਰੀਕੇ ਦੇ ਨਾਲ ਉਹਦੇ ਅੰਦਰ ਪ੍ਰੋਗਰੈਸ ਆਉਣੀ ਹੈ, ਉਸੇ ਤਰੀਕੇ ਦੇ ਨਾਲ ਉਹਦੇ ਅੰਦਰ ਸਿੱਧੀ ਹੋਣੀ ਹੈ। ਜਿਹੜੀ ਭਾਵਨਾ ਦੇ ਨਾਲ ਉਹ ਗੁਰੂ ਦੇ ਨਾਲ, ਗੁਰੂ ਨੂੰ ਦੇਖ ਰਿਹਾ ਹੈ, ਗੁਰੂ ਨੂੰ ਸਮਝ ਰਿਹਾ ਹੈ, ਜੋ ਦਰਜਾ ਗੁਰੂ ਨੂੰ ਦੇ ਰਿਹਾ ਆ ਆਪਣੇ ਹਿਰਦੇ ਦੇ ਵਿੱਚ, ਉਸੇ ਤਰੀਕੇ ਦੀ ਜਿਹੜੀ ਹੈ ਸਿੱਧੀ ਹੋਣੀ ਹੈ ਉਹਦੇ ਅੰਦਰ। ਜੇ ਬਿਲਕੁਲ ਹੀ ਗੁਰੂ ਨੂੰ ਜਿਹੜਾ ਹੈਗਾ ਇੱਧਰੋਂ ਸੁਣ ਰਿਹਾ ਉੱਧਰ ਕੱਢ ਰਿਹਾ, ਤੇ ਉਹਨੂੰ ਕੁਝ ਨਹੀਂ ਹੋਣਾ ਪਾਏ। ਗੁਰੂ ਦਾ ਗਿਆਨ ਸਾਰਿਆਂ ਦੇ ਵਾਸਤੇ ਬਰਾਬਰ ਹੈਗਾ, ਪਰ ਫਰਕ ਕੀ ਹੁੰਦਾ? ਫਰਕ ਭਾਵਨਾ ਦੇ ਵਿੱਚ ਹੁੰਦਾ ਹੈ, ਲੈਣ ਵਾਲੇ ਤੇ ਰਿਸੀਵਰ ਦੇ ਉੱਤੇ ਹੁੰਦਾ ਹੈ ਫਰਕ ਭਾਈ। ਸਤਿਗੁਰ ਪੁਰਖ ਦਿਆਲ ਹੈ, ਜਿਸਨੂੰ ਸਮਤ ਸਭ ਕੋਏ। ਏਕ ਦ੍ਰਿਸ਼ਟ ਕਰ ਦੇਖਦਾ, ਮਨ ਭਾਵਨੀ ਤੇ ਸਿੱਧ ਹੋਏ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਪਦ ਸੋਏ। ਕਹਿੰਦੇ ਸਤਿਗੁਰੂ ਨੇ ਤਾਂ ਅੰਮ੍ਰਿਤ ਦੇਣਾ ਹੈ ਭਾਈ। ਸਤਿਗੁਰੂ ਨੇ ਤਾਂ ਆਤਮ ਜਿਹੜਾ ਹੈਗਾ, ਆਤਮ ਗਿਆਨ ਦੇਣਾ ਹੈ, ਆਤਮਾ ਦੀ ਖੁਰਾਕ ਦੇਣੀ ਹੈ ਸਤਿਗੁਰੂ ਨੇ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹਦੀ ਨੇੜਤਾ, ਆਤਮਾ ਦੀ ਨੇੜਤਾ ਪ੍ਰਾਪਤ ਕਰਨੀ ਹੈ। ਉੱਤਮ ਪਦ, ਚੌਥੇ ਪਦ 'ਚ ਲੈ ਕੇ ਜਾਣਾ ਹੈ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਪਦ ਸੋਏ। ਨਾਨਕ ਕਿਰਪਾ ਤੇ ਹਰ ਧਿਆਈਏ, ਗੁਰਮੁਖੇ ਪਾਵੈ ਕੋਏ। ਕਹਿੰਦੇ ਮਾਲਕ ਪਰਮਾਤਮਾ ਦੀ ਕਿਰਪਾ ਹੋਏ ਤੇ ਸਤਿਗੁਰੂ ਮਿਲਦੇ ਆ, ਤੇ ਸਤਿਗੁਰੂ ਮਿਲ ਜਾਣ ਤੇ ਉਹਨਾਂ ਦੇ ਅਨੁਸਾਰ ਜਿਹੜਾ ਹੈਗਾ ਕੋਈ ਚੱਲਦਾ ਹੈ, ਕੋਈ ਨਹੀਂ ਚੱਲਦਾ ਹੈ। ਤੇ ਜੇ ਕੋਈ ਚੱਲਦਾ ਹੈ, ਗੁਰਮੁਖੇ ਭਾਵੈ ਕੋਏ। ਜੇ ਕੋਈ ਗੁਰੂ ਵੱਲ ਮੂੰਹ ਕਰਦਾ ਹੈ, ਗੁਰੂ ਦੇ ਮੂੰਹ ਤੋਂ ਜੋ ਗਿਆਨ ਆਉਂਦਾ ਹੈ, ਉਹਦੇ ਅਨੁਸਾਰ ਜਿਹੜਾ ਹੈਗਾ ਆਪਣੇ ਆਪ ਨੂੰ ਘੜਦਾ ਹੈ, ਧਿਆਨ ਸਿਮਰਨ ਕਰਦਾ ਹੈ, ਤੇ ਉਹ ਮਾਲਕ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ। ਉਹ ਅੰਮ੍ਰਿਤ ਪੀ ਲੈਂਦਾ ਹੈ ਭਾਈ, ਅਮਰ ਹੋ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਇਹਨਾਂ ਨੇ ਬਿਲਕੁਲ ਕਲੀਅਰ ਕੀਤਾ ਹੈ। ਬੇਸ਼ੱਕ ਦਰਬਾਰ ਸਾਹਿਬ ਤੋਂ ਗੁਰਬਾਣੀ ਟੈਲੀਕਾਸਟ ਹੋ ਰਹੀ ਹੈ, ਤੇ ਜਿਸ ਬੰਦੇ ਨੇ ਆਪਣਾ ਰੇਡੀਓ ਦਾ ਚੈਨਲ ਸਹੀ ਨਹੀਂ ਸੈੱਟ ਕੀਤਾ,
ਉਸ ਨੂੰ ਉਹ ਬਾਣੀ ਨਹੀਂ ਪਹੁੰਚੇਗੀ। ਫ੍ਰੀਕੁਐਂਸੀ ਤੇ ਹਵਾ ਦੇ ਵਿੱਚ ਹੈਗੀ ਹੈ। ਇਸੇ ਹੀ ਤਰ੍ਹਾਂ ਜੇ ਕੋਈ ਬੰਦਾ ਸੰਗਤ ਕਰਦਾ ਹੈ, ਉਹਦੇ ਅੰਦਰ ਜੇਕਰ ਭਾਵਨਾ ਨਹੀਂ ਹੈ, ਸ਼ਰਧਾ ਨਹੀਂ ਹੈ, ਉਹਨੂੰ ਕੋਈ ਫਾਇਦਾ ਨਹੀਂ ਹੋਏਗਾ। ਕਿਉਂਕਿ ਟੀਵੀ ਤੁਹਾਡੇ ਘਰ ਲੱਗਾ ਪਿਆ ਵਾ, ਪਰ ਜਦ ਤੱਕ ਉਹਦਾ ਪਲੱਗ ਨਹੀਂ ਲਾਓਗੇ ਉਹ 'ਚ ਬੱਤੀ ਕਿੱਥੋਂ ਆਊਗੀ? ਸਹੀ ਹੈ ਨਾ ਜੀ ਸਾਹਿਬ? ਬਿਲਕੁਲ, ਇਹਨਾਂ ਗੁਰੂਆਂ ਨੇ ਬਿਲਕੁਲ ਸਹੀ ਕਿਹਾ। ਬੇਸ਼ੱਕ ਘਰੇ ਬੱਤੀ ਆ ਰਹੀ ਹੈ, ਘਰ ਦੇ ਵਿੱਚ ਬੱਤੀ ਮੌਜੂਦ ਆ, ਪਰ ਜੇਕਰ ਉਹ ਪਲੱਗ ਇਨ ਨਹੀਂ ਕੀਤਾ, ਬੱਤੀ ਦੇ ਸੰਪਰਕ 'ਚ ਕੋਈ ਯੰਤਰ ਨਹੀਂ ਆ, ਤੇ ਉਹਦੇ ਅੰਦਰ ਕੋਈ ਕੰਮ ਨਹੀਂ ਹੋਏਗਾ। ਉਹਦੇ 'ਚ ਨਥਿੰਗ, ਉਹ ਜਸਟ ਉਹ ਤੇ ਪਿਆ ਹੈ, ਕਿਉਂਕਿ ਕਨੈਕਸ਼ਨ ਨਹੀਂ ਜੁੜਿਆ। ਬਿਲਕੁਲ। ਔਰ ਕਈ ਲੋਕ ਵੇਖੋ ਆਪਣੇ ਗਰੁੱਪ 'ਚ ਹੈਗੇ ਨੇ, ਏਦਾਂ ਦੇ ਵੀ ਹੁੰਦੇ ਨੇ ਜਿਹੜੇ ਵਿਚਾਰੇ ਬੈਠੇ ਤੇ ਹੈਗੇ ਆ, ਬਸ ਬੈਠੇ ਆ, ਕਨੈਕਟ ਨਹੀਂ ਹੋ ਪਾ ਰਹੇ। ਕਿਉਂ ਨਹੀਂ ਹੋ ਪਾ ਰਹੇ? ਅੰਦਰ ਸ਼ੱਕ, ਅੰਦਰ ਡਾਊਟ ਹੈ। ਬਾਣੀ ਦੇਖੋ, ਬਾਣੀ ਕੀ ਸਮਝਾਉਂਦੀ ਹੈ ਕਿ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਬਾਣੀ ਕਹਿੰਦੀ ਹੈ ਕਿ ਕੋਈ ਕੰਮ ਕਰਨ ਤੋਂ ਪਹਿਲਾਂ ਜੇਕਰ ਤੇਰੇ ਮਨ 'ਚ ਸ਼ੱਕ ਹੈਗਾ ਨਾ, ਤੇ ਉਹਨੂੰ ਦੂਰ ਕਰ ਲੈ। ਕਿਉਂਕਿ ਸ਼ੁਰੂ 'ਚ ਆਪਣੇ ਮਨ ਦੀ ਪੂਰੀ ਸੰਤੁਸ਼ਟੀ ਕਰ, ਕਿਉਂਕਿ ਹਜੇ ਤੇਰੇ ਅੰਦਰ ਅਜੇ ਸ਼ਰਧਾ ਨਹੀਂ ਬਣੀ। ਪਰ ਜਦੋਂ ਤੂੰ ਕਿਸ਼ਤੀ ਤੇ ਬਹਿ ਗਿਆ, ਫਿਰ ਸ਼ੱਕ ਕਰਨ ਦਾ ਕੋਈ ਟਾਈਮ ਨਹੀਂ ਹੈਗਾ। ਜੇ ਵੀ ਹਜੇ ਵੀ ਤੇਰੇ ਮਨ 'ਚ ਸ਼ੱਕ ਹੀ ਸ਼ੱਕ ਤੁਰੇ ਜਾਂਦੇ ਆ, ਤੇ ਤੈਨੂੰ ਉਹਦਾ ਫਾਇਦਾ ਨਹੀਂ ਹੋਣਾ। ਨਿੱਜਰ ਸਾਹਿਬ, ਮੁਸ਼ਕਲ ਹੈ। ਬਿਲਕੁਲ। ਦੇਖੋ ਜੀਵਨ ਆਪਣਾ ਹੈਗਾ, ਆਪਾਂ ਨੇ ਜਿਹੜਾ ਹੈਗਾ ਕਿਸੇ ਦੇ ਮਗਰ ਲੱਗਣਾ ਆ, ਆਪਾਂ ਨੇ ਗੁਰੂ ਧਾਰਨ ਕਰਨਾ ਹੈ, ਤੇ ਆਪਾਂ ਨੇ ਟਣਕਾ ਕੇ ਦੇਖਣਾ ਹੈ ਭਾਈ, ਜਿੰਨੀ ਕੁ ਆਪਣੇ ਕੋਲੋਂ, ਜਿੰਨਾ ਕੁ ਜਿਹੜਾ ਹੈਗਾ ਬਈ ਇਹ ਗੁਰੂ ਜਿਹੜਾ ਹੈਗਾ, ਕਿਉਂਕਿ ਨਕਲੀ ਵੀ ਹੈ ਤੇ ਅਸਲੀ ਵੀ ਹੈਗੇ ਭਾਈ, ਦੋਨਾਂ ਦੇ ਵਿੱਚ ਜਿਹੜਾ ਹੈਗਾ ਬਈ, ਇਹਦੇ ਵਿੱਚ ਜਿਹੜਾ ਹੈਗਾ ਇਹ ਕੀ ਸੌਦਾ ਵੇਚ ਰਹੇ ਆ, ਔਰ ਜਿਹੜਾ ਹੈਗਾ ਉਹਨੂੰ ਆਪਾਂ ਬ੍ਰਹਮ ਗਿਆਨ ਦੇ ਨਾਲ ਵੀ ਤੋਲ ਸਕਦੇ ਹਾਂ ਭਾਈ। ਜਿਹੜਾ ਬ੍ਰਹਮ ਗਿਆਨ ਹੈਗਾ ਉਹਦੇ ਨਾਲ ਵੀ ਪਤਾ ਲੱਗ ਜਾਂਦਾ ਹੈ ਆਪਾਂ ਨੂੰ। ਹਾਂਜੀ ਵੀਰ ਜੀ। ਹਾਂ, ਜੇ ਕੋਈ ਮਨ 'ਚ ਸ਼ੱਕ ਹੈਗਾ ਤੇ ਤੁਸੀਂ ਵੀ ਪੜ੍ਹੇ ਲਿਖੇ ਜੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਉਹਦੇ ਨਾਲ ਤੁਸੀਂ ਤਸਦੀਕ ਕਰੋ ਕਿ ਇਹ ਕੋਈ ਗਿਆਨ ਵੱਖਰਾ ਤੇ ਨਹੀਂ ਦੇ ਰਹੇ। ਕੋਈ ਆਪਣਾ ਕੋਈ ਸਵਾਰਥ, ਕੋਈ ਇਹਨਾਂ ਨੂੰ, ਬਿਲਕੁਲ, ਕੋਈ ਇਹਨਾਂ ਨੂੰ ਕੋਈ ਆਪਣਾ, ਹਾਂਜੀ, ਇਹਨਾਂ ਦਾ ਕੋਈ ਆਪਣਾ ਨਿੱਜੀ ਸਵਾਰਥ ਤੇ ਨਹੀਂ ਹੈਗਾ। ਕੋਈ ਕੀ ਚਾਹੁੰਦੇ ਨੇ? ਕੋਈ ਆਪਣੇ ਨਾਲ ਬੰਦਾ ਤੇ ਨਹੀਂ ਜੋੜ ਰਹੇ। ਕੋਈ ਇਹ ਤੇ ਨਹੀਂ ਕਹਿੰਦੇ ਕਿ ਸਾਡੀ ਪੂਜਾ ਕਰਨੀ ਸ਼ੁਰੂ ਕਰੋ, ਕੋਈ ਫੋਟੋ ਫਾਟੋਗੇ ਤੇ ਆਓ। ਕੀ ਚਾਹੁੰਦੇ ਨੇ? ਇਹਨਾਂ ਦੇ ਬੋਲ ਕੀ ਨੇ? ਬੋਲ ਤੁਹਾਨੂੰ ਮੁਕਤ ਕਰ ਰਹੇ ਨੇ ਕਿ ਬੰਧਨ 'ਚ ਪਾ ਰਹੇ ਨੇ? ਕੋਈ ਅਗਿਆਨ ਦਾ ਹਨੇਰਾ ਵਧਾ ਰਹੇ ਨੇ ਜਾਂ ਘਟਾ ਰਹੇ ਨੇ? ਔਰ ਇਹਦਾ ਤਸਦੀਕ ਕਰਨ ਦਾ ਇੱਕ ਬੜਾ ਤਰੀਕਾ ਵਧੀਆ ਹੈ। ਗੁਰੂ ਬਾਣੀ ਜਿਹੜੀ ਤੁਸੀਂ ਪੜ੍ਹੋਗੇ ਨਾ, ਇਹਦੇ ਵਿੱਚ ਇੱਕ ਸਵਾਲ ਦਾ ਜਵਾਬ ਦਿੱਤਾ। ਉਹਨਾਂ ਨੂੰ ਪਤਾ ਹੈ ਕਿ ਕਿੱਥੇ ਪੁਆਇੰਟ ਹੈਗੇ ਨੇ, ਕਿੱਥੇ ਵੀਕ ਪੁਆਇੰਟ ਹੈਗੇ ਨੇ, ਕਿੱਥੇ ਬੰਦਾ ਫਿਸਲ ਸਕਦਾ ਹੈ, ਉਹਨਾਂ ਨੇ ਵਾਰਨ ਕੀਤਾ। ਬਿਲਕੁਲ। ਤੁਹਾਡੀ ਆਵਾਜ਼ ਬੰਦ ਹੋ ਜਾਂਦੀ ਹੈ ਗੁਰਕੀ ਸਾਹਿਬ। ਉਹ ਨਿੱਜਰ ਸਾਹਿਬ, ਇੱਕ ਬੰਦਾ ਹੈਗਾ ਫੋਨ ਕਰੀ ਜਾਂਦੇ, ਮੈਂ ਤੇ ਕੋਈ ਗੱਲ ਨਹੀਂ, ਉਹ ਪਤਾ ਨਹੀਂ ਉਹਨੂੰ 8 ਵਜੇ ਚੇਤੇ ਆਉਂਦਾ। ਹਾਂਜੀ, ਠੀਕ ਹੈ ਜੀ। ਸੋ ਇੱਥੇ ਅੱਜ ਦੀ ਵਿਚਾਰ ਆਪਾਂ ਇੱਥੇ ਸ਼ੁਰੂ ਕਰਨੀ ਆ ਕਿ ਬਾਣੀ ਕਹਿੰਦੀ ਆ ਕਿ ਤੇਰੇ ਮਨ 'ਚ ਸ਼ੰਕਾ ਨਾ ਰਹਿ ਜੇ। ਇਸ ਕਰਕੇ ਨਾ ਬਾਣੀ 'ਚ ਵੀ ਕਿਹਾ ਵਾ ਜਿੱਥੇ ਤੇਰੇ ਮਨ 'ਚ ਸ਼ੰਕਾ ਹੈਗਾ, ਤੇਰੇ ਮਨ 'ਚ ਭਰਮ ਹੈਗਾ, ਜੇਕਰ ਉਹ ਭਰਮ ਦੂਰ ਨਹੀਂ ਨਾ ਹੋ ਰਿਹਾ, ਇਹਦਾ ਮਤਲਬ ਤੇ ਗੜਬੜ ਹੈ। ਤੂੰ ਜਿਹੜੀ ਮਰਜ਼ੀ ਜਗ੍ਹਾ ਤੇ ਬੈਠਾ ਹੈ, ਬਾਣੀ ਦੇ ਵਿੱਚ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਹੈ। ਕਿਤੇ ਕਨਫਿਊਜ਼ਨ ਨਾ ਰਵੇ। ਕਿਉਂ ਨਾ ਰਵੇ? ਉਹਨਾਂ ਨੂੰ ਪਤਾ ਹੈ ਕਿ ਜੇ ਬੰਦਾ ਕਿਸ਼ਤੀ 'ਚ ਬਹਿ ਗਿਆ, ਫਿਰ ਸ਼ੰਕਾ ਕਰਨ ਦਾ ਮਤਲਬ ਨਹੀਂ ਹੈਗਾ। ਫਿਰ ਤੇ ਉਸ ਗਿਆਨ ਨੂੰ ਲਓ ਔਰ ਉਸ ਗਿਆਨ ਦੇ ਵਿੱਚ ਜਿਹੜੀ ਚੰਗੀਆਂ ਚੀਜ਼ਾਂ ਨੂੰ ਆਪਣੇ ਜੀਵਨ 'ਚ ਲਾਗੂ ਕਰ ਦਿਓ। ਕਿਉਂਕਿ ਉਹਨਾਂ ਨੇ ਨਿਰਦੇਸ਼ ਦੇਣੇ ਆ, ਉਹਨਾਂ ਨੇ ਤੁਹਾਨੂੰ ਕੁਛ ਕਰਨ ਵਾਸਤੇ ਕਹਿਣਾ, ਕੁਛ ਛੱਡਣ ਵਾਸਤੇ ਕਹਿਣਾ। ਹੁਣ ਤੁਸੀਂ ਕਹੋ ਕਿ ਮੈਂ ਛੱਡਣਾ ਕੁਛ ਨਹੀਂ ਹੈ, ਬਾਣੀ ਤੇ ਕਹਿੰਦੀ ਆ ਫਲਾਨੀ ਚੀਜ਼ ਛੱਡ ਦੇ। ਉਦੋਂ ਵੇਖੋ ਬਾਣੀ ਨੇ ਤੇ ਧਾਰਮਿਕ ਸਥਾਨਾਂ ਦੇ ਉੱਤੇ, ਤੇਰੇ ਬਾਹਰੀ ਕੋਸਟਿਊਮ ਦੇ ਉੱਤੇ ਉਹਨੇ ਪੂਰਾ ਉੱਪਰ ਉਹ ਨਿਸ਼ਾਨਾ ਕਰਦੇ ਨੇ, ਉਹ ਤੁਹਾਨੂੰ ਉੱਥੇ ਰੋਕਦੇ ਨੇ, ਉਹਨੂੰ ਕੰਮ ਕਰਨ ਤੋਂ ਰੋਕਦੇ ਨੇ। ਹੁਣ ਤੁਸੀਂ ਉੱਥੇ ਵੀ ਤੁਰੇ ਜਾਓ, ਇੱਧਰ ਵੀ ਤੁਰੇ ਜਾਓ, ਤੇ ਤੁਸੀਂ ਕਿਤੇ ਵੀ ਨਹੀਂ ਪਹੁੰਚਣਾ। ਹੁਣ ਕਈ ਬੰਦੇ ਏਦਾਂ ਹੁੰਦੇ ਆ, ਉਹ ਜੀ ਫਲਾਨੀ ਜਗ੍ਹਾ ਤੇ ਅਸੀਂ ਜਾਂਦੇ ਆ, ਫਿਰ ਜਾਂ ਫਿਰ ਉੱਥੇ ਚੱਲ ਜਾਓ। ਇਹ ਵੀ ਸੱਚ ਜੇ। ਕਿਸ਼ਤੀਆਂ ਦੋ ਕਿਸ਼ਤੀਆਂ ਜਿਹੜੀਆਂ ਹਮੇਸ਼ਾ ਖਤਰਨਾਕ ਹੁੰਦੀਆਂ। ਕਿਉਂਕਿ ਦੋ ਕਿਸ਼ਤੀਆਂ ਦੇ ਵਿੱਚ ਪੈਰ ਰੱਖੇ ਨਾ ਬੰਦਾ, ਉਹ ਬੰਦੇ ਲਈ ਸਫ਼ਰ ਕਰਨਾ ਬੜਾ ਔਖਾ ਹੁੰਦਾ। ਕਿਉਂਕਿ ਮਨ ਬਹੁਤ ਸ਼ਰਾਰਤੀ ਆ, ਮਨ ਬੰਦੇ ਨੂੰ ਬੜੀ ਦੂਰੋਂ ਸੁੱਟ ਦਿੰਦਾ। ਬਾਣੀ ਇਸ ਗੱਲ ਨੂੰ ਕਹਿੰਦੀ ਆ ਕਿ ਜਦੋਂ ਤੂੰ ਤੁਰ ਪਿਆ ਨਾ, ਇੱਕ ਵਾਰੀ ਮਨ ਦੀ ਸੰਤੁਸ਼ਟੀ ਕਰ ਤੇ ਪੂਰਾ ਠੋਕ ਵਜਾ। ਜਦੋਂ ਆਪਾਂ ਕੋਈ ਚੀਜ਼ ਲੈਂਦੇ ਹਾਂ ਦੁਕਾਨ ਤੇ ਠੋਕ ਵਜਾ ਲੈਂਦੇ ਹਾਂ, ਜਦੋਂ ਆਪਾਂ ਘਰ ਲੈ ਆਉਂਦੇ ਹਾਂ
ਇਹਦਾ ਮਤਲਬ ਕਿ ਉਹ ਜਿਹੜੀ ਸਾਡੀ ਕ੍ਰਾਈਟੇਰੀਆ ਹੈਗਾ ਅਸੀਂ ਉਹ ਚੈੱਕ ਕੀਤਾ, ਉਸ ਹਿਸਾਬ ਨਾਲ ਉਹ ਖਰੀ ਹੈ ਤੇ ਉਹ ਚੀਜ਼ ਆਪਾਂ ਘਰੇ ਲੈ ਆਂਦੀ ਹੈ। ਠੀਕ ਹੈ। ਉਸ ਤੋਂ ਬਾਅਦ ਵੀ ਕਹਿੰਦੇ ਨੇ ਕਿ 5-7 ਦਿਨ ਵੇਖ ਲਾ, ਰੱਖ ਲਾ। ਐਮਾਜੋਨ ਵਾਲੇ ਦੇ ਵੀ ਕਹਿੰਦੇ ਕਿ 5-6 ਦਿਨ ਉਹਨੂੰ ਰੱਖ ਲਾ, ਵੇਖ ਲਾ, ਨਹੀਂ ਚੀਜ਼ ਪਸੰਦ ਆ ਗਈ ਤੇ 10 ਦਿਨਾਂ ਦੇ ਅੰਦਰ ਸਾਡੇ ਵਾਪਸ ਭੇਜ ਦੇ, ਕੋਈ ਗੱਲ ਨਹੀਂ। ਬਿਲਕੁਲ। ਪਰ 10 ਦਿਨਾਂ ਤੋਂ ਵੱਧ ਹੋ ਗਿਆ ਤੇ ਇਹਦਾ ਮਤਲਬ ਕਿ ਫਿਰ ਨਾ ਮਨ 'ਚ ਸ਼ੱਕ ਰੱਖੀ, ਇਹ ਚੀਜ਼ ਸਹੀ ਨਹੀਂ, ਕਿਉਂਕਿ ਫਿਰ ਤੂੰ ਬਹੁਤ ਅੱਗੇ ਆ ਚੁੱਕਿਆ। ਠੀਕ ਹੈ ਜੀ। ਇਸ ਕਰਕੇ ਹਮੇਸ਼ਾ ਹੀ ਸਾਧ ਸੰਗਤ ਜੀ ਜਿੱਥੋਂ ਗਿਆਨ ਮਿਲੇ ਉਸ ਨੂੰ ਪ੍ਰਾਪਤ ਕਰੋ। ਪਰ ਜਦੋਂ ਤੁਸੀਂ ਇੱਕ ਆਪਣੇ ਲੈਵਲ ਤੇ ਪਹੁੰਚ ਗਏ, ਕਿਉਂਕਿ ਪਰਖ ਜਿਹੜੀ ਹੁੰਦੀ ਆ, ਪਰਖ ਦਾ ਮਤਲਬ ਇਹੋ ਹੀ ਆ ਕਿ ਉਸ ਨੂੰ ਕਸਵੱਟੀ ਤੇ ਰਗੜੋ। ਬਾਣੀ ਦੀ ਕਸਵੱਟੀ ਦੇ ਵਿੱਚ ਉਹ ਸਹੀ ਉਤਰ ਰਹੀ ਆ, ਉਹਨੂੰ ਸਵੀਕਾਰ ਕਰੋ, ਤੇ ਜਿਹੜੀ ਚੀਜ਼ ਨਹੀਂ ਸਹੀ ਆ ਉਹਨੂੰ ਰਿਜੈਕਟ ਕਰ ਦਿਓ। ਦੁਕਾਨ ਤੇ ਆਪਾਂ ਜਾਂਦੇ ਹਾਂ, ਦੁਕਾਨ ਤੇ ਆਪਾਂ ਸੌਦਾ ਲੈਣਾ ਦਾ ਕਿਲੋ, ਉੱਥੇ 5 ਕੁਇੰਟਲ ਅੰਬ ਪਏ ਆ। ਸਾਡਾ ਕੰਮ ਇੰਨਾ ਵਾ ਕਿ ਕਿਲੋ ਅੰਬ ਚਾਹੀਦੇ ਸਨ, ਅਸੀਂ ਕਿਲੋ ਅੰਬ ਆਪਣੇ ਕੱਢੀਏ ਤੇ ਸਾਈਡ ਤੇ ਹੋਈਏ। ਉੱਥੇ 500 ਜਿਹੜੇ 499 ਕਿਲੋ ਪਏ ਆ, ਕਿੱਦਾਂ ਦੇ ਆ, ਉਹਦੇ ਬਾਰੇ ਸਾਨੂੰ ਜ਼ਿਆਦਾ ਸੋਚ ਵਿਚਾਰ ਕਰਨ ਦੀ ਲੋੜ ਨਹੀਂ। ਜਿਹੜੀ ਚੀਜ਼ ਵੀ ਚੰਗੀ ਆ, ਜਿਹੜਾ ਵੀ ਕੋਈ ਕੰਮ ਦੀ ਗੱਲ ਹੈਗੀ, ਉਹਨੂੰ ਚੁੱਕ ਲਓ, ਉਹਦੇ ਤੇ ਸ਼ਰਧਾ ਰੱਖੋ। ਤੇ ਜੇ ਅਜੇ ਚੁੱਕੀ ਵੀ ਆ, ਮਨ 'ਚ ਕਨਫਿਊਜ਼ਨ ਆ, ਤੇ ਫਿਰ ਮਨ ਨੂੰ ਤੇ ਆਪਾਂ ਇਹ ਦਵੈਚੀ ਤੋਂ ਬਾਹਰ ਕੱਢਣਾ, ਕਿਉਂਕਿ ਮਨ ਬਹੁਤ ਚਲਾਕ ਆ। ਮਨ ਮੰਨਦਾ ਨਹੀਂ ਆ। ਮਨ ਕੀ ਕਰਦਾ, ਇੱਧਰ ਵੀ ਲਈ ਫਿਰਦਾ। ਮਨ ਕੀ ਕਰਦਾ, ਇੱਧਰ ਵੀ ਲਈ ਫਿਰਦਾ। ਕਹਿੰਦਾ ਕਿ ਜਦੋਂ ਕੀ ਕਹਿੰਦਾ ਸੀ, ਘੁਮਿਆਰ ਦਾ ਖੋਤਾ ਨਾ ਘਰ ਦਾ ਨਾ ਘਾਟ ਦਾ। ਉਹ ਸਾਰਾ ਦਿਨ ਉੱਥੇ ਧੁੱਪੀ ਘਾਟ 'ਚ ਰਹਿੰਦਾ ਵਾ ਤੇ ਸਾਰੀ ਰਾਤ ਉਹ ਘਰ ਰਹਿੰਦਾ। ਹੁਣ ਬਰਾਬਰ ਟਾਈਮ ਹੈਗਾ, ਹੁਣ ਉਹਨੂੰ ਇੱਕ ਸਥਾਨ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ? ਕਿਉਂਕਿ ਦੋਵਾਂ ਜਗ੍ਹਾ ਤੇ ਤੁਰਿਆ ਫਿਰਦਾ। ਇਸੇ ਹੀ ਤਰ੍ਹਾਂ ਬਾਣੀ ਦੀ ਜਦੋਂ ਤੁਸੀਂ ਲੜ ਫੜਨਾ ਹੈ ਤੇ ਬਾਣੀ ਨੂੰ ਉਹਦੇ ਤੇ ਸ਼ਰਧਾ ਰੱਖੋ, ਔਰ ਜਿੱਦਾਂ ਬਾਣੀ ਕਹਿ ਰਹੀ ਹੈ, ਨਿਰਦੇਸ਼ ਕਰ ਰਹੀ ਆ, ਫਿਰ ਉਹਨੂੰ ਮੰਨਣਾ ਪੈਣਾ ਤੁਹਾਨੂੰ। ਗੁਰਬਾਣੀ ਕਹੇ ਤੇ ਸੇਵਕ ਜਨ ਮਾਣੇ, ਪਰਸਖ ਗੁਰ ਨਸਤਾਰੇ। ਨਿਜੇ ਸਾਹਿਬ ਸਹੀ ਹੈ ਜੀ ਤੋਕੋ? ਹਾਂਜੀ ਬਿਲਕੁਲ ਸਹੀ ਹੈ ਜੀ। ਹਾਂ, ਅੱਗੇ ਚਲੀਏ ਪਲੀਜ਼। ਇੱਥੇ ਉਹ ਕਹਿ ਰਹੇ ਨੇ, ਠੀਕ ਹੈ ਜੀ, ਉਹ ਕਹਿੰਦੇ ਜਿੰਨਾ ਚਿਰ ਤੇਰੀ ਭਾਵਨਾ ਨਹੀਂ ਹੈ ਨਾ, ਉਹਨਾਂ ਚਿਰ ਸਿੱਧੀ ਨਹੀਂ ਹੋਣੀ। ਬਿਲਕੁਲ ਨਹੀਂ ਹੋਣੀ, ਬਿਲਕੁਲ ਨਹੀਂ ਹੋਣੀ। ਬਿਲਕੁਲ ਗੱਲ ਕਲੀਅਰ ਕਰਤੀ ਆ, ਵੈਰੀ ਵੈਰੀ ਪੁਆਇੰਟ। ਜੇ ਤੇਰੇ ਮਨ 'ਚ ਅਜੇ ਭਾਵਨਾ ਨਹੀਂ ਆ, ਮੁਸ਼ਕਲ ਹੈ ਜੀ ਖੇਡ। ਅੱਗੇ ਚੱਲੋ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉਤਮ ਹਰ ਪਦ ਸੋਏ। ਕਿਉਂਕਿ ਉੱਥੇ ਉਹ ਝਰਨਾ, ਇਹਨੂੰ ਤੂੰ ਰੋਕ ਲਏਗਾ, ਫਿਰ ਉਹ ਚੀਜ਼ ਆਉਣੀ ਹੈ। ਤੇਰੇ ਮਨ 'ਚ ਤੇ ਭਰਮ ਹੈ, ਅਗਿਆਨ ਹੈ, ਉਹਨੇ ਇਹਨੂੰ ਰੋਕ ਦੇਣਾ, ਉਹਨੇ ਅੰਦਰ ਵੜ ਨਹੀਂ ਦੇਣਾ, ਤੇ ਫਿਰ ਜੀਵਨ 'ਚ ਬਦਲਾਵ ਨਹੀਂ ਹੋਣਾ। ਕਿਉਂਕਿ ਬੈਰੀਗੇਡ ਕਰਤਾ ਨਾ। ਹੁਣ ਪਤੀਲੇ 'ਚ ਟੂਟੀ ਖੋਲ ਵੀ ਦਈਏ ਅਸੀਂ ਉੱਤੇ, ਜੇ ਤੁਸੀਂ ਢੱਕਣੀ ਬੰਦ ਕਰ ਲਿਆ ਤੇ ਉਹ ਪਤੀਲੇ 'ਚ ਤਾਂ ਕੁਛ ਨਹੀਂ ਪਏਗਾ। ਬਿਲਕੁਲ। ਭਾਵੇਂ ਟੂਟੀ ਦੇ ਥੱਲੇ ਰੱਖ ਦੋ ਉਹਨੂੰ, ਉਹ ਟੂਟੀ ਦਾ ਥੋੜੀ ਕਸੂਰ ਹੈ। ਹੁਣ ਮੀਂਹ ਪੈਂਦਾ ਵਾ, ਉਸੇ ਬਰਤਨ 'ਚ ਮੀਂਹ ਪਵੇਗਾ ਜਿਹੜਾ ਖੁੱਲਾ ਵਾ, ਜਿਹਦੇ ਢੱਕਣ ਲੱਥਾ ਵਾ, ਤੇ ਜਿਹਦੇ ਤੇ ਬਰਤਨ ਤੇ ਕਵਰ ਰੱਖਿਆ, ਭਾਵੇਂ 100 ਸਾਲ ਮੀਂਹ ਪਈ ਜਾਵੇ, ਉਹਦੇ 'ਚ ਬੂੰਦ ਪਾਣੀ ਦੀ ਨਹੀਂ ਵੜੇਗੀ। ਹਾਂਜੀ ਨਿਜਰ ਸਾਹਿਬ। ਅਗਲੀ ਤੁਕ ਤੇ ਮਹਾਰਾਜ ਕਹਿੰਦੇ ਆ, ਨਾਨਕ ਕਿਰਪਾ ਤੇ ਹਰ ਧਿਆਈਏ, ਗੁਰਮੁਖ ਪਾਵੈ ਕੋਏ। ਪਰਮਾਤਮਾ ਜਿਹੜਾ ਹੈਗਾ, ਉਹਦਾ ਰੂਪ ਰੇਖ ਰੰਗ ਨਹੀਂ ਹੈਗਾ, ਉਹਦਾ ਧਿਆਨ ਜਿਹੜਾ ਕਰਨਾ ਹੈਗਾ, ਉਹਦੀ ਕਿਰਪਾ ਜੇ ਲੈਣੀ ਆ ਆਪਾਂ ਨੇ। ਤੇ ਬਾਣੀ ਕਹਿੰਦੀ ਹੈ, ਭਾਈ ਗੁਰੂ ਦੇ ਅਨੁਸਾਰ ਜੇ ਉਸ ਮਾਲਕ ਦਾ ਧਿਆਨ ਕਰੇਗਾ ਤੇ ਤਾਂ ਤੂੰ ਜਿਹੜੀ ਉਹਦੀ ਕਿਰਪਾ ਲੈ ਲੇਗਾ, ਤੇ ਤਾਂ ਅੰਮ੍ਰਿਤ ਪੀ ਲੇਗਾ ਤੇ ਉੱਤਮ ਪਦ ਪਾ ਲੇਗਾ। ਤਾਂ ਤੇਰੀ ਆ ਭਾਵਨਾ ਹੈਗੀ, ਸਿੱਧੀ ਹੋ ਜਾਏਗੀ, ਤੈਨੂੰ ਜੀਵਨ ਦਾ ਮਨੋਰਥ ਪੂਰਾ ਹੋ ਜਾਏਗਾ ਤੇਰਾ। ਹਾਂਜੀ ਵੀਰ ਜੀ। ਹਾਂਜੀ, ਨਾਨਕ ਕਿਰਪਾ ਤੇ ਹਰ ਧਿਆਈਏ, ਗੁਰਮੁਖ ਪਾਵੈ ਕੋਏ। ਬਸ ਗੁਰੂ ਦੇ ਅਨੁਸਾਰ, ਬ੍ਰਹਮ ਗਿਆਨ ਦੇ ਅਨੁਸਾਰ ਜਿਹੜਾ ਹੈਗਾ, ਮਾਲਕ ਦੀ ਕਿਰਪਾ ਲੈਣੀ ਹੈ ਤੇ ਬ੍ਰਹਮ ਗਿਆਨ ਦੇ ਅਨੁਸਾਰ ਹੀ ਚੱਲਣਾ ਪਊਗਾ ਤੈਨੂੰ, ਤੇ ਧਿਆਨ ਸਿਮਰਨ ਕਰਨਾ ਪਊਗਾ, ਤਾਂ ਜਿਹੜਾ ਹੈਗਾ ਉਹ ਅੰਮ੍ਰਿਤ ਤੱਕ ਪਹੁੰਚ ਸਕਦਾ। ਹਾਂਜੀ ਵੀਰ ਜੀ। ਹਾਂ, ਉਹ ਕਹਿੰਦੇ ਆ ਕਿ ਜੇ ਤੇਰੇ ਕੋਲ ਗਿਆਨ ਹੈਗਾ ਤੇ ਫਿਰ ਤੂੰ ਸਿੱਧਾ ਚੱਲ ਜਾ, ਗੱਲ ਖਤਮ। ਤੇ ਹਜੇ ਜੇ ਤੇਰੇ ਗਿਆਨ ਦੇ ਵਿੱਚ ਇੰਨਾ ਦਮ ਨਹੀਂ ਆ, ਕੰਮ ਬਣ ਨਹੀਂ ਰਿਹਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਉਦਾਂ ਹੀ ਬੈਠੇ ਨੇ, ਤੇ ਫਿਰ ਉਹ ਕਹਿੰਦੇ ਕਿ ਜਿਹੜੇ ਮਕੈਨਿਕ ਕੋ ਗਏ ਜੋ, ਉਹਨੂੰ ਦੋ ਇੰਚਾਰਜ। ਬਿਲਕੁਲ। ਫਿਰ ਨਾ ਇੰਟਰਫੇਰੈਂਸ ਨਾ ਕਰੋ। ਹੁਣ ਮੇਰੇ ਵਰਗਾ ਕਹੀ ਜਾਂਦਾ, 2-4 ਨਟ ਖੋਲ ਲੈਂਦੇ, ਤੁਸੀਂ ਇਹਨੂੰ ਕੋਈ ਨਹੀਂ ਖੋਲਿਆ, ਤੁਸੀਂ ਇਹਨੂੰ ਖੋਲੋ। ਉਹ ਕਹਿੰਦਾ ਭਰਾ ਮਕੈਨਿਕ ਮੈਂ ਵਾਂ ਜਾਂ ਤੂੰ ਆ? ਜੇ ਤੂੰ ਆ ਤਾਂ ਘਰੇ ਸਹੀ ਕਰ ਲੈ ਇਹਨੂੰ, ਹਨਾ। ਇੱਥੇ ਕੋਈ ਲੈ ਕੇ ਆਇਆ ਏਜੰਸੀ 'ਚ, ਜੇ ਤੇ ਅਸੀਂ ਮਕੈਨਿਕ ਹੈ ਨਾ, ਅਸੀਂ ਡਿਸਾਈਡ ਕਰਾਂਗੇ ਨਾ ਕਿਹੜੀ ਤਾਰ ਖੋਲਣੀ ਆ, ਕਿਹੜੀ ਟਾਈਟ ਕਰਨੀ ਆ। ਜੇ ਤੂੰ ਖੁਦ ਹੀ ਕਰ ਜੋਗਾ ਹੈਗਾ ਤੇ ਫਿਰ ਤੇ ਲਿਆਉਣ ਦੀ ਲੋੜ ਹੀ ਨਹੀਂ ਵੀਰੇ, ਤੂੰ ਕਰ ਲੈ ਜਾ ਇਹਨੂੰ।
ਬਾਣੀ ਵੀ ਉਹ ਕਹਿ ਰਹੀ ਆ ਕਿ ਜੇ ਤੁਸੀਂ ਦੇਖੋ ਉੱਥੇ ਆ ਗਏ ਜੋ ਤੇ ਫਿਰ ਕਹਿੰਦੇ ਕਿ ਉਹਨਾਂ ਨੂੰ ਕੰਮ ਕਰਨ ਦਿਓ। ਪਰ ਉਹਨਾਂ ਦਾ ਕੰਮ ਤੇ ਪਤਾ ਹੀ ਹੈ ਤੁਹਾਨੂੰ, ਉਹਨਾਂ ਨੇ ਤੁਹਾਡੇ ਅੰਦਰ ਤਾਰਾਂ ਛੇੜ ਦੇਣੀਆਂ, ਉਹਨਾਂ ਨੇ ਐਸੀਆਂ ਤਾਰਾਂ ਛੇੜ ਦੇਣੀਆਂ ਨੇ ਜਿਹੜੀਆਂ ਤਾਰਾਂ ਪਹਿਲਾਂ ਕਦੇ ਹਿੱਲੀਆਂ ਨਹੀਂ ਸੀ। ਬੜੀ ਕੰਪਨ ਪੈਦਾ ਹੋ ਜਾਂਦੀ, ਸੰਗਤ 'ਚ ਬੈਠੋਗੇ ਉਹਦੇ ਅੰਦਰ ਤੁਹਾਡੇ ਅੰਦਰ ਸਾਰੇ ਜਿਹੜੇ ਔਗਣ ਆ ਉਹਨਾਂ ਨੂੰ ਪ੍ਰਗਟ ਕਰ ਦਿੰਦੇ ਨੇ। ਕਈ ਬੰਦੇ ਖਰਗੋਸ਼ ਹੁੰਦੇ, ਬੜੇ ਭੱਜੇ ਆਉਂਦੇ ਕਿ ਜਿੱਦਾਂ ਅੱਜ ਹੀ ਬ੍ਰਹਮ ਗਿਆਨੀ ਬਣ ਜਾਣਾ ਹੁੰਦਾ, ਉਹ ਜ਼ਿਆਦਾ ਦੂਰ ਤੱਕ ਨਹੀਂ ਚੱਲਦੇ, ਬਹਿ ਜਾਂਦੇ ਉਹ, ਕਿਉਂਕਿ ਜੋਸ਼ ਹੀ ਨਾ ਤੁਹਾਡੇ ਮਨ ਦੀ ਇੱਕ ਏਦਾਂ ਦੀ ਬਣਾਵਟ ਆ ਕਿ ਕੋਈ ਵੀ ਚੀਜ਼ ਦੇਖੋ ਤੁਹਾਡੇ ਨਾ ਜਿਹੜੀ ਛੇਤੀ ਬਣੀ ਆ ਨਾ ਉਹ ਛੇਤੀ ਖਤਮ ਹੋ ਜਾਣੀ ਆ। ਜਿਹੜੀ ਚੀਜ਼ ਨੂੰ ਬਣ ਲੱਗਾ ਬਹੁਤ ਟਾਈਮ ਲੱਗਾ, ਹੌਲੀ ਹੌਲੀ ਅੰਦਰ ਗਰੋ ਹੋਈ ਹੈ। ਦੇਖੋ ਕੋਈ ਵੀ ਪੌਦਾ ਹੈ ਭਾਜੀ ਇੱਕਦਮ ਤੇ ਪੈਦਾ ਨਹੀਂ ਹੋ ਜਾਂਦਾ, ਉਹਨੂੰ ਵੱਡਾ ਹੋਣ ਦੇ ਲਈ ਕਾਫੀ ਟਾਈਮ ਲੱਗਦਾ। ਔਰ ਜੇਕਰ ਤੁਹਾਡੇ ਅੰਦਰ ਆਤਮਾ ਦਾ ਗਿਆਨ ਪ੍ਰਾਪਤ ਕਰਨ ਦੇ ਲਈ ਕਾਫੀ ਟਾਈਮ ਤੋਂ ਪਿਆਸ ਹੈਗੀ ਆ ਤੇ ਉਹ ਫਿਰ ਤੁਸੀਂ ਉੱਥੇ ਪਹੁੰਚੋਗੇ। ਜੇ ਪਿਆਸ 2-4 ਦਿਨ 'ਚ ਪੈਦਾ ਹੋਈ ਆ ਤੇ ਫਿਰ ਉਹ ਏਡੀ ਤਗੜੀ ਪਿਆਸ ਨਹੀਂ ਹੈਗੀ, ਉਹ 2-4 ਦਿਨ ਬਾਅਦ ਬਹਿ ਵੀ ਸਕਦੀ ਆ। ਇਹ ਸੱਚ ਆ। ਆਪ ਜਸਟ ਦੇਖੋ ਬਾਣੀ ਦੇ ਵਿੱਚ ਪਹਿਲਾਂ ਇੰਨਾ ਟਾਈਮ ਕਿਉਂ ਲਾਉਂਦੇ ਸੀ ਆਸ਼ਰਮ 'ਚ ਬੰਦੇ ਨੂੰ ਰੱਖਣਾ, ਫਿਰ ਉਹਨੂੰ ਕਿੰਨੇ ਸਾਲ ਉਹਨੂੰ ਗਿਆਨ ਦੇਈ ਜਾਣਾ, ਫਿਰ ਜਾ ਕੇ ਉਹ ਇਮਤਿਹਾਨ ਹੋਣੇ, ਫਿਰ ਉੱਥੋਂ ਬੰਦਾ ਨਿਕਲਦਾ। ਕਿਉਂਕਿ ਉਹਦੀ ਤਿਆਰੀ ਕਰਨੀ ਪੈਂਦੀ ਹੈ ਨਾ, ਪਹਿਲਾਂ ਤਿਆਰੀ ਹੁੰਦੀ ਆ, ਫਿਰ ਉੱਥੋਂ ਬਾਹਰ ਕੱਢਦੇ ਆ। ਤੇ ਹੁਣ ਕੋਈ ਵੀ ਕਾਲਜ ਹੈ ਤੇ ਨਹੀਂ, ਤੁਸੀਂ ਜਾਓ ਹੁਣੇ ਤੇ ਕਹੋ ਕਿ ਸ਼ਾਮੀ ਮੈਨੂੰ ਡਿਗਰੀ ਦੇ ਦਿਓ। ਨਜਰ ਸਾਹਿਬ ਹੈਗਾ ਏਦਾਂ ਦਾ ਕਾਲਜ ਕੋਈ? ਨਾ। ਹਾਂ, ਜਿੰਨਾ ਵੱਡਾ ਰੁਤਬਾ ਤੁਸੀਂ ਚਾਹੁੰਦੇ ਜੋ ਓਨੀ ਹੀ ਵੱਡੀ ਮਿਹਨਤ ਆ। ਆਪ ਬ੍ਰਹਮ ਦਾ ਸਾਰ ਜਾਣਨਾ ਚਾਹੁੰਦੇ ਜੋ, ਆਤਮਾ ਦਾ ਭੇਦ ਜਾਣਨਾ ਚਾਹੁੰਦੇ ਜੋ, ਮਰਨ ਜੰਮਣ ਚੋਂ ਬਾਹਰ ਆਉਣਾ ਚਾਹੁੰਦੇ ਜੋ, ਤੇ ਇਹਦਾ ਮਤਲਬ ਕੀ ਹੈ? ਉਹ ਇੱਕ ਐਸੀ ਗੁੰਝਲ ਆ ਜਿੱਥੇ ਪਹੁੰਚਣਾ ਕੋਈ ਮਜ਼ਾਕ ਨਹੀਂ ਆ, ਬਹੁਤ ਵੱਡੀ ਗੱਲ ਆ। ਬ੍ਰਹਮ ਦਾ ਸਾਰ ਲੱਭ ਲੈਣਾ, ਜੀਵਨ ਜਿਹੜਾ ਮੌਤ ਤੇ ਜੰਮਣ ਦਾ ਜਿਹੜਾ ਕਿਰਿਆ ਨੂੰ ਸਟਾਪ ਕਰ ਦੇਣਾ। ਇੱਥੇ ਵਿਦਿਆਰਥੀ ਬਹੁਤ ਚੋਟੀ ਦਾ ਵਿਦਿਆਰਥੀ ਚਾਹੀਦਾ ਹੈ, ਸੰਗਤ ਵੀ ਬੜੀ ਚੋਟੀ ਦੀ ਚਾਹੀਦੀ। ਇਹ ਗੱਲਾਂ ਇੰਪੋਰਟੈਂਟ ਹੈਗੀਆਂ ਨੇ। ਜੇਕਰ ਇੰਨਾ ਆਸਾਨ ਖੇਡ ਹੁੰਦੀ ਨਾ ਤੇ ਉਹ ਕਹਿ ਦਿੰਦੀ ਕਿ ਬਈ ਬਹੁਤ ਸੌਖਾ ਹੈ, ਤੁਸੀਂ ਸਾਰੇ ਆਓ ਤੇ ਆਓ ਚੜੀਏ ਜਹਾਜ਼ ਤੇ ਗੱਲ ਖਤਮ ਹੋ ਗਈ। ਉਹ ਕਹਿੰਦੇ ਕੋਟਨ ਮੇਕ, ਕਿਉਂਕਿ ਉਸ ਦੀ ਬੁਝਾਰਤ ਹੈ, ਇਹ ਪ੍ਰਮਾਤਮਾ ਦੀ ਬੁਝਾਰਤ ਹੈ। ਕੋਈ ਇਨਸਾਨ ਨੇ ਨਹੀਂ ਪਾਈ, ਮੇਰੇ ਵਰਗੇ ਨੇ ਇੱਥੇ ਬੈਠੇ ਨੇ। ਔਰ ਜੇ ਸਵਾਲ ਇੰਨਾ ਔਖਾ ਹੈ ਤੇ ਉਹਦੇ ਲਈ ਜਿਹੜਾ ਬੰਦਾ ਪਾਤਰ ਆ ਉਹ ਵੀ ਉਹਦੀ ਕਿਰਪਾ ਨਾਲ ਤਿਆਰ ਹੋ ਜਾਂਦਾ ਹੈ। ਪਰ ਬੰਦੇ ਦਾ ਹੱਥ ਖੜਾ ਕਰਨਾ ਬੜਾ ਲਾਜ਼ਮੀ ਹੈ। ਪਾਤਰ ਤੇ ਉਹਨੇ ਆਪੇ ਬਣਾ ਲੈਣਾ ਹੈ, ਪਰ ਹੱਥ ਕਰੂ ਖੜਾ ਕੋਈ ਸਟੂਡੈਂਟ। ਹੁਣ ਮੈਂ ਉਹ ਸਵਾਲ ਕੀਤਾ ਸੀ, ਮੈਂ ਉਹ ਗੁਰੂ ਨਾਨਕ ਪਾਤਸ਼ਾਹ ਤੇ ਜਾਣ ਸੀ ਤੇ ਭਾਈ ਲਹਿਣਾ ਜੀ ਨੂੰ ਸਿੱਧਾ ਕਿਉਂ ਨਹੀਂ ਗੱਦੀ ਤੇ ਬਹਾ ਦਿੱਤਾ? ਉਹ ਕਹਿੰਦੇ ਕਿ ਪਾਤਰਤਾ ਵੀ ਤਿਆਰੀ ਕਰਨੀ ਪੈਂਦੀ। ਹੁਣ ਇੱਕ ਬੱਚਾ ਬਹੁਤ ਇੰਟੈਲੀਜੈਂਟ ਆ, ਇੰਟੈਲੀਜੈਂਟ ਹੋਣ ਦੇ ਨਾਲ ਉਸਦਾ ਡਾਕਟਰ ਥੋੜੀ ਬਣ ਜਾਂਦਾ, ਉਹਨੂੰ ਫਿਰ ਵੀ ਪੜ੍ਹਾਈ ਕਰਨੀ ਪੈਣੀ ਆ। ਬਿਲਕੁਲ ਸਹੀ ਹੈ ਜੀ ਸਾਹਿਬ। ਇੰਟੈਲੀਜੈਂਟ ਹੋਣਾ ਇੱਕ ਬਹੁਤ ਅਲੱਗ ਚੀਜ਼ ਆ, ਉਹ ਵੀ ਜ਼ਰੂਰੀ ਆ, ਉਹਦੇ ਕਰਕੇ ਤੇ ਕੰਮ ਅਗਲਾ ਚੱਲਣਾ ਹੈ। ਪਰ ਜੇਕਰ ਆਪਾਂ ਕਿਸੇ ਸਰਟਨ ਚੀਜ਼ ਤੇ ਪਹੁੰਚਣਾ ਹੈ, ਪਾਤਰਤਾ ਜਿਹੜੀ ਹੋਣੀ ਉਹ ਵੀ ਜ਼ਰੂਰੀ ਹੈ। ਕਿਉਂਕਿ ਬਰਤਨ ਵੀ ਚਾਹੀਦਾ ਨਾ, ਬਰਤਨ ਜਿਹੜੀ ਚੀਜ਼ ਇਹ ਵਸਤੂ ਪਾਉਣੀ ਹੈ ਉਹ ਬਰਤਨ ਤੁਹਾਡੇ ਅੰਦਰ ਤੁਹਾਡਾ ਮਨ ਹੈ। ਉਹ ਪਾਤਰਤਾ ਵੀ ਠੀਕ ਗੋਰਕੀ ਸਾਹਿਬ। ਇਸ ਤੋਂ ਬਾਅਦ ਫਿਰ ਜਿਹੜਾ ਹੈਗਾ ਕਾਰਵਾਈ ਵੀ ਚਾਹੀਦੀ ਆ ਨਾ, ਉਹ ਸਫਾਈ ਵੀ ਤਾਂ ਚਾਹੀਦੀ ਹੈ। ਹਾਂ, ਫਿਰ ਉਹ ਜਦੋਂ ਕੈਂਡੀਡੇਟ ਮਿਲ ਜਾਂਦਾ ਫਿਰ ਉੱਥੇ ਕੰਮ ਕਰਦੇ ਨੇ, ਪਤਾ ਨਹੀਂ ਕਿੰਨੇ ਸਾਲ ਕੰਮ ਕਰਕੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਵੇਖੋ ਭਾਈ ਲਹਿਣਾ ਜੀ ਨੂੰ ਤਿਆਰ ਕਰਕੇ ਫਿਰ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਵੀ ਠੀਕ ਹੈ। ਆਲ ਦੀਆਂ ਜਿਹੜੀਆਂ ਰਿਕੁਆਇਰਮੈਂਟ ਸੀ ਸਾਰੀਆਂ ਟਿਕ ਮਾਰਕਿੰਗ ਕਰਤੀ ਵੀ ਆ ਵੀ ਸਹੀ, ਆ ਵੀ ਸਹੀ, ਆ ਵੀ ਸਹੀ, ਆ ਵੀ ਸਹੀ। ਬਾਅਦ ਚ ਕਹਿੰਦੇ ਸਾਈਨ ਕਰਤੇ, ਕਹਿੰਦੇ ਜੀ ਲਓ ਜੀ ਇੰਚਾਰਜ ਬਣ ਜਾਓ, ਆਪਾਂ ਹੋ ਗਏ ਸਾਈਡ ਤੇ। ਰਾਈਟ, ਬਿਲਕੁਲ। ਸੋ ਇਹ ਬਹੁਤ ਇੰਪੋਰਟੈਂਟ ਹੈਗੇ ਨੇ, ਠੀਕ ਹੈ ਜੀ। ਤੇ ਹੁਣ ਵੀ ਵੇਖੋ ਕੋਈ ਸਰਕਾਰੀ ਨੌਕਰੀ ਦਿੰਦੇ ਆ ਤੇ ਐਵੇਂ ਥੋੜੀ ਦੇ ਦਿੰਦੇ ਅਗਲੇ। ਪਹਿਲਾਂ ਉਹ ਤੁਹਾਡੀ ਪਾਤਰਤਾ ਵਹਿੰਦੇ ਆ, ਫਿਰ ਤੁਹਾਡੀ ਇੰਟਰਵਿਊਆਂ ਲੈਂਦੇ ਆ, ਪ੍ਰੈਕਟੀਕਲ ਵਹਿੰਦੇ ਆ ਕਿ ਬੰਦਾ ਕਿੱਦਾਂ ਦੀ ਸੋਚ ਮਾਲਕ ਆ। ਫਿਰ ਤੁਹਾਨੂੰ ਇੱਕ ਟਾਈਮ ਦੇਣਗੇ ਕਿ ਇੰਨੇ ਟਾਈਮ ਤੱਕ ਤੂੰ ਕੱਚਾ ਰਵੇਂਗਾ। ਫਿਰ ਉਸ ਟਾਈਮ ਪੀਰੀਅਡ ਚ ਕਿ ਤੂੰ ਗਲਤੀ ਨਾ ਕਰੇ, ਕਿਤੇ ਤੂੰ ਐਡੀ ਵੱਡਾ ਰੁਤਬਾ ਵੇਖ ਕੇ ਤੇਰੇ ਦਿਮਾਗ ਚ ਕੋਈ ਗਲਤ ਵਿਚਾਰ ਨਾ ਆ ਜੇ, ਕੋਈ ਨੁਕਸਾਨ ਨਾ ਕਰ ਦੇ। ਫਿਰ ਉਹ ਕਹਿੰਦੇ ਤੂੰ ਕੱਚਾ ਹੋਵਾਂ ਜੇ, ਤੈਨੂੰ ਜਦੋਂ ਮਰਜ਼ੀ ਹੀ ਡਿਸਮਿਸ ਕਰ ਸਕਦੇ ਆ। ਫਿਰ ਉਹਨੂੰ ਲਾਸਟ ਤੇ ਕਹਿੰਦੇ ਕਿ ਹੁਣ ਤੂੰ ਪੱਕਾ ਹੋ ਗਿਆ। ਹੁਣ ਨਿੱਜਾ ਸਾਹਿਬ ਪੱਕੇ ਦਾ ਸਰਟੀਫਿਕੇਟ ਦਿੰਦੇ ਆ, ਫਿਰ ਕਹਿੰਦੇ ਹਾਂ ਵੀ ਇਹ ਪਰਮਾਨੈਂਟ ਜੌਬ ਇਹਦੀ। ਕਿਉਂਕਿ ਉਹ ਪ੍ਰੋਬਲਮ ਹੋ ਜਾਏਗੀ ਨਾ, ਜਿਹੜੇ ਬੰਦੇ ਚ ਪਾਤਰਤਾ ਹੀ ਨਹੀਂ ਹੈਗੀ, ਤੁਸੀਂ ਉਹਨੂੰ ਵੱਡੀ ਪੋਜੀਸ਼ਨ ਤੇ ਪਾ ਦਿਓ, ਮੁੜ ਕੇ ਉਹਨੂੰ ਲਾਉਣਾ ਬੜਾ ਔਖਾ। ਹਾਂਜੀ ਨਿੱਜਾ ਸਾਹਿਬ। ਅੱਗੇ ਜਿਹੜੇ ਇਹੀ ਗੱਲ ਅੱਗੇ ਮਹਾਰਾਜ ਜਿਹੜੇ ਹੈਗੇ ਦੂਸਰੇ ਸ਼ਲੋਕ ਦੇ ਵਿੱਚ, ਇਸ ਤੋਂ ਅਗਲਾ ਸ਼ਲੋਕ ਇਸੇ ਪਾਤਸ਼ਾਹੀ ਦਾ ਸ਼ਲੋਕ ਹੈਗਾ, ਇਸੇ ਪਾਤਸ਼ਾਹੀ ਦੀ ਵਾਰ ਹੈਗੀ ਆ। ਤੇ ਪੌੜੀ ਤੋਂ ਪਹਿਲਾਂ ਆਹ ਇੱਕ ਸ਼ਲੋਕ ਜੋ ਆਪਾਂ ਗੋਰਖੀ ਸਾਹਿਬ ਨੇ ਗੱਲ ਕੀਤੀ ਹੈ, ਸੇਮ ਗੱਲ ਹੁਣ ਜਿਹੜੀ ਹੈ ਚੌਥੀ ਪਾਤਸ਼ਾਹੀ ਕਹਿ ਰਹੀ ਹੈ ਭਾਈ
ਹਉਮੈ ਮਹਲਾ ਚੌਥਾ। ਹਉਮੈ ਮਾਇਆ ਸਭ ਬਿਖ ਹੈ, ਨਿਤ ਜਗ ਟੋਟਾ ਸੰਸਾਰ। ਹੁਣ ਇੱਕ ਜਿਹੜਾ ਹੈਗਾ, ਦੇਖੋ ਇੱਕ ਬੰਦਾ ਹੈਗਾ, ਜਿਹੜਾ ਹੈਗਾ, ਇੱਕ ਭਾਂਡਾ ਹੈਗਾ, ਭਾਂਡਾ ਖਾਲੀ ਪਿਆ ਹੋਇਆ, ਖਾਲੀ ਪਿਆ ਹੈ, ਤੇ ਉਹਦੇ ਵਿੱਚ ਜਿਹੜੀ ਹੈਗੀ ਚੀਜ਼ ਪੈ ਜਾਣੀ ਹੈ ਆਰਾਮ ਨਾਲ, ਤੇ ਉਹਦੇ ਵਿੱਚ ਜ਼ਿਆਦਾ ਵਰਕਆਊਟ ਥੋੜ੍ਹੀ ਨਾ ਕਰਨਾ ਪੈਣਾ। ਪਰ ਇੱਕ ਭਾਂਡਾ ਜਿਹੜਾ ਹੈਗਾ ਉਹ ਭਰਿਆ ਪਿਆ ਹੈ ਜ਼ਹਿਰ ਦੇ ਨਾਲ। ਉਹ ਭਾਂਡੇ ਦੇ ਵਿੱਚ ਅੰਮ੍ਰਿਤ ਪਾਉਣਾ ਹੈ ਆਪਾਂ ਨੇ, ਤੇ ਅੰਮ੍ਰਿਤ ਕਿੱਥੇ ਪੈ ਜਾਊਗਾ ਭਾਈ? ਜ਼ਹਿਰ ਨਾਲ ਤਾਂ ਨਕਾ ਨਕ ਭਰਿਆ ਪਿਆ। ਅੰਮ੍ਰਿਤ ਦੀ ਬੂੰਦ ਤਾਂ ਬਾਹਰ ਸਾਈਡ ਤੇ ਆ ਜਾਏਗੀ, ਉਹਨੂੰ ਪਹਿਲਾਂ ਖਾਲੀ ਕਰਨਾ ਪਊਗਾ। ਹਉਮੈ ਮਾਇਆ ਸਭ ਬਿਖੇ। ਮਾਇਆ ਕੀ ਹੈਗੀ? ਮਾਇਆ ਕਹਿੰਦੇ ਹਉਮੈ ਦੀ ਬਿਖ ਹੈਗੀ, ਹਉਮੈ ਦੀ ਜ਼ਹਿਰ ਹੈਗੀ। ਮਾਇਆ ਦੇ ਨਾਲ ਹਉਮੈ ਦੀ ਜ਼ਹਿਰ ਚੜੀ ਜਾਣੀ ਹੈ, ਭਰੀ ਜਾਣਾ ਹੈ ਭਾਂਡਾ ਇਹਦੇ ਨਾਲ। ਨਿਤ ਜਗ ਟੋਟਾ ਸੰਸਾਰ। ਆਹ ਨਿਤਨੇਮ ਹੈਗਾ ਜਗ ਦਾ, ਔਰ ਇਹ ਘਾਟੇ ਦਾ ਸੌਦਾ ਹੈਗਾ, ਔਰ ਨਿੱਤ ਦਾ ਸੌਦਾ ਹੈਗਾ। ਨਿੱਤ ਜਿਹੜਾ ਹੈਗਾ ਇਹ ਮਾਇਆ ਦੇ ਨਾਲ ਹਉਮੈ ਬਿਖ ਜਿਹੜੀ ਹੈਗੀ ਚੜਾਈ ਜਾ ਰਿਹਾ ਆਪਣੇ ਅੰਦਰ, ਜ਼ਹਿਰੀ ਹੋਈ ਜਾ ਰਿਹਾ। ਲਾਹਾ ਹਰ ਧਨ ਖਟਿਆ, ਗੁਰਮੁਖੇ ਸ਼ਬਦ ਵਿਚਾਰ। ਕਹਿੰਦੇ ਹੁਣ ਲਾਭ ਲੈਣਾ ਹੈ ਪਰਮੇਸ਼ਰ ਦਾ, ਨਾਮ ਧਨ ਲੈਣਾ ਹੈ, ਅਤੇ ਭਾਈ ਸ਼ਬਦ ਦੀ ਵਿਚਾਰ ਕਰ। ਬ੍ਰਹਮ ਗਿਆਨ ਨੂੰ ਵਿਚਾਰ, ਗੁਰਮੁਖਾਂ ਦੀ ਗੱਲ ਸਮਝ ਬਈ ਕੀ ਕਹਿ ਰਹੇ ਆ। ਫਿਰ ਹਉਮੈ ਮੈਲ ਬਿਖ ਉਤਰੈ, ਹਰ ਅੰਮ੍ਰਿਤ ਹਰ ਉਰਤਾਰ। ਬਿਖ ਉਤਰੂਗੀ, ਖਾਲੀ ਹੋਊਗਾ ਭਾਂਡਾ ਹਉਮੈ ਦੀ ਮੈਲ, ਤਾਂ ਜਿਹੜਾ ਹੈਗਾ ਅੰਮ੍ਰਿਤ ਆਏਗਾ ਅੰਦਰ ਤੇਰੇ ਹਿਰਦੇ 'ਚ। ਸਭ ਕਾਰਜ ਤਿਨਕੇ ਸਿੱਧ ਹੈ, ਜਿਨ ਗੁਰਮੁਖੇ ਕਿਰਪਾ ਤਾਰ। ਜਿਨ੍ਹਾਂ ਨੇ ਗੁਰੂ ਦੇ ਅਨੁਸਾਰ ਕਾਰਵਾਈ ਕਰ ਦਿੱਤੀ ਤੇ ਉਹਨਾਂ ਨੂੰ ਸਫਲਤਾ ਪ੍ਰਾਪਤ ਹੋਊਗੀ। ਕੋਈ ਉਹਨਾਂ ਦੇ ਵਿੱਚ ਜਿਹੜਾ ਹੈਗਾ, ਕੋਈ ਉਹਨਾਂ ਦਾ ਕਾਰਜ ਰੁਕ ਨਹੀਂ ਸਕਦਾ, ਕਿਉਂਕਿ ਉਹ ਗੁਰੂ ਦੇ ਅਨੁਸਾਰ ਚੱਲ ਰਹੇ ਆ। ਗੁਰੂ ਦੇ ਅਨੁਸਾਰ ਮਾਲਕ ਦੀ ਕਿਰਪਾ ਹੋ ਰਹੀ ਉਹਨਾਂ ਨੂੰ। ਉਹ ਧੁਰੇ ਦੇ ਨਾਲ ਜੁੜੇ ਹੋਏ ਆ, ਧੁਰੇ ਦੇ ਨਾਲ ਜੋੜ ਦਿੱਤਾ ਗੁਰੂ ਨੇ। ਧੁਰੇ ਦੇ ਨਾਲ ਜਿਹੜਾ ਹੈਗਾ ਧਿਆਨ ਸਿਮਰਨ ਕੀ ਆ? ਧਿਆਨ ਸਿਮਰਨ ਹੈ ਧੁਰੇ ਦੇ ਨਾਲ ਜੁੜਨਾ। ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ, ਉਹ ਮਿਲੇ ਰਹਿਣਗੇ। ਹਰ ਮੇਲੇ ਸਿਰਜਣਹਾਰ, ਮਿਲਾਉਣਾ ਪਰਮਾਤਮਾ ਨੇ ਹੈ, ਉਹਨੇ ਦੁਨੀਆ ਬਣਾਈ ਹੈ, ਸਿਰਜੀ ਹੈ ਇਸ ਤਰੀਕੇ ਦੇ ਨਾਲ। ਔਰ ਮਿਲਾਉਣਾ ਜਿਹੜਾ ਹੈਗਾ, ਜਿਹੜੇ ਗੁਰੂ ਦੇ ਅਨੁਸਾਰ ਜਿਹੜੀ ਹੈ ਹਉਮੈ ਦੀ ਬਿਖ ਲਾਉਂਦੇ ਆ, ਭਾਂਡਾ ਖਾਲੀ ਕਰਦੇ ਆ, ਉਹਨਾਂ ਨੂੰ ਮਿਲਾਉਂਦਾ ਹੈ। ਹਾਂਜੀ ਵੀਰ ਜੀ। ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ ਕੀ ਕਹਿ ਰਹੇ ਨੇ। ਹਉਮੈ ਮਾਇਆ ਸਭ ਬਿਖ ਹੈ। ਮਾਇਆ ਦੀ ਜ਼ਹਿਰ ਆ, ਮਾਇਆ ਦੀ ਜ਼ਹਿਰ ਹਉਮੈ। ਕਹਿੰਦੇ ਮਾਇਆ ਦੇ ਕਰਕੇ ਕੀ ਹੁੰਦਾ ਕਿ ਤੇਰੇ ਚ ਹਉਮੈ ਆ ਜਾਣੀ। ਤੇ ਹਉਮੈ ਕੀ ਆ? ਕਹਿੰਦੇ ਜ਼ਹਿਰ ਹੀ। ਤੇ ਨਿਤ ਜਗ ਟੋਟਾ ਸੰਸਾਰ, ਘਾਟਾ। ਹਾਂ, ਇਹਦੇ ਚ ਕਹਿੰਦੇ ਆ ਕਿ ਇਹ ਸੰਸਾਰ ਜਿਹੜਾ ਹੈ ਇਸ ਕਰਕੇ ਘਾਟਾ ਖਾਈ ਜਾਂਦਾ। ਬਿਲਕੁਲ। ਹੁਣ ਤੁਸੀਂ ਸੇਵਾ ਕੀਤੀ ਹੈ ਨਾ, ਉੱਥੇ ਤੁਸੀਂ ਮਾੜੀ ਜਿਹੀ ਹਉਮੈ ਪ੍ਰਗਟ ਕੀਤੀ, ਨਾਲ ਹੀ ਮਿੱਟੀ। ਕਿਉਂਕਿ ਮੈਂ ਆ ਗਿਆ ਨਾ, ਮੈਂ ਫੋਟੋ ਲਵਾ ਲਈ ਹੈ, ਮੈਂ ਕੀਤਾ। ਦੇਖਿਆ ਨੀ ਲੋਕੀ ਦਾਨ ਵੀ ਕਰਦੇ, ਉਹ ਕਹਿੰਦੇ ਸਾਡੀ ਫੋਟੋ ਵੀ ਆਵੇ ਇਹਦੇ ਵਿੱਚ ਜੇ ਅਜੀਤ ਅਖਬਾਰ ਚ ਜਗਬਾਣੀ ਚ ਵੇਖਿਆ ਨੀ ਲੋਕਾਂ ਨੂੰ ਕਹਿੰਦੇ ਦਾਨ ਕਰੋ, ਉਹ ਤੁਹਾਡੀ ਫੋਟੋ ਲੱਗੇਗੀ। ਉਹ ਕਈ ਬੰਦੇ ਫੋਟੋ ਲਵਾਉਣ ਦੇ ਲਈ ਉੱਥੇ ਦਾਨ ਦਿੰਦੇ, ਸਾਡੀ ਫੋਟੋ ਆਊਗੀ। ਫਿਰ ਲੋਕਾਂ ਨੂੰ ਦਿਖਾਉਂਦੇ ਆ, ਦੇਖੋ ਜੀ ਮੈਂ ਪੈਸੇ ਦਿੱਤੇ, ਮੇਰੀ ਅਖਬਾਰ 'ਚ ਫੋਟੋ ਆਈ। ਦੇਖਿਓ ਫੋਨ ਕਰਕੇ ਕਹਿੰਦੇ ਆ, ਦੇਖੋ ਇਸ ਪੰਨੇ ਦੇ ਉੱਤੇ ਦੇਖੋ ਮੇਰੀ ਫੋਟੋ ਹੈ। ਹਾਂ, ਦਾਨ ਲੋਕਾਂ ਨੂੰ ਦਿਖਾਉਣਾ ਉੱਥੇ ਥੋੜੀ ਕਰੀਦਾ ਵਾ। ਦਾਨ ਤੇ ਮੈਂ ਆਪਣੇ ਲਈ ਕਰ ਰਿਹਾ, ਔਰ ਮੇਰੇ ਪਿਤਾ ਨੂੰ ਪਤਾ ਹੈ ਮੈਂ ਕਰ ਰਿਹਾ ਕਿ ਨਹੀਂ ਕਰ ਰਿਹਾ। ਲੋਕਾਂ ਨੂੰ ਦਿਖਾਉਣ ਦਾ ਤਾਂ ਮਤਲਬ ਹੀ ਨਹੀਂ ਹੈ। ਲੋਕੀ ਕੀ ਕਹਿਣਗੇ? ਤੁਹਾਡੇ ਗੱਲ 'ਚ ਮੈਡਲ ਪਾ ਦੇਣਗੇ, ਔਰ ਮੈਡਲ ਤੇ ਉਹਦੀ ਕੀਮਤ ਕੋਈ ਨਹੀਂ ਹੈ। ਉਹ ਫਿਰ ਪ੍ਰਮਾਤਮਾ ਦੀ ਨਜ਼ਰ 'ਚ ਕੁਛ ਵੀ ਨਹੀਂ, ਮਿੱਟੀ ਹੈ। ਤੁਸੀਂ ਵੇਖ ਲਓ, ਤੁਸੀਂ ਲੋਕਾਂ ਨੂੰ ਦਿਖਾ ਦਿਓ ਜਾਂ ਪ੍ਰਮਾਤਮਾ ਨੂੰ ਦਿਖਾ ਦਿਓ। ਪ੍ਰਮਾਤਮਾ ਵੀ ਵੇਂਦਾ ਪਿਆ, ਪਰ ਉਹ ਕਹਿੰਦਾ ਤੂੰ ਤੇਰੀ ਮਰਜ਼ੀ ਹੈ, ਤੂੰ ਦੇ ਦੇ। ਜੇ ਲੋਕਾਂ ਨੂੰ ਦਿਖਾ ਕੇ ਦਿੰਦਾ ਹੈ ਤੇ ਆਹ ਮਿਲੂਗਾ ਹੀ, ਤੇ ਜੇ ਮੈਨੂੰ ਦਿਖਾ ਕੇ ਦੇਵੇਂਗਾ ਤੇ ਆਹ ਮਿਲੂਗਾ ਹੀ। ਪਰ ਬੰਦਾ ਪਰਮਾਤਮਾ ਲਈ ਕਿਤੇ ਦਾਨ ਨਹੀਂ ਜੇ ਕਰਦਾ। ਇਹ ਵੀ ਮਨ 'ਚ ਵਰਕਾ ਪਾੜ ਦੋ। ਇਹ ਲੋਕੀ ਕਹਿੰਦੇ ਨਾ ਬੜੇ ਦਾਨੀ ਆ, ਨਾ, ਇਹ ਦਾਨੀ ਨਹੀਂ ਹੈਗੇ। ਇਹ ਸੰਸਾਰ ਦੇ ਲਈ ਦਾਨ ਕਰਦੇ। ਪਰਮਾਤਮਾ ਲਈ ਦਾਨ ਕਰਨਾ ਕਾਫੀ ਔਖਾ ਹੈ, ਕਿਉਂਕਿ ਉਹ ਤੇ ਪਰਮਾਤਮਾ ਨੂੰ ਦਾਨ ਕਰਨ ਦਾ ਮਤਲਬ ਸੱਜੇ ਹੱਥ ਨਾ ਕਰੋ ਤੇ ਖੱਬੇ ਨੂੰ ਪਤਾ ਨਾ ਲੱਗੇ। ਇੰਨਾ ਗੁਪਤ, ਉਹ ਗੁਪਤ ਦਾਨ ਵੀ ਕਰਦੇ ਆ। ਹਜ਼ੂਰ ਸਾਹਿਬ ਕਹਿੰਦੇ ਗੁਪਤ ਦਾਨ, ਅਮਰੀਕਾ ਵਾਲੇ ਦੇ ਸਾਰੇ ਪਰਿਵਾਰ ਦਾ ਨਾਮ ਵੀ ਲਿਖਿਆ ਨਜਰ ਸਾਹਿਬ ਉੱਤੇ ਪੱਥਰ ਤੇ।
ਕਿ ਅਮਰੀਕਾ ਵਾਲੇ ਸੰਗਤ ਨੇ ਫਲਾਣੇ ਨੇ ਗੁਪਤ ਦਾਨ ਦੇ ਨਾਲ ਇਸ ਕਮਰੇ ਦੀ ਉਸਾਰੀ ਕੀਤੀ ਹੈ। ਮੈਂ ਹੁਣ ਗੁਪਤ ਤੇ ਰਹਿ ਕੀ ਗਿਆ, ਨਾਮ ਹੀ ਆ ਗਿਆ ਵਾ, ਸਾਰਾ ਕੁਝ ਤੇ ਆ ਗਿਆ, ਬਾਕੀ ਕੀ ਰਹਿ ਗਿਆ? ਬਾਕੀ ਗੁਪਤ ਤੇ ਇੰਨਾ ਹੀ ਹੈ ਕਿ ਉਹ ਕਮਰੇ ਦੀ ਖਰਚਾ ਦੱਸਿਆ ਹੋਊਗਾ ਕਿੰਨੇ ਲੱਖ ਰੁਪਏ ਲੱਗਾ, ਉਹ ਵੀ ਲਿਖ ਦੇਣਾ ਸੀ ਥੱਲੇ, ਮੋਬਾਈਲ ਨੰਬਰ ਹੀ ਰਹਿ ਗਿਆ, ਹੋਰ ਕੀ ਕਰਨੀ ਰਹਿ ਗਈ। ਸੋ ਕਹਿਣ ਤੋਂ ਭਾਵ ਆ ਕਿ ਦੇਖੋ ਜਗਤ ਦੇ ਵਿੱਚ ਜਿਹੜੀ ਮਾਇਆ ਹੈ, ਔਰ ਉਹ ਮਾਇਆ ਜਿਹੜੀ ਆ ਉਹਦਾ ਜਿਹੜਾ ਮੇਨ ਜਿਹੜਾ ਕਰਿੰਦਾ ਹੈ ਉਹ ਹਉਮੈ, ਤੇ ਹਉਮੈ ਉਹ ਕਹਿੰਦੇ ਜ਼ਹਿਰ ਆ। ਜ਼ਹਿਰ ਦਾ ਮਤਲਬ ਕੀ ਹੋਇਆ? ਉਹ ਕਹਿੰਦੇ ਆ ਕਿ ਤੂੰ 100 ਲੀਟਰ ਦੁੱਧ ਚ ਵੀ ਇੱਕ ਬੂੰਦ ਜ਼ਹਿਰ ਦੀ ਪਾਤੀ ਨਾ, ਖਤਮ, ਮਿੱਟੀ ਖਤਮ ਹੋ ਜਾਣਾ, ਉਹਦਾ ਕੋਈ ਉਹਦੀ ਵੈਲਿਊ ਨਹੀਂ ਹੈਗੀ। ਮਤਲਬ ਕਹਿੰਦੇ ਤੂੰ 10 ਲੱਖ ਰੁਪਇਆ ਦਾਨ ਕੀਤਾ ਹੈ, ਵਿੱਚ ਥੋੜੀ ਜਿਹੀ ਹਉਮੈ ਲਾਤੀ, ਉਹ 10 ਲੱਖ ਮਿੱਟੀ। ਜਿਹਦਾ ਦੁੱਧ ਚ ਜ਼ਹਿਰ ਪਾ ਦਿੰਦਾ ਇੱਕ ਬੂੰਦ, ਹੁਣ ਤੁਹਾਨੂੰ ਮੈਂ ਦੁੱਧ ਕਵਾਂ ਕਿ ਪੀ ਲਓ, ਇੱਥੇ 5000 ਲੀਟਰ ਦੁੱਧ ਆ, ਪਰ ਇੱਕ ਬੂੰਦ ਜ਼ਹਿਰ ਦੀ ਪਾਤੀ ਆ, ਤੁਸੀਂ ਪੀਵੋਗੇ? ਨਜਰ ਸਾਹਿਬ ਤੁਸੀਂ ਪੀ ਲੋਗੇ? ਨਾ। ਸੰਗਤ ਜੀ ਤੁਹਾਡੇ ਚ ਹੈਗਾ ਕੋਈ ਪੀ ਲੂਗਾ? ਨਹੀਂ, ਇਹਨੇ ਨਹੀਂ ਪੀਣਾ, ਕੋਈ ਜ਼ਹਿਰ ਪੈ ਗਿਆ। ਇਸੇ ਲਈ ਬਾਣੀ ਚ ਸਾਨੂੰ ਉਹ ਸਮਝਾ ਰਹੇ ਨੇ ਕਿ ਤੂੰ ਜਦੋਂ ਜੀਵਨ ਬਤੀਤ ਕਰਦਾ, ਤੂੰ ਚੰਗਾ ਕੰਮ ਵੀ ਕਰਦਾ, ਜੇ ਵਿੱਚ ਜ਼ਹਿਰ ਦੀ ਬੂੰਦ ਪਾਈ ਨਾ ਤੇ ਰੱਬ ਨੇ ਲੈਣੀ ਨਹੀਂ ਹੋ ਇਸ ਵਸਤੂ ਤੇਰੀ, ਠੀਕ ਹੈ। ਔਰ ਇਸ ਕਰਕੇ ਫਿਰ ਜਗਤ ਕੀ ਹੋ ਰਿਹਾ? ਜਗਤ ਜਿਹੜਾ ਹੈ ਘਾਟੇ ਚ ਜਾ ਰਿਹਾ, ਉਹ ਘਾਟੇ ਚ ਜਾ ਰਿਹਾ ਹੈ, ਕਿਉਂਕਿ ਉਹਦੇ ਪਿੱਛੇ ਉਹ ਮੰਗ ਰਿਹਾ ਕੁਛ, ਹਉਮੈ ਉਹਦੀ, ਉਹ ਕੋਈ ਦਾਨ ਦੂਨ ਨਹੀਂ ਕਰ ਰਿਹਾ, ਉਹ ਕੋਈ ਭੁਗਤੀ ਨਹੀਂ ਕਰ ਰਿਹਾ, ਉਹ ਬਸ ਉਹਦੇ ਅੰਦਰ ਕੁਛ ਹੈਗਾ ਹੈ, ਹਉਮੈ ਜਿਹੜੀ ਉਤੋਂ ਕਰਾ ਰਹੀ ਹੈ। ਔਰ ਜਦੋਂ ਹਉਮੈ ਦੇ ਵਿੱਚ ਬੰਦਾ ਹੁੰਦਾ ਹੈ ਨਾ, ਉਹ ਦੱਸਿਆ ਨਾ ਆਪ ਨੂੰ, ਉਹ ਕੀ ਕਰਦਾ ਹੈ? ਉਹ ਬੜਾ ਵੱਡਾ ਸੰਤ ਵੀ ਬਣ ਸਕਦਾ ਹੈ, ਕੋਈ ਚੀਜ਼ ਲੱਭ ਗਈ ਦੇ ਵੀ ਆ ਸਕਦਾ ਹੈ। ਕਿਉਂ ਦੇ ਕੇ ਆਊਗਾ? ਉਹ ਇਮਾਨਦਾਰ ਨਹੀਂ ਹੈਗਾ, ਉਹ ਇਸ ਕਰਕੇ ਦੇ ਕੇ ਆਇਆ ਕਿ ਲੋਕੀ ਕਹਿਣ ਕਿ ਵੇਖੋ ਕਿੱਡਾ ਇਮਾਨਦਾਰ ਬੰਦਾ ਹੈ, ਦੇਖੋ, ਜਦਕਿ ਉਹਨੂੰ ਪਤਾ ਹੈ ਕਿ ਮੇਰਾ ਰਾਈਟ ਨਹੀਂ ਹੈਗਾ, ਕਿਉਂਕਿ ਚੀਜ਼ ਮੇਰੀ ਨਹੀਂ ਹੈ, ਪਰ ਉਹ ਇਸ ਕਰਕੇ ਦੇ ਕੇ ਆਇਆ। ਫਿਰ ਲੋਕਾਂ ਨੂੰ ਦੱਸਦਾ ਵੀ ਹੈ ਕਿ ਮੈਂ ਫਲਾਨੀ ਚੀਜ਼ ਦੇ ਕੇ ਆਇਆ, ਲੋਕਾਂ ਮੇਰੀ ਤਾਰੀਫ ਕਰੋ। ਅੰਦਰ ਚ ਅਸਲ ਚ ਉਹਨੂੰ ਚਾਹੀਦੀ ਆ ਕਿ ਲੋਕ ਉਹਦੀ ਉਸਤਤ ਕਰਨ, ਠੀਕ ਹੈ ਜੀ। ਹਉਮੈ ਦੇ ਪੱਠੇ ਪੈਣ, ਇਹ ਹਉਮੈ ਬਹੁਤ ਖਤਰਨਾਕ ਜੀ। ਹੁਣ ਕਹਿੰਦੇ ਆ ਕਿ ਲਾਹਾ ਹਰ ਧਨ ਖਟਿਆ, ਗੁਰਮੁਖ ਸ਼ਬਦ ਵਿਚਾਰ। ਜੇ ਤੂੰ ਹਉਮੈ ਦੀ ਜ਼ਹਿਰ ਲਾਉਣਾ ਚਾਹੁੰਦਾ ਹੈ ਤੇ ਸ਼ਬਦ ਦੀ ਵਿਚਾਰ ਕਰ ਲਾ ਭਾਈ, ਜੋ ਗੁਰੂ ਗਿਆਨ ਦੇ ਰਿਹਾ ਹੈ ਉਹ ਗਿਆਨ ਨੂੰ ਵਿਚਾਰ ਲਾ ਚੰਗੀ ਤਰ੍ਹਾਂ, ਔਰ ਉਸ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਫਿਰ ਤੂੰ ਜਿਹੜਾ ਹੈਗਾ ਨਾਮ ਧਨ ਜਿਹੜਾ ਹੈਗਾ 100 ਦਵਾਵਾਂ ਦੀ ਇੱਕ ਦਵਾ ਜਿਹੜੀ ਹੈਗੀ, ਜਿਹੜੀ ਆ ਐਸੀ ਰਸਾਇਣ ਹੈਗੀ ਭਾਈ ਕਿ ਉਹ ਜ਼ਹਿਰ ਸਾਰੀ ਤੇਰੀ ਲਾ ਦੂਗੀ। ਲਾਹਾ ਹਰ ਤਨ ਖੱਟਿਆ, ਗੁਰਮੁਖ ਸ਼ਬਦ ਵਿਚਾਰ। ਹਾਂਜੀ ਵੀਰ ਜੀ। ਫਿਰ ਕਹਿੰਦੇ ਹਉਮੈ ਕਿੱਦਾਂ ਉਤਰੂਗੀ? ਇਸੇ ਤਰੀਕੇ ਦੇ ਨਾਲ ਫਿਰ ਕਹਿੰਦੇ ਲਾਹਾ ਹਰ ਤਨ ਖੱਟਿਆ, ਤੈਨੂੰ ਰੱਬ ਦਾ ਨਾਮ ਮਿਲ ਜਾਏਗਾ, ਤੇਰਾ ਜੀਵਨ ਉੱਚਾ ਹੋ ਜਾਏਗਾ। ਕੀ ਹੋਊਗਾ? ਫਿਰ ਤੈਨੂੰ ਵਿਚਾਰ ਸੁਣਨੀ ਪੈਣੀ, ਵਿਚਾਰ ਦੱਸੇਗੀ ਤੇਰੇ ਅੰਦਰ ਕਿਹੜੀ ਕਿਹੜੀ ਬਿਮਾਰੀ ਹੈ, ਸਕੈਨ ਕਰਨਗੇ ਤੇਰੇ ਅੰਦਰ, ਤੇਰੇ ਸੂਖਮ ਸਰੀਰ ਨੂੰ ਦੱਸਣਗੇ ਕਿ ਤੇਰੇ ਚ ਇਹ ਚੀਜ਼ ਦੇਖ, ਇੱਥੇ ਪ੍ਰੋਬਲਮ ਹੈਗੀ ਹੈ, ਇੱਥੇ ਕੰਮ ਕਰਨ ਦੀ ਲੋੜ ਹੈ। ਜਦੋਂ ਗੱਡੀ ਚ ਪ੍ਰੋਬਲਮ ਆਉਂਦੀ ਹੈ ਨਾ, ਕੋਈ ਇੱਕ ਮਸ਼ੀਨ ਲਾਉਂਦੇ ਆ, ਕੋਈ ਇੱਕ ਪ੍ਰੋਗਰਾਮ ਹੁੰਦਾ ਉਹਦੇ ਅੰਦਰ, ਉਹ ਫਿਰ ਦੱਸਦਾ ਹੈ ਕਿ ਇੱਥੇ ਇਹ ਫਲਾਣੇ ਸੈਂਸਰ ਚ ਪ੍ਰੋਬਲਮ ਹੈ, ਇਹ ਫਲਾਣਾ ਪੁਰਜਾ ਗੱਡੀ ਦਾ ਨਹੀਂ ਕੰਮ ਕਰ ਰਿਹਾ, ਇਸ ਕਰਕੇ ਪ੍ਰੋਬਲਮ ਆ ਰਹੀ ਹੈ। ਇਸੇ ਤਰ੍ਹਾਂ ਗੁਰੂਆਂ ਦੀ ਸ਼ਬਦ ਜਿਹੜੇ ਨੇ, ਆਪਾਂ ਬਾਣੀ ਦੇ ਸ਼ਬਦ ਲੈ ਰਹੇ ਹਾਂ, ਇਹਦੇ ਅੰਦਰ ਫਿਰ ਸਾਡੇ ਟੈਕਨੀਕਲ ਪੁਆਇੰਟਸ ਨੇ, ਜਿਹੜੇ ਸੂਖਮ ਪੁਆਇੰਟ ਨੇ, ਫਿਰ ਦੱਸਦੇ ਨੇ ਕਿ ਇੱਥੇ ਇਹ ਡਾਇਗਨੋਸ ਕਰ ਲਿਆ, ਇਹ ਫਲਾਨੀ ਬਿਮਾਰੀ ਹੈ, ਇਹਨੂੰ ਇਸ ਤਰੀਕੇ ਨਾਲ ਠੀਕ ਕਰਨਾ ਆਪਾਂ। ਠੀਕ ਹੈ ਨਿਜਰ ਸਾਹਿਬ, ਬਿਲਕੁਲ ਕਹਿਣਾ ਚਾਹੁੰਦੇ ਆ? ਬਿਲਕੁਲ। ਅਗਲੀ ਲਾਈਨ ਇਹੀ ਕਹਿ ਰਹੀ ਹੈ, ਹਉਮੈ ਮੈਲ ਬਿਖ ਉਤਰੈ, ਹਰ ਅੰਮ੍ਰਿਤ ਹਰ ਔਰ ਧਾਰ। ਬਿਖ ਉਤਰ ਜਾਏਗੀ ਤਾਂ ਜਿਹੜਾ ਅੰਮ੍ਰਿਤ ਅੰਦਰ ਪਏਗਾ ਭਾਈ। ਹਾਂਜੀ ਵੀਰ ਜੀ। ਹਾਂ, ਫਿਰ ਉਹ ਕਹਿੰਦੇ ਕਿ ਤੇਰੀ ਨਾੜ ਦੇ ਵਿੱਚ ਬਲੋਕੇਜ ਹੈਗੀ ਆ, ਉਹ ਸਟੰਟ ਨਹੀਂ ਪਾ ਦਿੰਦੇ ਡਾਕਟਰ, ਤੇ ਫਿਰ ਖੂਨ ਤੋਂ ਜਾਣ ਡਿਆ ਪੈਂਦਾ ਤੇ ਬੰਦੇ ਦੇ ਦਰਦ ਹਟ ਜਾਂਦੀ ਹੈ। ਇਹੋ ਹਿਸਾਬ ਹੈ ਕਿ ਜਿਹੜੀ ਉਹ ਪ੍ਰੋਬਲਮ ਹੈਗੀ ਆ, ਜਿਹਦੇ ਕਰਕੇ ਜਿਹੜਾ ਅੰਮ੍ਰਿਤ ਜ਼ਹਿਰ ਬਣ ਰਿਹਾ ਸੀ, ਉਹ ਫਿਰ ਦੱਸ ਦਿੰਦੇ ਕਿ ਆ ਦੇਖ ਤੇਰੀ ਹਉਮੈ ਹੈ, ਔਰ ਇਹਨੂੰ ਏਦਾਂ ਆਪਾਂ ਖਤਮ ਕਰਾਂਗੇ, ਔਰ ਇਹਨਾਂ ਕਾਰਨਾਂ ਕਰਕੇ ਤੇਰੇ ਅੰਦਰ ਪੈਦਾ ਹੁੰਦੀ ਆ। ਤੁਸੀਂ ਦੇਖੋ ਸਾਧ ਸੰਗਤ ਜੀ, ਹਉਮੈ ਨੂੰ ਵੇਖਣਾ ਹੋਵੇ ਨਾ, ਤੁਸੀਂ ਦੇਖ ਲਿਓ, ਤੁਹਾਡੀ ਚਾਲ ਬਦਲ ਜਾਏਗੀ। ਤੁਸੀਂ ਕਿਤੇ ਨਾ ਨੋਟਿਸ ਕਰਿਓ, ਜਦੋਂ ਤੁਸੀਂ ਕਿਤੇ ਗੱਡੀ ਚਲਾਓ, ਨੋਰਮਲ ਚਲਾਓ, ਮੈਂ ਵੀ ਚਲਾਉਣਾ, ਕੋਈ ਪ੍ਰੋਬਲਮ ਨਹੀਂ ਹੈ, ਪਰ ਜਦੋਂ ਮੈਂ ਹਉਮੈ ਚ ਹੁੰਦਾ ਨਾ, ਮੇਰੇ ਸਟੀਅਰਿੰਗ ਤੇ ਜਿਹੜੇ ਹੱਥ ਦੀ ਮੂਵਮੈਂਟ ਹੁੰਦੀ ਨਾ, ਉਹ ਡਿਫਰੈਂਟ ਹੋ ਜਾਂਦੀ ਹੈ। ਪਤਾ ਲੱਗ ਜਾਂਦਾ ਮੈਨੂੰ ਵੀ, ਮੈਂ ਕਿੰਨਾ ਗੱਲਾਂ ਵੀ ਕਰਦਾ ਨਾ, ਮੈਨੂੰ ਪਤਾ ਲੱਗ ਜਾਂਦਾ ਉਹ ਚੀਜ਼ ਅੰਦਰੋਂ, ਜਿੱਦਾਂ ਭਾਵ ਵਾਂਗੂ ਅੰਦਰੋਂ ਪਤਾ ਲੱਗਦਾ। ਨਿੱਜਰ ਸਾਹਿਬ ਕਿ ਨਹੀਂ ਲੱਗਦਾ? ਬਿਲਕੁਲ ਲੱਗਦਾ।
ਉਹ ਟੈਂਪਰੇਚਰ ਚੜਦਾ ਹੈ। ਹੁਣ ਜਦੋਂ ਸੀਟੀ ਵੱਜਦੀ ਇੱਕਦਮ ਥੋੜੀ ਸੀਟੀ ਵੱਜਦੀ, ਉਸ ਤੋਂ ਪਹਿਲਾਂ ਪ੍ਰੈਸ਼ਰ ਬਣਦਾ ਉਹਦੇ ਅੰਦਰ। ਇਸੇ ਹੀ ਤਰ੍ਹਾਂ ਹਉਮੈ ਇੱਕਦਮ ਨਹੀਂ ਪ੍ਰਗਟ ਹੁੰਦੀ, ਹਉਮੈ ਪ੍ਰਗਟ ਹੋਣ ਤੋਂ ਪਹਿਲਾਂ ਤੁਹਾਡੀ ਐਕਟਿੰਗ ਚੇਂਜ ਹੋ ਜਾਂਦੀ ਹੈ। ਤੁਸੀਂ ਵੇਖੋ ਕਿੱਦਾਂ ਦੀਆਂ ਗੱਲਾਂ ਕਰਦੇ ਜੋ, ਔਰ ਉਹ ਪੈਦਾ ਹੁੰਦੀ ਹੈ। ਉਹ ਅਜੇ ਪ੍ਰਗਟ ਨਹੀਂ ਹੋਈ, ਪਰ ਅੰਦਰ ਉਹ ਐਕਟੀਵਿਟੀ ਸ਼ੁਰੂ ਹੋ ਗਈ। ਬਿਲਕੁਲ। ਤੇ ਉਹ ਫਿਰ ਕਹਿੰਦੇ ਜੇ ਐਕਟੀਵਿਟੀ ਸ਼ੁਰੂ ਹੋ ਗਈ, ਤੁਹਾਨੂੰ ਖਤਮ ਕਰਨ ਦਾ ਤਰੀਕਾ ਹੈ ਜਿੱਦਾਂ ਆਪਾਂ ਬੁਖਾਰ ਚੜ ਜੇ, ਫਿਰ ਆਪਾਂ ਗੋਲੀ ਖਾਂਦੇ ਹਾਂ, ਬੁਖਾਰ ਉਤਰ ਜਾਂਦਾ ਨਾ, ਆਪਣਾ ਸਰੀਰ ਦਾ ਟੈਂਪਰੇਚਰ ਨਾਰਮਲ ਹੋ ਜਾਂਦਾ। ਫਿਰ ਉਹ ਕਹਿੰਦੇ ਆ ਕਿ ਜਦੋਂ ਤੂੰ ਭਗਤੀ ਕਰੇਗਾ, ਬੰਦਗੀ ਕਰੇਗਾ, ਫਿਰ ਕੀ ਹੋਊਗਾ ਕਿ ਹਉਮੈ ਮੈਲ ਬਿਖ ਉਤਰੇ। ਜਿਹੜੀ ਤੇਰੀ ਮੈਲ ਹੈ ਨਾ ਤੇਰੇ ਮਨ ਨੂੰ, ਉਹ ਬਾਣੀ ਕਹਿੰਦੀ ਨਾ ਮਨ ਕਾਲਾ ਹੋਇਆ ਸਵਾ, ਇਹ ਫਿਰ ਹੌਲੀ ਹੌਲੀ ਚਮਕੇਗਾ। ਬਿਲਕੁਲ। ਫਿਰ ਕੀ ਹੋਊਗਾ, ਫਿਰ ਹੌਲੀ ਹੌਲੀ ਜਿੱਦਾਂ ਚੜੀ ਆ ਉਸੇ ਤਰ੍ਹਾਂ ਹੀ ਹੌਲੀ ਹੌਲੀ ਕਰਕੇ ਮੈਲ ਉਤਰੇਗੀ। ਤੇ ਜਦੋਂ ਮੈਲ ਉਤਰੇਗੀ ਤੇ ਫਿਰ ਕੀ ਹੋਊਗਾ, ਫਿਰ ਨਾਲ ਹੀ ਕਹਿੰਦੇ ਆ ਹਰ ਅੰਮ੍ਰਿਤ ਨਹੀਂ, ਹਰ ਅੰਮ੍ਰਿਤ ਹਰ ਉਰਤਾਰ। ਤੇਰੇ ਉਰ ਚ ਆ ਜਾਏਗਾ ਅੰਮ੍ਰਿਤ। ਹਾਂ, ਫਿਰ ਅੰਮ੍ਰਿਤ ਆਊਗਾ ਤੇ ਫਿਰ ਅੰਮ੍ਰਿਤ ਖਰਾਬ ਨਹੀਂ ਹੋਊਗਾ। ਕਿਉਂ ਨਹੀਂ ਖਰਾਬ ਹੋਊਗਾ? ਕਿਉਂਕਿ ਦੁੱਧ ਚ ਹੁਣ ਜ਼ਹਿਰ ਨਹੀਂ ਨਾ ਪਾ ਰਹੇ ਆਪਾਂ। ਫਿਰ ਹਾਲ ਤੇ ਦੁੱਧ ਚ ਆਪਾਂ ਜ਼ਹਿਰ ਪਾ ਦਿੰਦੇ ਹਾਂ, ਉੱਥੇ ਜ਼ਹਿਰ ਉੱਥੇ ਹਰਿਆ ਹੋ ਜਾਂਦਾ, ਨੀਲਾ ਹੋ ਜਾਂਦਾ ਦੁੱਧ। ਬਿਲਕੁਲ। ਹਾਂ, ਇਸੇ ਤਰ੍ਹਾਂ ਫਿਰ ਤੇਰੀ ਜ਼ਿੰਦਗੀ ਜਿਹੜੀ ਹੈ ਨਾ ਉਹ ਅੰਮ੍ਰਿਤ ਬਣ ਜੂਗੀ। ਹੁਣ ਅੰਮ੍ਰਿਤ ਅੰਦਰ ਕੋਈ ਮਗਧ ਨਹੀਂ ਪਿਆ ਜਿਹੜਾ ਤੁਹਾਡਾ ਅੰਦਰ ਉਹ ਅੰਮ੍ਰਿਤ ਬਣਨਾ। ਤੁਹਾਡਾ ਜੀਵਨ, ਕਿਉਂਕਿ ਹਉਮੈ ਬਾਹਰ ਆ ਗਈ ਆ। ਬਿਲਕੁਲ। ਫਿਰ ਤੁਸੀਂ ਜੋ ਕਹੋਗੇ, ਜੋ ਤੁਸੀਂ ਬੋਲੋਗੇ, ਜੋ ਤੁਸੀਂ ਖਾਓਗੇ, ਜੋ ਤੁਸੀਂ ਬੀਜੋਗੇ, ਜੋ ਤੁਸੀਂ ਵੱਢੋਗੇ, ਉਹ ਸੱਚ ਆ। ਬਿਲਕੁਲ। ਅੰਮ੍ਰਿਤ ਅੰਦਰ ਹੀ ਪ੍ਰਗਟ ਹੋ ਜਾਣਾ, ਅੰਦਰੋਂ ਹੀ ਆ ਜਾਣਾ ਅੰਮ੍ਰਿਤ। ਹਾਂ, ਤੇ ਜਦੋਂ ਤੁਹਾਡੀ ਬਾਹਰੀ ਚੀਜ਼ਾਂ ਸਹੀ ਹੋਣ ਡੈ ਪਈਆਂ, ਉਹ ਬੁੱਲਾ ਤੇ ਕਹਿੰਦਾ ਮੈਂ ਤੇ ਆਪਣੇ ਆਪ ਨੂੰ ਸਹੀ ਕੀਤਾ। ਬਿਲਕੁਲ ਸਹੀ। ਮਤਲਬ ਤੇ ਉਹ ਅੰਮ੍ਰਿਤ ਪ੍ਰਗਟ ਹੋ ਗਿਆ। ਪਰ ਆਪਾਂ ਆਪਣੇ ਆਪ ਨੂੰ ਥੋੜੀ ਸਹੀ ਕਰਦੇ, ਆਪਾਂ ਦੁਨੀਆ ਨੂੰ ਸਹੀ ਕਰਨ 'ਚ ਲੱਗ ਜਾਂਦੇ ਆ। ਤੇ ਉਹ ਤੇ ਸਹੀ ਹੁੰਦੇ ਨੀ ਆ। ਉਹ ਕਹਿੰਦੇ ਪਹਿਲਾਂ ਤੂੰ ਹੋ ਜਾ, ਤੈਨੂੰ ਵੇਖ ਕੇ ਤੇ ਅਸੀਂ ਹੋ ਜਾਾਂਗੇ। ਪਾਪਾ ਕਹਿੰਦੇ ਨਹੀਂ, ਪਹਿਲਾਂ ਤੂੰ ਸਹੀ ਹੋ ਫਿਰ ਮੈਂ ਹੋਊਂਗਾ। ਤੇ ਉਹ ਕਿਸੇ ਨੇ ਤੇ ਹੋਣਾ ਨੀ, ਉਹ ਤੇ ਇਜ਼ ਨੋਟ ਪੋਸੀਬਲ। ਕਿਉਂਕਿ ਉਹ ਇੱਕ ਹਰ ਮਨੁੱਖ ਜਿਹੜਾ ਆਪਣੀ ਅਲੱਗ-ਅਲੱਗ ਯਾਤਰਾ ਤੇ ਨਿਕਲਿਆ ਹੋਇਆ, ਔਰ ਉਹ ਉਸਨੇ ਉੱਧਰ ਹੀ ਜਾਣਾ ਜਿੱਧਰ ਉਹਦਾ ਮਨ ਕਰਦਾ। ਤੁਹਾਡੇ ਕਿਹਾ ਤੇ ਕੁਛ ਨੀ ਕਰੂਗਾ। ਹਾਂ, ਇਹ ਆ ਕਿ ਡਰ ਡੁਰ ਕੇ ਬਾਹਰੋਂ ਕਰਨਾ ਬੰਦ ਕਰ ਦੂਗਾ, ਪਰ ਅੰਦਰੋਂ ਉਹਨੇ ਸੰਗਤ ਉਸੇ ਚੀਜ਼ ਦੀ ਕਰਨੀ ਹੈ। ਬਿਲਕੁਲ। ਜਿਹੜਾ ਲਖਨਊ ਦੇ ਵਿੱਚ ਜੇ ਤੁਸੀਂ ਹੁਣ ਕਹੋ ਵੀ ਪਹਿਲੇ ਆਪ ਤੇ ਗੱਡੀ ਨਿਕਲ ਜਾਣੀ ਹੈ ਭਾਈ, ਦੋਨਾਂ ਦਾ ਜੀਵਨ ਖਤਮ ਹੋ ਜਾਣਾ। ਹਾਂ, ਤੇ ਇਸ ਕਰਕੇ ਠੀਕ ਹੈ ਜੀ, ਅੰਮ੍ਰਿਤ ਬਣਾਉਣਾ ਹੈ। ਅੰਮ੍ਰਿਤ ਕਿੱਦਾਂ ਬਣੇਗਾ? ਤੇ ਉਹ ਬਾਣੀ ਤੇ ਕਹਿੰਦੇ ਆ ਕਿ ਭਗਤੀ ਕਰੋ। ਕੱਲ ਵੀ ਆਇਆ ਸੀ, ਕਹਿੰਦੇ ਭਗਤੀ ਕਰ ਲਓ। ਕਿਹੜੀ ਉਹਨਾਂ ਨੇ ਦਿਖਿਆ ਦਿੱਤੀ ਸੀ? ਪਰਮਾਤਮਾ ਦੀ ਭਗਤੀ। ਹਾਂ, ਕੱਲ ਕਹਿੰਦੇ ਦਿਖਿਆ ਦਿੱਤੀ ਸੰਤਾਂ ਨੇ। ਹਾਂ, ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸਮਿਓ, ਤਿਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦਿਓ। ਹਾਂ, ਉਹ ਕਹਿੰਦੇ ਦਿਖਿਆ ਦਿੱਤੀ ਸੀ। ਅੱਜ ਵੀ ਉਹ ਕਹਿੰਦੇ ਕਿ ਹਉਮੈ ਉਤਰ ਜਾਏਗੀ, ਬਟ ਇਹ ਕਿ ਫਲਾਨੀ ਜਿਹੜੀ ਭਗਤੀ ਦੀ ਦਵਾਈ ਤੈਨੂੰ ਖਾਣੀ ਪਊਗੀ। ਫਿਰ ਉਹ ਜਦੋਂ ਉਹ ਫਿਰ ਦੱਸਦੇ ਨੇ, ਫਿਰ ਡਾਕਟਰ ਕਹਿੰਦੇ ਨੇ ਕਿ ਫਲਾਨੀ ਚੀਜ਼ ਦਾ ਪਰਹੇਜ਼ ਕਰਨਾ ਹੈ, ਕਿਉਂਕਿ ਤੂੰ ਬਿਮਾਰ ਹੈ ਔਰ ਇਹ ਚੀਜ਼ ਬਿਲਕੁਲ ਨਹੀਂ ਖਾਣੀ। ਜਿੱਦਾਂ ਕਹਿੰਦੇ ਨਾ ਕਿ ਜਿਹਦੇ ਜੁਆਇੰਟ ਪੇਨ ਕਰਦੇ ਆ, ਜਿਹਦਾ ਸਰੀਰ ਦਰਦ ਕਰਦਾ, ਉਹ ਕਹਿੰਦੇ ਬਈ ਤੂੰ ਏਦਾਂ ਕਰ, ਹਵਾਈ ਚੀਜ਼ਾਂ ਨਹੀਂ ਖਾਣੀਆਂ, ਚੌਲ ਨਹੀਂ ਖਾਣੇ, ਕੜੀ ਨਹੀਂ ਖਾਣੀ, ਲੱਸੀ ਨਹੀਂ ਪੀਣੀ, ਫਲਾਨੀਆਂ ਚੀਜ਼ਾਂ ਤੂੰ ਨਹੀਂ ਖਾਣੀਆਂ, ਚੰਗੀਆਂ ਨਹੀਂ ਤੇਰੇ ਲਈ। ਜਿੱਦਾਂ ਮਾਂ ਹੈਗੇ ਆ, ਤੇ ਹੁਣ ਮੇਰੇ ਵਰਗਾ ਉਹੀ ਖਾਈ ਜਾਵੇ ਤੇ ਮੁੜ ਕੇ ਕਵੇ ਸਰੀਰ ਸਹੀ ਹੋ ਜੇ, ਉਹ ਕਿੱਥੋਂ ਹੋਊ? ਪਰਹੇਜ਼ ਨਹੀਂ ਨਾ ਕਰ ਰਿਹਾ ਉਹ। ਬਿਲਕੁਲ। ਛੱਡਣ ਨੂੰ ਨਹੀਂ ਕਹਿ ਰਹੇ, ਉਹ ਕਹਿੰਦੇ ਪਰਹੇਜ਼ ਕਰਦੇ, ਕਿਉਂਕਿ ਤੇਰੇ ਅੰਦਰ ਸਰੀਰ 'ਚ ਸ਼ਕਤੀ ਨਹੀਂ ਹੈਗੀ। ਉਹ ਨਹੀਂ ਕਹਿੰਦੇ ਕਿ ਤੂੰ ਖਾਣਾ ਬੰਦ ਕਰ ਦੇ, ਕਹਿੰਦੇ ਖਾ, ਪਰ ਉਹ ਚੀਜ਼ ਖਾ ਜਿਹੜੀ ਤੇਰੇ ਸਰੀਰ ਲਈ ਅਜੇ ਸੂਟੇਬਲ ਆ, ਅਜੇ ਤੈਨੂੰ ਡਿਸਟਰਬ ਨਹੀਂ ਕਰਦੀ। ਮਤਲਬ ਕਹਿੰਦੇ ਆ ਕਿ ਤੇਰਾ ਦਿਲ ਕਰਦਾ ਖਾਣ ਨੂੰ, ਤੂੰ ਨਾ ਖਾ। ਮਤਲਬ ਮੈਂ ਹੋਰ ਸੌਖਾ ਕਰਾਂ, ਮਤਲਬ ਇਹ ਕਿ ਤੇਰਾ ਦਿਲ ਕਰਦਾ ਮਾੜੇ ਕਰਮ ਕਰਨ ਨੂੰ, ਤੂੰ ਏਦਾਂ ਕਰ, ਗੁਰੇਜ਼ ਕਰ, ਪਰਹੇਜ਼ ਕਰ ਲਾ। ਖਤਮ ਨਹੀਂ ਹੋਏ, ਮਤਲਬ ਹਜੇ ਤੇਰੀ ਅਵਸਥਾ ਹੀ ਨਹੀਂ ਬਣੀ, ਪਰ ਤੂੰ ਪਰਹੇਜ਼ ਕਰ ਲਈ। ਤੇਰੇ ਅੰਦਰੋਂ ਵਿਚਾਰ ਆ ਗਿਆ ਕਰਨ ਵਾਸਤੇ, ਪਰ ਤੂੰ ਕਰੀ ਨਾ। ਉਹੀ ਪਰਹੇਜ਼ ਆ। ਸਹੀ ਹੈ ਨਾ ਸਾਹਿਬ? ਬਿਲਕੁਲ ਠੀਕ ਹੈ ਜੀ। ਸਭ ਕਾਰਜ ਤਿਨਕੇ ਸਿੱਧ ਹੈ, ਜਿਨ ਗੁਰਮੁਖ ਕਿਰਪਾ ਧਾਰ। ਕਹਿੰਦੇ ਸਾਰੇ ਕਾਰਜ ਤੇਰੇ ਸਿੱਧ ਹੋ ਜਾਣਗੇ ਪਾਏ, ਸਾਰੇ ਕਾਰਜ ਤੇਰੇ ਸਿੱਧ ਹੋ ਜਾਣਗੇ ਜੇ ਤੂੰ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਦਾ ਕਹਿਣਾ ਮੰਨ ਲਏਗਾ ਤੇ ਪਰਮਾਤਮਾ ਦੀ ਕਿਰਪਾ ਹੋ ਜਾਏਗੀ ਤੇਰੇ ਉੱਤੇ। ਸਾਰੇ ਕਾਰਜ ਤੇਰੇ ਸਿੱਧ ਹੋ ਜਾਣਗੇ। ਤੇ ਬ੍ਰਹਮ ਗਿਆਨੀ ਕੀ ਕਹਿੰਦੇ ਆ? ਬ੍ਰਹਮ ਗਿਆਨੀ ਕਹਿੰਦੇ ਆ ਭਾਈ ਦੇਖ, ਤੂੰ ਜਿੱਥੇ ਜੋ ਕੁਛ ਕਰ ਰਿਹਾ, ਜੋ ਕਰਮ ਕਾਂਡ ਕਰ ਰਿਹਾ ਸੀ, ਜੋ ਕਰ ਲੈ ਉਹਨੂੰ ਛੱਡ ਦੇ।
ਹੁਣ ਤੂੰ ਜਿਹੜਾ ਹੈਗਾ ਸੱਚ ਦੇ ਨਾਲ ਜੁੜ, ਸੱਚ ਦੀ ਭਗਤੀ ਕਰ। ਬਈ ਸੱਚ ਕੀ ਹੈ? ਸੱਚ ਉਹ ਹੈਗਾ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ। ਸੱਚ ਉਹ ਹੈਗਾ ਜਿਸ ਨੇ ਸਾਰੀ ਸ੍ਰਿਸ਼ਟੀ ਬਣਾਈ ਹੋਈ ਹੈ। ਉਹਨੂੰ ਕਹਿੰਦੇ ਧੁਰ। ਕਹਿੰਦੇ ਧੁਰੇ ਦੇ ਨਾਲ ਜੁੜ ਜਾ। ਹੁਣ ਸਭ ਤੋਂ ਉੱਪਰ ਜਿਹੜਾ ਹੈਗਾ, ਜੇ ਤੂੰ ਸੱਚ ਹੋਣਾ ਚਾਹੁੰਦਾ ਹੈ, ਜੇ ਤੂੰ ਇਸੇ ਤਰ੍ਹਾਂ ਜਨਮ ਮਰਨ ਦੇ ਨਾਲ ਗੇੜੇ ਦੇ ਵਿੱਚ ਝੂਠ ਦੇ ਨਾਲ ਹੀ ਰਹਿਣਾ ਚਾਹੁੰਦਾ ਹੈ ਤੇ ਤੇਰੀ ਮਰਜ਼ੀ ਹੈ। ਜੇ ਤੂੰ ਸੱਚ ਹੋਣਾ ਚਾਹੁੰਦਾ ਹੈ, ਕਿਉਂਕਿ ਪਰਮਾਤਮਾ ਨੂੰ ਆਪਣੀ ਵਡਿਆਈ ਥੋੜ੍ਹੀ ਨਾ ਚਾਹੀਦੀ ਹੈ। ਉਹ ਤਾਂ ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਹੀ ਮਿਲ ਕੇ ਜਿੰਨੀ ਸ੍ਰਿਸ਼ਟੀ ਹੈਗੀ ਸਾਰੀ ਪਰਮਾਤਮਾ ਨੂੰ ਵਡਿਆਉਣ ਲੱਗ ਜਾਏ ਤੇ ਉਹਨੇ ਵੱਡਾ ਥੋੜ੍ਹੀ ਨਾ ਹੋ ਜਾਣਾ। ਜੇ ਸਾਰੇ ਹੀ ਜਿਹੜੇ ਆ ਪਰਮਾਤਮਾ ਨੂੰ ਝੁਠਾਉਣ ਲੱਗ ਜਾਣ ਤੇ ਭਾਈ ਉਹਨੇ ਘਟਣਾ ਨਹੀਂ ਹੈ, ਉਹਨੇ ਤਾਂ ਇੱਕੋ ਜਿਹਾ ਰਹਿਣਾ ਹੈ। ਇਹ ਸਾਡੇ ਵਾਸਤੇ ਜਿਹੜਾ ਹੈਗਾ, ਜੇ ਸੱਚੇ ਹੋਣਾ ਚਾਹੁੰਦੇ ਆ, ਧੁਰੇ ਦੇ ਨਾਲ ਮਿਲਣਾ ਪਊਗਾ। ਤੇ ਜਿਹੜੇ ਧੁਰੇ ਦੇ ਨਾਲ ਮਿਲ ਜਾਣਗੇ ਤੇ ਉਹ ਪਰਮਾਤਮਾ ਦੇ ਨਾਲ ਮਿਲ ਜਾਣਗੇ ਭਾਈ। ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ, ਹਰ ਮੇਲੇ ਸਿਰਜਣਹਾਰ। ਇਸ ਤਰੀਕੇ ਦੇ ਨਾਲ ਆਹ ਮਾਲਕ ਨੇ ਜਿਹੜਾ ਹੈਗਾ ਵਿਧੀ ਰੱਖੀ ਹੋਈ ਆ। ਆਹ ਮਾਲਕ ਦਾ ਨਿਯਮ ਹੈਗਾ। ਜੇ ਧੁਰੇ ਨਾਲ ਮਿਲਣਾ ਹੈ ਤੇ ਭਾਈ ਸੱਚ ਦੇ ਨਾਲ ਮਿਲਣਾ ਹੈ ਤੇ ਸੱਚਾ ਜੀਵਨ ਬਣਾਉਣਾ ਪਊਗਾ। ਹਾਂਜੀ ਵੀਰ ਜੀ। ਬਿਲਕੁਲ ਸਿੱਧੀ ਗੱਲ ਕਲੀਅਰ ਕੀਤੀ ਆ। ਗਿਆਨ ਉਹ ਹੁੰਦਾ ਹੈ ਜਿਹੜਾ ਅਗਿਆਨ ਨੂੰ, ਹਨੇਰੇ ਨੂੰ ਕੱਟਦਾ, ਜਿਹੜਾ ਕਟਿੰਗ ਨਹੀਂ ਕਰ ਰਿਹਾ ਉਹ ਗੜਬੜ ਹੈ। ਤੁਸੀਂ ਚਾਕੂ ਘਰੇ ਰੱਖਿਆ ਨਾ, ਸਬਜ਼ੀ ਵੱਢਦੇ ਜੋ, ਫਰੂਟ ਵੱਢਦੇ ਜੋ, ਤੇ ਜਦੋਂ ਉਹ ਚਾਕੂ ਕੰਮ ਕਰਨਾ ਬੰਦ ਕਰ ਦਿੰਦਾ ਹੈ, ਫਿਰ ਉਹ ਸਬਜ਼ੀ ਨਹੀਂ ਕੱਟਦਾ ਜਿੱਦਾਂ ਤੁਸੀਂ ਚਾਹੁੰਦੇ ਹੋ। ਫਿਰ ਪ੍ਰੋਬਲਮ ਹੁੰਦੀ ਹੈ, ਕਿਉਂਕਿ ਗਲੀ ਸੜੀ ਸਬਜ਼ੀ ਵਿੱਚੋਂ ਕੱਢਣੀ ਪੈਂਦੀ ਆ। ਫਰੂਟ ਦੀ ਜਿਹੜੀ ਚੀਜ਼ ਅਸੀਂ ਨਹੀਂ ਖਾਣੀ, ਉਹਨੂੰ ਵੱਖ ਕਰਨਾ ਹੁੰਦਾ, ਚਾਕੂ ਦੇ ਨਾਲ ਵੱਢਣਾ ਪੈਂਦਾ। ਪਰ ਜੇ ਚਾਕੂ ਹੀ ਨਹੀਂ ਕੰਮ ਕਰ ਰਿਹਾ ਤੇ ਫਿਰ ਤੇ ਉਹ ਚਾਕੂ ਦਾ ਫਾਇਦਾ ਕੀ? ਇਸੇ ਕਰਕੇ ਬਾਣੀ ਕਹਿੰਦੀ ਕਿ ਤੈਨੂੰ ਵਿਵੇਕ ਬੁੱਧੀ ਦੀ ਲੋੜ ਹੈ। ਕਿਉਂਕਿ ਜਦੋਂ ਵਿਵੇਕ ਬੁੱਧੀ ਤੇਰੇ ਅੰਦਰ ਪੈਦਾ ਹੋ ਗਈ ਨਾ, ਤੇ ਇਹਨੇ ਝੂਠ ਨੂੰ ਵੱਢ ਦੇਣਾ। ਨਿੱਜਰ ਸਾਹਿਬ ਇਹਨੇ ਕੱਟ ਕੇ ਵਿੱਚੋਂ ਚੰਗੀ ਚੀਜ਼ ਕੱਢ ਲੈਣੀ ਹੈ। ਵਿਖਿਆ ਨੂੰ ਸਾਈਡ ਤੇ ਕਰ ਦਿੰਦੀ ਹੈ। ਬਿਲਕੁਲ ਜਿੱਦਾਂ ਬਦਾਮ ਦੀ ਗਿਰੀ ਆ, ਤੁਸੀਂ ਬੁੱਧੀ ਦੇ ਨਾਲ ਥੋੜਾ ਮਾਰਦੇ ਜੋ ਤੇ ਛਿਲਕਾ ਸਾਈਡ ਤੇ ਕਰਕੇ ਤੇ ਗਿਰੀ ਕੱਢ ਕੇ ਤੇ ਖਾ ਲੈਂਦੇ ਜੋ। ਹੁਣ ਇਹ ਥੋੜੀ ਕੋਈ ਪੱਥਰ ਥੋੜੀ ਖਾ ਕੇ ਤੁਸੀਂ ਬਿਮਾਰ ਹੋਣਾ, ਉਹਦੇ ਢਿੱਡ 'ਚ ਪ੍ਰੋਬਲਮ ਕਰ ਦੂਗਾ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਚੰਗੀ ਚੀਜ਼ ਵੀ ਆ, ਮਾੜੀ ਚੀਜ਼ ਵੀ ਆ। ਤੁਹਾਡੀ ਬੁੱਧੀ ਨੇ ਉਹਦਾ ਆਪਰੇਸ਼ਨ ਕਰਨਾ। ਮਾੜੀ ਚੀਜ਼ ਤੁਸੀਂ ਸਾਈਡ ਤੇ ਕਰ ਦਿੰਦੇ ਜੋ। ਉਹ ਕਹਿੰਦੇ ਨੇ ਸੰਤੋ ਮਾਖਣ ਕਾਇਆ ਸਾਜ ਪੀਏ ਜਗ ਸਾਰਾ। ਸਾਜ ਪੀਏ ਸੰਸਾਰ। ਸੰਸਾਰ ਕੀ ਲੱਸੀ ਪੀ ਜਾਂਦਾ, ਉਹ ਸੰਤ ਕੀ ਮੱਖਣ ਥੋੜੀ ਖਾਂਦੇ। ਉੱਥੇ ਕਿਹੜੀ ਮੱਝ ਬੱਧੀ ਹੈ। ਉਹ ਕਹਿੰਦੇ ਕਿ ਜਿਹੜਾ ਮੱਖਣ ਦਾ ਮਤਲਬ ਸਾਰ ਕੱਢ ਲੈਂਦੇ ਹੋ। ਬਦਾਮ ਦੀ ਗਿਰੀ ਕੱਢ ਲੈਂਦੇ ਆ। ਗੋਰਖੀ ਸਾਹਿਬ, ਜਿਹੜੀ ਚੀਜ਼ ਜਿਹੜੀ ਸਾਰ ਚੀਜ਼ ਹੈਗੀ ਆ ਨਾ, ਉਹ ਸਾਰ ਚੀਜ਼ ਦੇ ਉੱਤੇ ਜਿਹੜਾ ਹੈਗਾ ਨਾ, ਉਹ ਬੜੇ ਕੁਦਰਤ ਨੇ ਜਿਹੜੀ ਹੈਗੀ ਬੜੀ ਚੰਗੀ ਤਰੀਕੇ ਨਾਲ ਉਹਨੂੰ ਬੰਦ ਕੀਤਾ ਹੋਇਆ। ਉਹਨੂੰ ਐਵੇਂ ਨਹੀਂ ਮਿਲਣੀ। ਉਹਦੇ ਵਾਸਤੇ ਮਿਹਨਤ ਕਰਨੀ ਪੈਣੀ ਹੈ। ਗੁਪਤ ਹਾਂ, not openly available। ਔਰ ਖਾਸ ਕਰਕੇ ਬ੍ਰਹਮ ਗਿਆਨ ਇਹ ਤੇ ਅਵੇਲੇਬਲ ਹੀ ਨਹੀਂ ਹੈਗਾ। ਇਹ ਤੇ ਇਹਦੀ ਕਥਾ ਨਹੀਂ ਹੁੰਦੀ। ਜਦੋਂ ਕਿਤੇ ਕਥਾ ਹੁੰਦੀ, ਪਤਾ ਨਹੀਂ ਕਿੰਨੇ ਟਾਈਮ ਬਾਅਦ ਹੁੰਦੀ ਹੈ। ਇਹ ਕੋਈ ਹਾਰਵਰਡ ਯੂਨੀਵਰਸਿਟੀ ਵਾਂਗੂ ਮੇਰੇ ਵਰਗੇ ਉੱਥੇ ਚੱਲ ਜਾਣਾ। ਉਹ ਕਹਿੰਦੇ ਪਹਿਲਾਂ ਪਾਤਰਤਾ ਦਿਖਾ, ਜਾਂ ਫਲਾਣਾ ਸਾਡਾ ਟੈਸਟ ਹੈਗਾ, ਟੈਸਟ ਪਾਸ ਕਰ ਤੇ ਫਿਰ ਤੈਨੂੰ ਇੱਥੇ ਕਿਤੇ ਤੇਰੀ ਲਿਸਟ 'ਚ ਨਾ ਹੀ ਆਉਣਾ ਵਾ, ਅਜੇ ਐਡਮਿਸ਼ਨ ਨਹੀਂ ਮਿਲਣੀ। ਸੋ ਇਹ ਜਿਹੜਾ ਗਿਆਨ ਹੈ ਬ੍ਰਹਮ ਦਾ ਗਿਆਨ ਹੈ। ਔਰ ਇਸ ਦੇ ਲਈ ਵੀ ਪਹਿਲਾਂ ਪਾਤਰਤਾ ਚਾਹੀਦੀ ਹੈ। ਉੱਥੇ ਲਿਸਟ 'ਚ ਨਾ ਜਾਊ, ਫਿਰ ਉੱਥੇ ਸਾਨੂੰ ਬਾਰ-ਬਾਰ ਭਗਤੀ ਬਹਿਣਾ ਪੈਂਦਾ, ਬਾਰ-ਬਾਰ ਭਗਤੀ 'ਚ ਬਹਿਣਾ ਪੈਂਦਾ। ਫਿਰ ਉਹ ਪ੍ਰਕਿਰਤੀ ਵਹਿੰਦੀ ਹੈ ਕਿ ਇਹ ਬੰਦਾ ਰੋਜ਼ ਆ ਰਿਹਾ ਹੈ, ਚਲੋ ਜੀ ਇਹਦਾ ਨਾਂ ਲਿਖ ਲਓ। ਅਜੇ ਨਾਂ ਹੀ ਲਿਖਿਆ ਹੈ, ਸਹੀ ਗੱਲ ਆ। ਐਡਮਿਸ਼ਨ ਹੋਣ ਦੇ ਨਾਲ ਤੁਸੀਂ ਪਾਸ ਨਹੀਂ ਹੋਏ, ਅਜੇ ਨਾਂ ਲਿਖਿਆ ਐਡਮਿਸ਼ਨ ਕੀ, ਹਾਂ ਬੰਦਾ ਸਿਲੈਕਟ ਹੋ ਗਿਆ। ਉਸ ਤੋਂ ਬਾਅਦ ਅੱਗੇ ਚੱਲਣਾ ਹੈ। ਬਿਲਕੁਲ ਉਹ ਟੀਚਰ ਪੜ੍ਹਾਉਣਗੇ, ਫਿਰ ਪੜ੍ਹਨਾ ਹੈ, ਫਿਰ ਪੜ੍ਹ ਕੇ ਉਹਨੂੰ ਘਰ ਜਾ ਕੇ ਪ੍ਰੈਕਟੀਕਲ ਕਰਨਾ ਹੈ। ਫਿਰ ਆਖਰ ਤੇ ਫਿਰ ਇਮਤਿਹਾਨ ਲੈਂਦੇ ਆ। ਉਹ ਕਹਿੰਦੇ ਜੀ ਪ੍ਰੈਕਟੀਕਲ ਕਰੀਏ। ਸਾਇੰਸ ਦੇ ਵਿੱਚ ਨਿੱਜਰ ਸਾਹਿਬ ਪ੍ਰੈਕਟੀਕਲ ਹੁੰਦੇ ਹੀ ਸੀ। ਬਗੈਰ ਪ੍ਰੈਕਟੀਕਲ ਦੇ ਤਾਂ ਗੋਰਖੀ ਸਾਹਿਬ ਪਤਾ ਹੀ ਨਹੀਂ ਲੱਗਦਾ। ਹੁਣ ਤੁਸੀਂ ਥਿਓਰੀ ਪੜ੍ਹ ਲਈ ਹੈ, ਸਾਰਾ ਜਿਹੜਾ ਹੈਗਾ ਗਾਹਾਂ ਕੋਈ ਆਪਰੇਸ਼ਨ ਕੀਤਾ ਨਹੀਂ ਹੈ, ਜਾ ਕੇ ਤੁਸੀਂ ਉਹਦੀਆਂ ਨਸਾਂ ਜਿਹੜੀਆਂ ਵੱਢਤੀਆਂ ਬੰਦੇ ਨੂੰ ਮਾਰ ਦੋਗੇ ਤੁਸੀਂ।
ਠੀਕ ਹੈ ਜੀ ਸਾਧ ਸੰਗਤ ਜੀ। ਇਸ ਕਰਕੇ ਕਹਿੰਦੇ ਨੇ ਕਿ ਕਹਿੰਦੇ ਸਭ ਕਾਰਜ ਤਿਨਕੇ ਸਿੱਧ ਹੈ ਜਿਨ ਗੁਰਮੁਖੇ ਕਿਰਪਾ ਤਾਰ। ਗੁਰੂ ਦੇ ਰਾਹੀਂ ਜਿਨ੍ਹਾਂ ਨੂੰ ਕਿਰਪਾ, ਜਿਨ੍ਹਾਂ ਨੂੰ ਗਿਆਨ ਲੱਭ ਗਿਆ, ਜਿਹੜੇ ਧਿਆਨ ਵੱਲ ਲੱਗ ਗਏ, ਜਿਹੜੇ ਸੱਚ ਦੇ ਨਾਲ ਜੁੜ ਗਏ, ਧੁਰੇ ਦੇ ਨਾਲ ਜੁੜ ਗਏ, ਬਸ ਉਹਨਾਂ ਨੂੰ ਮਿਲਾ ਲੇਗਾ ਭਾਈ। ਪਰਮਾਤਮਾ ਨੇ ਆਹ ਨਿਯਮ ਰੱਖਿਆ ਹੋਇਆ। ਹਾਂ ਠੀਕ ਹੈ ਜੀ। ਸੋ ਇਹ ਗੱਲਾਂ ਬਾਤਾਂ ਹੈਗੀਆਂ ਨੇ। ਸਭ ਕਾਰਜ ਤਿਨਕੇ ਸਿੱਧ ਆ। ਉਹ ਕਾਰਜ ਤੇ ਆਪੇ ਸਿੱਧ ਹੋ ਜਾਣੇ ਆ। ਤੁਸੀਂ ਇਹਨੂੰ ਪ੍ਰੋਸੀਜਰ ਨੂੰ ਫੋਲੋ ਕਰਤਾ, ਜੋ ਟੀਚਰ ਨੇ ਕਹਿਤਾ ਤੁਸੀਂ ਕਰਤਾ ਤੇ ਗੱਲ ਖਤਮ ਹੋ ਗਈ। ਬਿਲਕੁਲ। ਉਹਨਾਂ ਨੇ ਦੱਸਣਾ ਕਿ ਵੀ ਇੱਦਾਂ ਦਾ ਕਰੀ ਜੋ, ਇਹ ਭਗਤੀ ਕਰਨੀ ਆ, ਇੱਥੇ ਆਹ ਚੀਜ਼ ਫੜਨੀ ਆ, ਆਹ ਚੀਜ਼ ਛੱਡਣੀ ਆ। ਵੈਸੇ ਬਾਣੀ ਦੇ ਵਿੱਚ ਤੇ ਇੱਕ ਇੱਕ ਚੀਜ਼ ਦੱਸੀ ਹੈ। ਇਹਦੇ ਬਾਵਜੂਦ ਵੀ ਬਾਣੀ ਕਹਿੰਦੀ ਕਿ ਜਾਣਤ ਵੀ ਔਗਣ ਕਰੇ ਤੇ ਫਿਰ ਬਾਣੀ ਕੀ ਕਰੇ? ਉਹ ਕਹਿੰਦੇ ਹਾਥ ਦੀਪਕ ਕੂਏ ਪੈਰ ਧਰੇ। ਫਿਰ ਤੇ ਵੀ ਉਹਦੀ ਮਰਜ਼ੀ ਆ ਨਾ, ਉਹਨੇ ਤਾਂ ਖੁਦ ਡਿਸੀਜਨ ਲਿਆ ਨਾ, ਫੈਸਲਾ ਤੇ ਉਹਦਾ ਉਹ ਫੈਸਲਾ ਤੁਹਾਡਾ ਹੈ। ਇੱਥੇ ਬਾਣੀ ਕਹਿੰਦੀ ਆ ਫਲਾਣਾ ਕੰਮ ਛੱਡ ਦੋ, ਉਹਦੇ ਬਾਵਜੂਦ ਤੇ ਨਹੀਂ ਛੱਡਣ ਦੇ, ਤੇ ਇਹਦੇ ਲਈ ਤੇ ਬਾਣੀ ਤੇ ਜ਼ਿੰਮੇਵਾਰ ਤੇ ਨਹੀਂ ਨਾ। ਹੁਣ ਡਾਕਟਰ ਤੇ ਕਹਿੰਦੇ ਆ ਕਿ ਚਰਨਜੀਤ ਲੱਸੀ ਨਹੀਂ ਪੀਣੀ, ਚਰਨਜੀਤ ਨੇ 5 ਲੀਟਰ ਦਾ ਜੱਗ ਅੱਗੇ ਰੱਖਿਆ ਹੈ। ਡਾਕਟਰ ਮੇਰੇ ਘਰੋਂ ਤੇ ਆਉਣਾ ਰਿਹਾ ਤੇ ਨਾ ਡਾਕਟਰ ਕਿਸੇ ਦੇ ਘਰ ਜਾਂਦਾ। ਉਹ ਕਹਿੰਦਾ ਪੁੱਤਰ ਤੂੰ ਲੱਸੀ ਜਿੰਨੀ ਮਰਜ਼ੀ ਪੀ, ਫਲਾਣੀ ਚੀਜ਼ ਜਿਹੜੀ ਮਰਜ਼ੀ ਖਾ, ਪਰ ਤੇਰਾ ਦੁੱਖ ਓਨਾ ਹੀ ਜ਼ਿਆਦਾ ਟਾਈਮ ਲਾਊਗਾ। ਪਰ ਪਰਹੇਜ ਕਰਿਆ ਤੂੰ ਛੇਤੀ ਠੀਕ ਹੋ ਜਾਏਗਾ। ਇਹ ਸਾਡੀ ਮਰਜ਼ੀ ਆ। ਕਾਰਜ ਸਿੱਧ ਕਿੱਥੋਂ ਹੋਣਾ ਵਾ ਜਦੋਂ ਤੁਸੀਂ ਪਰਹੇਜ ਕੀਤਾ? ਬਿਲਕੁਲ। ਕਾਰਜ ਕਿੱਦਾਂ ਸਿੱਧ ਹੋਊਗਾ? ਹੁਣ ਮੇਰੇ ਕੋਲ ਇੱਥੇ ਮੰਜਾ ਲੰਮੇ ਪਿਆ ਵਾਂ ਤੇ ਕੰਮ ਤੇ ਮੈਂ ਜਾਂਦਾ ਨਹੀਂ, ਤੇ ਮੇਰਾ ਕਾਰਜ ਕਿੱਥੋਂ ਸਿੱਧ ਹੋਊਗਾ? ਜਿਸ ਟਾਈਮ ਤੇ ਕੰਮ ਤੇ ਜਾਣਾ ਉਸ ਟਾਈਮ ਤੇ ਮੈਂ ਸੁੱਤਾ ਵਾਂ। ਕੰਮ ਤੇ ਕਾਰਜ ਉਦੋਂ ਸਿੱਧ ਹੋਣਾ ਹੈ ਜਦੋਂ ਤੁਸੀਂ ਕੰਮ ਤੇ ਆਪਣੇ ਆਪ ਨੂੰ ਪੂਰੀ ਸ਼ਕਤੀ ਲਾਉਣੀ ਹੈ ਉੱਥੇ। ਔਰ ਬਾਣੀ ਕਹਿੰਦੀ ਹੈ ਕਿ ਗਏ ਮਸਕਤ ਕਾਲ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਆਹੋ ਕਹਿੰਦੇ ਜਿੰਨਾ ਨਾਮ ਤੇ ਆਇਆ ਦਾ ਮਤਲਬ ਕੀ ਹੋਇਆ? ਧਿਆਨ ਇੱਕ ਵਾਰੀ ਨਹੀਂ, ਪਤਾ ਨਹੀਂ ਧਿਆਨ ਕਿੰਨਾ ਕੁ ਲਾਇਆ, ਕਿੰਨੀ ਮਿਹਨਤ ਕੀਤੀ। ਫਿਰ ਕਹਿੰਦੇ ਮਸਕਤ ਗਏ ਕਾਲ, ਬਹੁਤ ਮਿਹਨਤ ਕੀਤੀ, ਮਸਕਤ ਕੀਤੀ ਨਾ। ਕਹਿੰਦਾ ਬੰਦਾ ਬਹੁਤ ਮਿਹਨਤ ਮਸਕਤ ਕਰਦਾ, ਕਹਿੰਦੇ ਬਹੁਤ ਮਿਹਨਤ ਕੀਤੀ। ਉਹ ਨਹੀਂ ਕਹਿੰਦੇ ਈਜ਼ੀ ਜੋਬ, ਇਜ਼ ਨੋਟ ਈਜ਼ੀ ਜੋਬ। ਤੇ ਫਿਰ ਕਹਿੰਦੇ ਨਾਨਕ ਤੇ ਮੁਖ ਉਜਲੇ ਤੇ ਕੀਤੀ ਛੁੱਟੀ ਨਾਲ। ਫਿਰ ਉਹ ਮੁਕਤ ਹੋ ਜਾਂਦੇ, ਉਜਲੇ ਹੋ ਜਾਂਦੇ ਆ। ਉਜਲੇ ਦਾ ਮਤਲਬ ਕੀ ਹੈ? ਉੱਥੇ ਕੋਈ ਲਾਈਟ ਜਗਣ ਡਿਆ ਪੈਂਦੀ ਮੇਰੇ ਮੂੰਹ ਤੇ? ਨਹੀਂ। ਉਜਲੇ ਦਾ ਮਤਲਬ ਮੇਰੀ ਜ਼ਿੰਦਗੀ ਸੱਚ ਹੋ ਗਈ, ਮੈਂ ਸੱਚ 'ਚ ਜੀ ਰਿਹਾ। ਹੁਣ ਮੇਰੇ ਜੀਵਨ 'ਚ ਝੂਠ ਨਹੀਂ ਹੈਗਾ, ਮਾਇਆ ਨਹੀਂ ਹੈਗੀ, ਮੈਂ ਵਿਖ ਨਹੀਂ ਹੈਗੀ। ਉਹ ਮੁੱਖ ਉਜਲੇ ਆ। ਉਜਲੇ ਅੰਦਰ ਕਿਹੜਾ ਸਾਡੇ ਬਲਬ ਜਗੰਦੇ ਆ ਕੋਈ? ਜਦੋਂ ਤੁਸੀਂ ਉਜਲੇ ਹੋ ਗਏ, ਫਿਰ ਕਬੀਰ ਸਾਹਿਬ ਤੇ ਕਲੇਮ ਕਰ ਦਿੰਦੇ, ਰਾਮ ਕਬੀਰਾ ਏਕ ਬੈ ਤੇ ਕੋਈ ਨਾ ਸਕੇ ਪਛਾਣੀ। ਉਹ ਕਹਿੰਦੇ ਮੈਂ ਬ੍ਰਹਮ ਹੋ ਗਿਆ ਵਾਂ, ਮੇਰੇ 'ਚ ਬੇਈਮਾਨੀ ਖਤਮ ਹੋ ਗਈ ਆ, ਉਹ ਮੈਨੂੰ ਨਹੀਂ ਚਾਹੀਦਾ। ਆਹ ਧਨ ਧੁਨ ਤੁਹਾਡਾ, ਮੈਂ ਤੁਹਾਨੂੰ ਕੀ ਕਰਨਾ? ਆ ਲੈ ਜਾਓ ਚੁੱਕ ਕੇ। ਉਲਟਾ ਸਗੋਂ ਮੇਰੀ ਕਪਾਹ ਮੈਂ ਕੱਤੀ ਆ, ਮੇਰੇ ਸੂਟ ਲੈ ਜਾਓ, ਉਹਨੂੰ ਵੇਚੋ, ਲੰਗਰ ਲਾਓ ਉਹਦਾ। ਤੁਹਾਡੇ ਪੈਸੇ ਨਹੀਂ ਮੈਨੂੰ ਚਾਹੀਦੇ। ਆਪ ਜਸਟ ਸੋਚੋ ਕਿ ਮਾੜਾ ਜਿਹਾ ਬੰਦਾ ਕਹਿ ਦਿੰਦਾ ਸੀ ਕਿ ਲਿਆਓ ਜੀ ਤੁਹਾਡੇ ਪਿਓ ਉੱਥੇ ਭੁੱਖਾ ਬੈਠਾ, ਹੁਣ ਦੁੱਧ ਚਾਹੀਦਾ, ਲਿਆਓ ਗਾਂ ਲਿਆਓ, ਕੱਪੜੇ ਲਿਆਓ, ਤੇ ਲੋਕੀ ਲੈ ਕੇ ਚੱਲ ਜਾਂਦੇ ਸੀ। ਹੁਣ ਵੀ ਵੇਖੋ ਕਿੱਦਾਂ ਲੋਕੀ ਪਿੱਤਰ ਪੂਜਾ ਕਰਦੇ ਆ। ਤੇ ਕਬੀਰ ਸਾਹਿਬ ਨਹੀਂ ਕਹਿ ਸਕਦੇ ਸੀ ਲਿਆਓ ਜੀ ਮੈਂ ਤੁਹਾਡੇ ਕੇ ਪੁੱਤਰ ਪੱਤਰ ਦਾ ਇਹਦਾ ਕੀ ਕਹਿੰਦੇ ਉਹਨੂੰ ਉਪਾਅ ਕਰ ਦਿੰਦਾ, ਲੈ ਮੈਂ ਕਰ ਦਿੰਦਾ ਵਾ। ਇੱਥੇ ਵੇਖੋ ਕਿੱਦਾਂ ਭੀੜ ਇਕੱਠੀ ਹੁੰਦੀ। ਮੈਂ ਕੱਲ ਇੱਥੇ ਮਾੜਾ ਜਿਹਾ ਕਮਰਾ ਪਾ ਕੇ ਮੈਂ ਇੱਥੇ ਕਹਿਣਾ ਕਿ ਆਪਣੇ ਦੁੱਖਾਂ ਦਾ ਇਲਾਜ ਕਰਾਓ। ਉੱਥੇ 100-150 ਦਾ ਫਾਂਡਾ ਕਰੂੰਗਾ, 20-25 ਦਾ ਆਪਣੇ ਆਪ ਹੀ ਹੋ ਜਾਣਾ ਵਾ। ਬਿਲਕੁਲ। 70 ਭੱਜ ਜਾਣਗੇ, 30 ਆ ਜਾਣਗੇ, 30 ਨੇ 60-65 ਹੋਰ ਲੈ ਆਉਣੇ ਆ। ਉਹਨਾਂ 'ਚ 30 ਦਾ ਕੰਮ ਬਣ ਜੂ, 30 ਫੇਰ ਭੱਜ ਜਾਣਗੇ। ਸੋ ਏਦਾਂ ਦੁਨੀਆ ਚੱਲ ਰਹੀ ਆ। ਹੁਣ ਨਿਰਮਲ ਬਾਬਾ ਵੇਖੋ, ਉਹ ਕਹਿੰਦਾ ਵਿਸਕੀ ਪੀਓ, ਸ਼ਰਾਬ ਪੀਓ, ਆ ਫਲਾਣਾ ਕੰਮ ਕਰੋ, ਸਿਗਰਟ ਕਿਹੜੀ ਪੀਂਦੇ ਆ। ਉੱਥੇ ਕਿਰਪਾ ਰੁਕੀ ਆ। ਹੁਣ ਕਈਆਂ ਦੀ ਖੁੱਲ ਵੀ ਜਾਂਦੀ ਹੈ, ਉੱਥੇ ਕੁਦਰਤੀ ਕੰਮ ਹੋਣੇ ਆ। ਪਰ ਮਤਲਬ ਕਹਿਣ ਤੋਂ ਭਾਵ ਇਹ ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਹੈ। ਹਾਂਜੀ ਨਿੰਜਾ ਸਾਹਿਬ, ਫਿਰ ਉਹ ਕਹਿੰਦੇ ਆ ਇਹ ਟੌਪਿਕ ਇਹੋ ਚੱਲਣ ਦਿਆ ਵਾ ਕਿ ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਣਹਾਰ। ਇਸ ਤਰ੍ਹਾਂ ਸਿਰਜਣਹਾਰ ਮਿਲਾਉਂਦਾ ਹੈ ਜਿਹੜੇ ਉਹ ਧੁਰੇ ਦੇ ਨਾਲ ਮਿਲਦੇ ਆ ਪਾਏ, ਜਿਹੜੇ ਸੱਚ ਦੇ ਨਾਲ ਮਿਲਦੇ ਆ ਉਹਨਾਂ ਨੂੰ ਮਿਲਾ ਲੈਂਦਾ ਹੈ। ਤੇ ਆਟੋਮੈਟਿਕਲੀ ਜਿਹੜੇ ਸੱਚ ਦੇ ਨਾਲ ਮਿਲ ਗਏ ਉਹ ਸੱਚ ਹੋ ਗਏ। ਉਹਨਾਂ ਨੇ ਝੂਠ ਛੱਡ ਕੇ ਤਾਂ ਸੱਚ ਦੇ ਨਾਲ ਮਿਲਿਆ ਜਾ ਸਕਦਾ। ਹਾਂਜੀ ਵੀਰ ਜੀ। ਹਾਂ, ਤਾਂ ਸੱਚ ਉਹਨਾਂ ਚਿਰ ਤੱਕ ਨਹੀਂ ਹੋਣਾ ਜਿੰਨਾ ਚਿਰ ਤੱਕ ਤੁਸੀਂ ਜਾਗ ਨਹੀਂ ਜਾਂਦੇ। ਇਹ ਚੇਤਨਾ ਜਾਗਣੀ ਬਹੁਤ ਜ਼ਰੂਰੀ ਆ। ਅਸੀਂ ਮਾੜੇ ਕਰਮ ਕਰ ਰਹੇ ਹਾਂ, ਇਹਦਾ ਕਾਰਨ ਹੀ ਹੈ ਕਿ ਆਪਾਂ ਸੁੱਤੇ ਹਾਂ। ਬਿਲਕੁਲ।
ਕਿਉਂਕਿ ਕਹਿੰਦੇ ਜਾਨਤ ਵੀ ਔਗਣ ਕਰੇ, ਕਿਉਂਕਿ ਉਹ ਸੁੱਤਾ ਵਾ, ਉਹਨੂੰ ਗਿਆਨ ਹੀ ਨਹੀਂ ਹੈਗਾ ਨਾ। ਉਹ ਜਦੋਂ ਜਾਗ ਗਿਆ ਫਿਰ ਕੋਈ ਜ਼ਹਿਰ ਖਾਂਦਾ, ਉਹ ਕਹਿੰਦਾ ਮੈਂ ਜਾਗ ਗਿਆ, ਮੈਂ ਭੁੱਖਾ ਰਹਿ ਲੂੰਗਾ, ਐ ਨਹੀਂ ਉਹ ਦੁੱਧ ਪੀਣਾ ਮੈਂ। ਬਿਲਕੁਲ ਹਾਂ, ਉਹ ਰਿਜੈਕਟ ਕਰ ਦਿੰਦਾ ਉਹ। ਤੇ ਫਿਰ ਜਦੋਂ ਚੀਜ਼ ਰਿਜੈਕਟ ਕਰਤੀ ਤੇ ਫਿਰ ਉਹਦਾ ਸੰਸਕਾਰ ਕਿੱਥੋਂ ਬਣੂਗਾ? ਜਦੋਂ ਮੈਂ ਚੀਜ਼ ਖਾਧੀ ਨਹੀਂ, ਖਾਧੀ ਦਾ ਮਤਲਬ ਮੈਂ ਕਰਮ ਨਹੀਂ ਕੀਤਾ, ਤੇ ਮੈਨੂੰ ਉਹਦੀ ਸਜ਼ਾ ਕਿੱਥੋਂ ਮਿਲੂਗੀ? ਕਿਉਂ ਮੈਨੂੰ ਧਰਮਰਾਜ ਮੈਨੂੰ ਫੜ ਕੇ ਖੜੇਗਾ? ਤਾਈਓ ਤਾਂ ਮੈਂ ਖੁਜਲਾ ਹੋ ਰਿਹਾ ਕਿ ਜਿਹੜੀ ਚੀਜ਼ ਮਾੜੀ ਉਹਨੂੰ ਮੈਂ ਛੱਡ ਰਿਹਾ, ਔਰ ਜਿਹੜੀ ਚੀਜ਼ ਮੇਰੀ ਚੰਗੀ ਉਹ ਮੈਂ ਖਾ ਰਿਹਾ। ਗੱਲ ਖਤਮ ਹੋ ਗਈ। ਹਾਂਜੀ ਨਿਜਰ ਸਾਹਿਬ, ਅੱਗੇ ਪੌੜੀ ਆ ਗਈ ਜੀ, ਜਿਹਦੇ ਵਾਸਤੇ 2 ਸ਼ਲੋਕ ਲੱਗੇ ਸੀਗੇ। ਹੁਣ ਦੇਖ ਲਓ ਚੌਥੀ ਪਾਤਸ਼ਾਹੀ ਦੀ ਪੌੜੀ ਕੀ ਕਹਿ ਰਹੀ ਹੈ। ਪੌੜੀ, ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੋਸਾਈ। ਇਸ ਕਰਕੇ ਪਰਮਾਤਮਾ ਦੀ ਭਗਤੀ ਕਰਨੀ ਹੈ, ਕਿਉਂਕਿ ਉਹ ਹਮੇਸ਼ਾ ਰਹਿਣ ਵਾਲਾ ਹੈ। ਹਮ ਪਹਿਲਾਂ ਵੀ ਸੀਗਾ, ਹੁਣ ਵੀ ਹੈਗਾ, ਗਾਹਾਂ ਵੀ ਰਹੂਗਾ। ਉਹ ਸੱਚਾ ਹੈ। ਜੇ ਆਪਾਂ ਸੱਚ ਹੋਣਾ ਚਾਹੁੰਦੇ ਹਾਂ ਤੇ ਤਾਂ ਭਾਈ ਸੱਚ ਦੇ ਨਾਲ ਤਾਂ ਜੁੜਨਾ ਪਊਗਾ। ਇਸ ਕਰਕੇ ਕਹਿੰਦੇ ਆ ਤੇਰੀ ਭਗਤੀ ਕਰਨੀ ਲਾਜ਼ਮੀ ਹੈਗੀ। ਤੂੰ ਸੱਚਾ ਸਾਹਿਬ ਔਰ ਮਾਲਕ ਹੈਗਾ। ਉਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਸਾਨੂੰ ਵੀ ਉਸੇ ਨੇ ਬਣਾਇਆ। ਉਸੇ ਨੇ ਬਣਾਇਆ, ਉਹੀ ਸੱਚਾ ਹੈਗਾ, ਤੇ ਆਪਾਂ ਵੀ ਸੱਚ ਹੋ ਸਕਦੇ ਹਾਂ। ਨਹੀਂ ਤਾਂ ਉਹਨੇ ਆਪਾਂ ਨੂੰ ਬਣਾਇਆ, ਇਹ ਜਿਹੜਾ ਹੈਗਾ ਸਰੀਰ ਜਿਹੜਾ ਹੈਗਾ ਇਹ ਫੁੱਟ ਜਾਣਾ ਹੈ ਭਾਈ। ਫਿਰ ਵਾਪਸ ਜਿਹੜਾ ਹੈਗਾ ਪਤਾ ਨਹੀਂ ਕਦੋਂ ਫਿਰ ਜਿਹੜਾ ਹੈਗਾ ਇਹ ਵਾਰੀ ਆਊਗੀ। ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੋ ਸਾਈਂ। ਗੋ ਕਹਿੰਦੇ ਧਰਤੀ, ਸਾਈਂ ਕਹਿੰਦੇ ਆ ਮਾਲਕ। ਤੂੰ ਸੱਚ ਸੱਚਾ ਗੋ ਸਾਈਂ, ਧਰਤੀ ਦਾ ਅਸਲੀ ਮਾਲਕ ਹੈਗਾ। ਤੁਧ ਨੂੰ ਸਭ ਧਿਆਇਂਦੀ, ਸਭ ਲੱਗੇ ਤੇਰੀ ਪਾਈ। ਜਿੰਨੇ ਵੀ ਜਿਹੜੇ ਮਰਜੀ ਪਲੈਨਟ ਤੋਂ ਜਿਹੜੇ ਹੈਗੇ, ਜਿਹੜਾ ਵੀ ਬੰਦਾ ਜਿਹੜਾ ਹੈਗਾ ਪਰਮਾਤਮਾ ਨੂੰ ਜਿਹਨੇ ਵੀ ਨਿਕਲਣਾ ਹੈ ਭਾਈ ਸੱਚ ਦੇ ਨਾਲ, ਉਹ ਮਾਲਕ ਦੇ ਨਾਲ ਹੀ ਧਿਆਉਣਾ, ਉਹਦਾ ਹੀ ਧਿਆਨ ਸਿਮਰਨ ਕਰਨਾ ਪਊਗਾ, ਉਹਦੇ ਹੀ ਪੈਰੀ ਪੈਣਾ ਪਊਗਾ। ਤੇਰੀ ਸਿਫਤ ਸਵਾਲਿਓ ਸਰੂਪ ਹੈ। ਕਹਿੰਦੇ ਤੇਰੀ ਸਿਫਤ ਜਿਹੜੀ ਹੈਗੀ ਬਹੁਤ ਹੀ ਸੋਹਣੀ ਹੈ, ਸੋਹਣਾ ਕਰ ਦਿੰਦੀ ਹੈ ਇਨਸਾਨ ਨੂੰ। ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਹਨੇ ਕੀਤੀ ਤਿਸ ਪਾਰ ਲੰਘਾਈ। ਜਿਹਨੇ ਵੀ ਕੀਤੀ ਆ ਉਹ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ, ਔਰ ਸੰਸਾਰ ਸਮੁੰਦਰ ਤੋਂ ਪਾਰ ਨਿਕਲ ਜਾਂਦਾ ਹੈ। ਗੁਰਮੁਖਾਂ ਨੂੰ ਫਲ ਪਾਇੰਦਾ, ਸੱਚ ਨਾਮ ਸਮਾਈ। ਕਹਿੰਦੇ ਆ ਵੀ ਨਿਯਮ ਹੈ ਮਾਲਕ ਪਰਮਾਤਮਾ ਦਾ। ਜਿਹੜੇ ਵੀ ਗੁਰਮੁਖ ਹੈਗੇ ਆ ਇੱਥੇ, ਗੁਰਮੁਖਾਂ ਨੂੰ ਜਿਹੜੇ ਗੁਰੂ ਦੇ ਅਨੁਸਾਰ ਚੱਲ ਰਹੇ ਆ, ਕਹਿੰਦੇ ਉਹਨਾਂ ਨੂੰ ਫਲ ਦੇ ਦਿੰਦਾ ਹੈ ਮਾਲਕ ਪਰਮਾਤਮਾ। ਸੱਚ ਨਾਮ ਦੇ ਵਿੱਚ ਸਮਾ ਲੈਂਦਾ, ਉਹਨਾਂ ਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ ਹੈ। ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ। ਹੇ ਮੇਰੇ ਮਾਲਕਾ, ਤੇਰੇ ਉੱਪਰ ਕੋਈ ਨਹੀਂ ਹੈਗਾ, ਤੂੰ ਸਭ ਤੋਂ ਵੱਡਾ ਹੈਗਾ, ਔਰ ਤੇਰੀ ਵਡਿਆਈ ਵੀ ਜਿਹੜੀ ਹੈਗੀ ਉਹ ਵੀ ਵੱਡੀ ਆ ਮਾਲਕਾ। ਤੇਰੀ ਵਡਿਆਈ ਤੇਰੇ ਨਾਲ ਜੋੜਦੀ ਹੈ। ਹਾਂਜੀ ਵੀਰ ਜੀ, ਠੀਕ ਹੈ ਜੀ। ਸਾਧ ਸੰਗਤ ਜੀ, ਇਹ ਤੁਕ ਦੇਖੋ, ਕਹਿੰਦੇ ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਸੱਚ ਗੁਸਾਈ। ਸੱਚ ਸੱਚਾ ਗੁਸਾਈ, ਠੀਕ ਹੈ। ਤੇ ਜਿਹੜਾ ਪਰਮਾਤਮਾ ਉਹ ਤਾਂ ਸੱਚਾ ਹੀ ਹੈ ਜੀ, ਉਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ। ਠੀਕ ਹੈ ਜੀ, ਕਿਉਂਕਿ ਉਹਦਾ ਜੀਵਨ ਹੀ ਸੱਚ ਹੈ। ਪਰਮਾਤਮਾ ਮਰਨ ਜੰਮਣ ਚ ਕਿਉਂ ਨਹੀਂ ਆ ਰਿਹਾ? ਕਿਉਂਕਿ ਸੱਚ ਹੈ ਉਹ। ਸੱਚ ਦਾ ਮਤਲਬ ਸੱਚ, ਜਦੋਂ ਆਤਮਾ ਤੱਤ ਚ ਬੰਦਾ ਲੀਨ ਹੋ ਜਾਂਦਾ ਫਿਰ ਉਹਦੇ ਸੰਸਕਾਰ ਨਹੀਂ ਬਣਦੇ, ਕਿਉਂਕਿ ਉਹ ਜਿਹੜੀ ਕੀ ਕਹਿੰਦੇ 2 ਕਿਸਮ ਦੀ ਪ੍ਰਕਿਰਤੀ ਹੁੰਦੀ ਹੈ। ਇੱਕ ਹੁੰਦੀ ਆ ਸ਼ੁੱਧ ਤੇ ਇੱਕ ਹੁੰਦੀ ਅਸ਼ੁੱਧ। ਸ਼ੁੱਧ ਜਿਹੜੀ ਪ੍ਰਕਿਰਤੀ ਆ ਉਹਦੀ ਕੋਈ ਸਜ਼ਾ ਨਹੀਂ ਹੈਗੀ, ਉਹ ਪ੍ਰੋਸੈਸ ਆ, ਉਹ ਚੀਜ਼ ਚੱਲੇਗੀ, ਚੀਜ਼ ਖਤਮ ਹੋ ਜਾਏਗੀ। ਜਿਹੜੀ ਅਸ਼ੁੱਧ ਆ ਉਹ ਤੁਸੀਂ ਖੁਦ ਕਰ ਰਹੇ ਜੋ। ਬਾਣੀ ਕਹਿ ਰਹੀ ਹੈ ਨਾ, ਕਿਰਤ ਕਰਮ ਕੇ ਵਿਛੜੇ। ਨਿਜਰ ਸਾਹਿਬ, ਬਿਲਕੁਲ ਬਿਲਕੁਲ, ਕਰ ਕਿਰਪਾ ਮੇਲ ਕਿਰਤ ਤੇ ਕਰਮ, ਹਾਂ, ਉਹ ਖੁਦ ਪੰਗਾ ਲਿਆ ਨਾ। ਤੁਸੀਂ ਉੱਥੇ ਭੱਜ ਗਏ ਜੋ, ਤੁਸੀਂ ਉੱਥੇ ਗੜਬੜ ਕਰਤੀ ਹੈ। ਬਿਲਕੁਲ, ਜਿੱਥੇ ਤੁਸੀਂ ਗੜਬੜ ਕਰਤੀ ਉੱਥੇ ਗੱਡੀ ਰੁਕ ਜਾਣੀ ਹੈ। ਕਾਫੀ ਔਖਾ ਕੰਮ ਹੈ। ਇਸੇ ਕਰਕੇ ਸੰਸਾਰ ਚੋਂ ਬੰਦਾ ਬਾਹਰ ਨਹੀਂ ਨਿਕਲ ਸਕਦਾ, ਬਹੁਤ ਔਖਾ, ਕਿਉਂਕਿ ਬੰਦਾ ਆਪਣੀ ਜ਼ਿੰਮੇਵਾਰੀ ਨਿਭਾਉਣਾ ਹੀ ਨਹੀਂ ਚਾਹੁੰਦਾ। ਬੇਈਮਾਨ ਹੈ। ਬਾਣੀ ਤਾਂ ਖੁਦ ਕਹਿੰਦੀ ਹੈ, ਜਾਨਤ ਵੀ ਔਗਣ ਕਰੇ, ਆਤ ਦੀਪਕ ਕੂਏ ਭਾਰਤ। ਇੱਕ ਤੇ ਬੰਦਾ ਅੰਨਾ ਹੋਇਆ ਨਾ, ਕਹਿੰਦੇ ਉਹਨੂੰ ਚਲੋ ਨਹੀਂ ਦਿਖਿਆ ਵਿਚਾਰੇ ਨੂੰ, ਅੱਖਾਂ ਦਾ ਅੰਨਾ ਹੈ, ਔਰ ਕੁਝ ਜੋਤ ਨਹੀਂ ਹੈਗੀ,
ਬਾਣੀ ਕਹਿੰਦੀ ਆ ਅੱਖਾਂ ਵੀ ਹੈਗੀਆਂ ਤੇ ਹੱਥ 'ਚ ਦੀਪਕ ਵੀ ਹੈਗਾ। ਫਿਰ ਵੀ ਜਿਹੜਾ ਹੈਗਾ ਬੰਦਾ ਹੱਥ ਦੀਪਕ ਕੂਏ ਪਰੇ ਖੂਹ ਦੇ ਵਿੱਚ ਫਿਰ ਡਿੱਗਦਾ ਹੈ ਜਾ ਕੇ। ਉਹ ਨਹੀਂ ਕਹਿੰਦੇ ਕਿ ਇੰਨੇ ਦੇ ਹੱਥ 'ਚ ਦੀਪਕ ਹੈ, ਉਹ ਕਹਿੰਦੇ ਨਹੀਂ ਸਜਾਖਾ ਹੈਗਾ, ਇਹਦੀਆਂ ਅੱਖਾਂ 6/6 ਕੰਮ ਕਰਦੀਆਂ ਨੇ ਔਰ ਪਲੱਸ ਇਹਦੇ ਕੋਲ ਦੀਪਕ ਵੀ ਹੈਗਾ, ਬੁੱਧੀ ਵੀ ਹੈਗੀ ਹੈ ਜਿਹੜੀ ਕਹਿੰਦੀ ਕਿ ਗਲਤ ਕੰਮ ਆ ਇਹਦੇ ਬਾਵਜੂਦ ਵੀ ਕੰਮ ਗਲਤ ਕਰਦਾ ਹੈ। ਬਿਲਕੁਲ ਸਹੀ ਗੱਲ ਹੈ। ਤੇ ਫਿਰ ਕਹਿੰਦੇ ਆ ਗੜਬੜ। ਫਿਰ ਅਗਲੇ ਬੰਨੇ ਪੁਆਇੰਟ ਹੈ, ਜੇ ਤੂੰ ਖੁਦ ਕੀਤਾ ਤਾਂ ਫਿਰ ਕਹਿੰਦੇ ਕਿਰਤ ਕਰਮ ਕੇ ਵਿੱਚ ਖੁਦ ਕਰਕੇ ਤੂੰ ਵਿਛੜ ਗਿਆ ਤੇ ਕਾਰਨ ਬਣ ਗਿਆ। ਫਿਰ ਤਾਂ ਕਾਰਨ ਬਣ ਗਿਆ ਤੇ ਫਿਰ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਤੁਹਾਨੂੰ ਉਹਦੀ ਸਜ਼ਾ ਲੈਣੀ ਪਊਗੀ। ਹਾਂ, ਅਦਾਲਤ ਕੀ ਕਹਿੰਦੇ ਆ, ਮੈਂ ਜੋ ਵੀ ਕਹਾਂਗਾ ਸੱਚ ਕਹੂੰਗਾ, ਸੱਚ ਕੇ ਸਿਵਾ ਕੁਛ ਨਹੀਂ ਕਹੂੰਗਾ। ਪਰ ਉਹ ਹੁਣ ਤੁਹਾਨੂੰ ਪਤਾ ਹੀ ਹੈ ਸੱਚ ਕੌਣ ਕੀ ਕਹਿੰਦਾ, ਬਹੁਤ ਮੁਸ਼ਕਿਲ ਹੈ ਕੰਮ। ਇਹੋ ਸੰਸਾਰ ਹੈ, ਧਰਮ ਤੇ ਇਹੋ ਹੀ ਹੈ। ਧਰਮ ਦਾ ਮਤਲਬ ਹੈ ਕਿ ਤੁਸੀਂ ਜੇਕਰ ਇਹ ਸੰਸਾਰ ਚੋਂ ਬਾਹਰ ਆਉਣਾ ਚਾਹੁੰਦੇ ਜੋ ਨਾ, ਤੁਹਾਡੇ ਕੋਲ ਆਪਸ਼ਨ ਨਹੀਂ ਹੈਗਾ। ਇਹੋ ਬ੍ਰਹਮ ਗਿਆਨ ਆ। ਯੂ ਕੈਨ ਨਾਟ ਸਟੈਪ ਬੈਕ। ਕਦਮ ਚੁੱਕਣ ਤੋਂ ਪਹਿਲਾਂ ਤੇਰੇ ਕੋਲ ਚਰਨਜੀਤ ਪੂਰਾ ਆਪਸ਼ਨ ਹੈਗਾ ਜੀ। ਮਰਜ਼ੀ ਨਾਲ ਚੁੱਕ ਲਾ, ਸੱਜਾ ਚੁੱਕਣਾ ਹੀ, ਖੱਬਾ ਨਾ ਚੁੱਕ ਲਈ। ਖੱਬਾ ਮਾਇਆ ਦਾ ਹੀ ਵਿਖਿਆ ਹੀ। ਇਸ ਕਰਕੇ ਉਹ ਕਹਿੰਦੇ ਕਿ ਪੈਰ ਚੁੱਕਣ ਤੋਂ ਪਹਿਲਾਂ ਤੇਰੇ ਕੋਲ ਆਪਸ਼ਨ ਹੈਗਾ ਜੀ, ਧਿਆਨ ਨਾਲ ਚੁੱਕ। ਕਿਉਂਕਿ ਕਰਮ ਤੂੰ ਕਰਤਾ ਨਾ, ਉਹਦੇ ਬੀਜ ਉਹ ਸੰਸਕਾਰ ਹੀ ਪੈਦਾ ਹੋਣਾ ਉੱਥੇ। ਆਪ ਸਮਝਦੇ ਨਹੀਂ ਇਹ ਜਿਹੜੀਆਂ ਚਰਖੀਆਂ ਤੇ ਚੜ ਕੇ ਤੇ ਆਰਿਆਂ ਨਾਲ ਚਲਾਏ ਗਏ, ਇਹ ਕੌਣ ਆ? ਇਹ ਸਾਰੇ ਉਹੀ ਆ ਖਤਰਨਾਕ ਲੋਕ, ਬਹੁਤ ਖਤਰਨਾਕ ਲੋਕ। ਪਿੱਛੇ ਨਹੀਂ ਹੋਏ। ਮੇਰੇ ਕਿਹਨੂੰ ਕਹੋ, ਮੈਂ ਝੂਠ ਬੋਲ ਦੂੰਗਾ 2 ਮਿੰਟ ਚ। ਮੈਂ ਕਹੂੰਗਾ ਮੈਂ ਕੋ ਜਾਵਾਂ ਉੱਥੇ ਨਿੱਜਰ ਸਾਹਿਬ? ਬਿਲਕੁਲ ਝੂਠ ਬੋਲਿਆ ਮੇਰੀ ਜਾਨ ਛੁੱਟਦੀ ਹੈ। ਮੈਂ ਥੋੜੀ ਵੇਖਣੇ ਸੰਸਕਾਰ ਕਿਹੜੇ ਹੁੰਦੇ ਆ। ਫਿਰ ਹਾਲ ਤੇ ਮੈਂ ਵੇਖਣਾ ਮੈਂ ਬਚ ਗਿਆ, ਪਰ ਬਾਣੀ ਕਹਿੰਦੀ ਨਹੀਂ, ਉੱਥੇ ਤੂੰ ਬਚਿਆ ਨਹੀਂ, ਤੂੰ ਗੜਬੜ ਕਰ ਆਇਆ। ਸੋ ਇਹ ਗੱਲਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਗੱਲਾਂ ਨੇ, ਇਹ ਬ੍ਰਹਮ ਵਿਦਿਆ। ਤਾਂ ਹੀ ਉੱਥੇ ਕੋਈ ਜਾਂਦਾ ਨਹੀਂ ਉੱਧਰ। ਇਸ ਸੰਸਾਰ ਚੋਂ ਨਿਕਲਣ ਦਾ ਕੇਵਲ ਇੱਕੋ ਹੀ ਤਰੀਕਾ ਕਿ ਸੱਚ ਦੇ ਵਿੱਚ ਤੁਸੀਂ ਸੱਚ ਹੋ ਕੇ ਸਮਾ ਸਕਦੇ ਜੋ। ਬਿਲਕੁਲ ਸਹੀ ਗੱਲ ਹੈ। ਹੋਰ ਕੋਈ ਆਪਸ਼ਨ ਨਹੀਂ ਹੈਗਾ। ਔਰ ਬੰਦਾ ਬਾਣੀ ਤੇ ਕਹਿੰਦੀ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਉਹ ਤੇ ਕਹਿਣੀ ਨਹੀਂ ਦੇ ਕਿ ਗੱਲੀ ਚੰਗੀਆਂ ਹੋ ਜਾਊ ਤਾਂ ਗੱਲ ਖਤਮ ਹੋ ਜਾਊ। ਉਹ ਕਹਿੰਦੇ ਗੱਲੀ ਅਸੀਂ ਚੰਗੀਆਂ ਪਰ ਆਚਾਰੀ ਬੁਰੀਆਂ। ਕਿਰਤ ਤੇ ਕਰਮ ਸਾਡਾ ਉਹ ਸਹੀ ਨਹੀਂ ਆ। ਔਰ ਬਾਣੀ ਮੈਨੂੰ ਸਾਰੀ ਕੰਠ ਹੈ, ਪਰ ਉਹ ਕਹਿੰਦੇ ਬਾਣੀ ਕੰਠ ਤੇ ਨਾ ਠੀਕ ਹੈ, ਤੇਰੇ ਕੋਲ ਗਿਆਨ ਹੈਗਾ ਪਰ ਤੇਰੇ ਕਰਮ ਕਿਉਂ ਨਹੀਂ ਸਹੀ ਹੁੰਦੇ? ਫਿਰ ਉਹ ਗਿਆਨ ਫਿਰ ਦੀਵੇ ਦੇ ਨਾਲ ਚੱਲਦਾ ਨਹੀਂ ਨਾ ਫਿਰ। ਇਸ ਕਰਕੇ ਮਨਾ ਕਰਦੇ ਹੋ, ਕਹਿੰਦੇ ਪੜ ਗੱਡੇ ਲੱਦੀਏ, ਕਿਉਂਕਿ ਤੂੰ ਬਹੁਤ ਚਲਾ ਗਿਆ। ਤੂੰ ਪੜ ਕੇ ਗੱਡੇ ਭਰ ਲੈਣੇ ਆ। ਤੇ ਅੰਦਰ ਸਿਮਰਤੀ ਹੈਗੀ, ਤੂੰ ਗਿਆਨ ਇਕੱਠਾ ਕਰਕੇ, ਲੋਕਾਂ ਦਾ ਗਿਆਨ ਇਕੱਠਾ ਕਰਕੇ ਤੂੰ ਆਪਣੇ ਆਪ ਨੂੰ ਸੰਤ ਮਹਾਤਮਾ ਵੇਦਾਂਤੀ ਪਤਾ ਨੀ ਕੀ ਬਣਾ ਕੇ ਬਹਿ ਜਾਏਗਾ। ਪਰ ਠੀਕ ਹੈ, ਤੈਨੂੰ ਸੰਸਾਰ ਰਿਸਪੈਕਟ ਕਰੂਗਾ, ਤੈਨੂੰ ਪੈਸੇ ਮਿਲ ਜਾਣਗੇ, ਮਾਇਆ ਚੜਾਉਣਗੇ ਲੋਕ, ਕਿਉਂਕਿ ਤੇਰੇ ਕੋਲ ਬੁੱਧੀ ਹੈਗੀ, ਤੀਸ਼ਣ ਬੁੱਧੀ ਹੈ। ਆਮ ਜਿੱਦਾਂ ਲੋਕੀ ਗੋਰਿਆਂ ਨੇ ਕੀ ਕੀਤਾ ਸੀ, ਗੋਰਿਆਂ ਨੇ ਇਹੋ ਕੋਈ ਕੀਤਾ ਸੀ। ਉਹਨਾਂ ਨੇ ਥੋੜੇ ਜਿਹੇ ਬੰਦੇ ਨੂੰ ਪਾਵਰ ਦੇ ਦਿੱਤੀ। ਸਾਡੇ ਚੋਂ ਬੰਦੇ ਲੱਭ ਲਏ, ਉਹਨਾਂ ਨੂੰ ਪਾਵਰ ਦੇ ਦਿੱਤੀ, ਕਿਸੇ ਨੂੰ ਸੰਤਰੀ ਤੇ ਕਿਸੇ ਨੂੰ ਮੰਤਰੀ ਬਣਾਤਾ। ਉਹ ਕਹਿੰਦੇ ਚਲੋ ਜੀ ਕਰੋ ਰਾਜ। ਇਹੋ ਹੀ ਸੰਸਾਰ ਦੀ ਟੈਕਨੀਕ ਹੈ। ਹੋਰ ਕੀ ਕਰਦੀ ਦੁਨੀਆ? ਜਦੋਂ ਪੰਜਾਬ ਦੇ ਵਿੱਚ 84 ਦੇ ਦੰਗੇ ਹੋਏ, ਇਹਨਾਂ ਨੇ ਪੰਜਾਬੀ ਭਰਤੀ ਕਰ ਲਏ, ਸਾਰੇ ਉਹੀ ਮਰਵਾਏ। ਅਗਲੇ ਬੰਨੇ ਵੀ ਉਹ, ਇੱਧਰ ਵੀ ਉਹ। ਜਿੰਨਾ ਕੋਲ ਘੱਟ ਕੁਆਲੀਫਿਕੇਸ਼ਨ ਸੀ ਉਹ ਵੀ ਭਰਤੀ ਕਰ ਲਏ, ਵੱਡੇ ਰੈਂਕ ਦੇ ਉੱਤੇ। ਇਹੋ ਦੁਨੀਆ ਦੀ ਟੈਕਨੀਕ। ਸੰਸਾਰ ਏਦਾਂ ਹੀ ਚੱਲਦਾ ਹੈ, ਹੋਰ ਕੋਈ ਤਰੀਕਾ ਨਹੀਂ। ਗੋਰਿਆਂ ਨੇ ਕੀ ਕੀਤਾ, ਇੱਥੋਂ ਕਾਲੇ ਲੈ ਲਏ, ਉਹਨਾਂ ਨੂੰ ਗੋਰੇ ਬਣਾਤਾ ਤੇ ਆ ਪਿੱਛੇ ਹੋ ਗਏ ਉਹ। ਤੇ ਸਾਡੇ ਜਿਹੜੇ ਕਾਲੇ ਸੀ ਉਹ ਗੋਰੇ ਬਣ ਗਏ। ਤੇ ਉਹਨਾਂ ਨੇ ਗੋਰਿਆਂ ਦੇ ਕੰਮ ਕੀਤੇ, ਕਿਉਂਕਿ ਥੋੜੇ ਬੰਦਿਆਂ ਨੂੰ ਉਹਨਾਂ ਕੀ ਕਰਤਾ ਕਿ ਸੈਂਟਰ ਕਰਤੀ ਪਾਵਰ, ਥੋੜੇ ਲੋਕਾਂ ਨੂੰ ਪਾਵਰ ਦੇ ਦਿੱਤੀ ਔਰ ਉਹਨਾਂ ਨੇ ਉਹਨਾਂ ਦਾ ਕੰਮ ਕਰਨਾ ਸ਼ੁਰੂ ਕਰਤਾ। ਇਹ ਸੰਸਾਰ ਹੈ। ਇੱਥੇ ਜੇਕਰ ਆਪਾਂ ਆਪਣੇ ਆਪ ਨੂੰ ਅਲੱਗ ਕਰਨਾ ਚਾਹੁੰਦੇ ਹਾਂ ਤੇ ਸਾਡੇ ਕੋਲ ਕੇਵਲ ਇੱਕੋ ਤਰੀਕਾ ਹੈ, ਉਹ ਹੈ ਭਗਤੀ। ਦੇਖੋ 3 ਮਾਰਗ ਹੈਗੇ ਨੇ, ਪਲੀਜ਼ ਅੰਡਰਸਟੈਂਡ ਕਰੋ। ਗਿਆਨ ਮਾਰਗ, ਭਗਤੀ ਮਾਰਗ ਤੇ ਕਰਮ ਮਾਰਗ। ਇਹ 3 ਮਾਰਗ ਨੇ। ਕੱਲਾ ਗਿਆਨ ਵੀ ਕਿਸੇ ਕੰਮ ਦਾ ਨਹੀਂ। ਉਹ ਕਹਿੰਦੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਨਿਜਰ ਸਾਹਿਬ ਬਿਲਕੁਲ। ਤੇ ਕਰਮ ਮਾਰਗ, ਹੁਣ ਤੁਹਾਡੇ ਕੋਲ ਗਿਆਨ ਨਹੀਂ ਹੈਗਾ ਤੇ ਕਰਮ ਕਿੱਦਾਂ ਤੁਸੀਂ ਸਹੀ ਕਰੋਗੇ? ਹੁਣ ਗੋਰੇ ਮੋਸਟਲੀ ਕਰਮ ਮਾਰਗ ਤੇ ਚੱਲਦੇ। ਉਹ ਕਹਿੰਦੇ ਕਿ ਕਰਮ ਸਹੀ ਕਰਨਾ, ਪਰ ਉਹ ਨਹੀਂ ਸੋਚਦੇ ਕਿ ਇਹ ਜਿਹੜਾ ਕਰਮ ਪੈਦਾ ਹੋ ਰਿਹਾ ਤੇਰੇ ਅੰਦਰ, ਚੰਗੇ ਕਰਮ ਨੂੰ ਕਰਨ ਦੇ ਲਈ, ਇਹਦਾ ਰੁੱਖ ਲਾਇਆ ਤੂੰ। ਰੁੱਖ ਤੋਂ ਬਿਨਾਂ ਫਲ ਕਿੱਥੋਂ ਆਊਗਾ?
ਇਹ ਚੰਗੇ ਕਰਮ ਤੇਰੇ ਕੋਲ ਕਿੱਥੋਂ ਆ ਗਏ? ਤੂੰ ਭਗਤੀ ਨਹੀਂ ਕੀਤੀ। ਔਰ ਮੇਨ ਜਿਹੜਾ ਹੈਗਾ ਭਗਤੀ ਮਾਰਗ ਆਪਾਂ ਫੜਨਾ ਹੈ, ਔਰ ਭਗਤੀ ਨੇ ਆਟੋਮੈਟਿਕਲੀ ਦੋਵੇਂ ਮਾਰਗ ਆਪਣੇ ਸਹੀ ਕਰ ਦੇਣੇ। ਭਗਤੀ ਤੋਂ ਬਾਅਦ ਸਾਡੇ ਅੰਦਰ ਗਿਆਨ ਪੈਦਾ ਹੋਣਾ ਹੈ। ਠੀਕ ਹੈ ਜੀ, ਬਿਲਕੁਲ। ਜਿਵੇਂ ਤੁਹਾਡਾ ਮਨ ਸਥਿਰ ਹੋਇਆ ਨਾ, ਮਨ ਦੇਖੀ ਨਾ, ਮਨ ਮੈਲੇ ਤੇ ਸਭ ਕੁਝ ਮੈਲਾ। ਉਹ ਕਹਿੰਦੇ ਜਿਆਦਾ ਅਸੀਂ ਕਨਫਿਊਜ਼ਨ ਕ੍ਰੀਏਟ ਨਹੀਂ ਕਰਦੇ ਕਿ ਤੈਨੂੰ ਪਤਾ ਨਹੀਂ ਹੈ ਤੂੰ ਕਿੱਧਰ ਜਾਵੇਂ ਉੱਧਰ ਜਾਵੇਂ। ਉਹ ਕਹਿੰਦੇ ਮਨ ਮੈਲੇ ਤੇ ਸਭ ਕੁਝ ਮੈਲਾ। ਤੇਰਾ ਜੋ ਮਨ ਮੈਲਾ ਹੈ ਨਾ, ਤੂੰ ਜਿੱਥੇ ਮਰਜ਼ੀ ਚੱਲ ਜਾ, ਤੂੰ ਪੂਜਾ ਵੀ ਕਰਨੀ ਆ ਤੇ ਉਹ ਵੀ ਮੈਲੀ ਹੋ। ਜੇ ਤੂੰ ਪਾਠ ਵੀ ਪੜ੍ਹਦਾ ਹੈ ਨਾ, ਉਹ ਕਹਿੰਦੇ ਉਹ ਵੀ ਗੜਬੜ ਕਰ ਜਣੀ ਹੈ ਤੂੰ, ਕਿਉਂਕਿ ਮਨ ਤੇਰਾ ਮੈਲਾ ਹੈ। ਫਿਰ ਉਹ ਮਹਾਰਾਜ ਕਹਿੰਦੇ ਹੁਣੇ ਤੇ ਕੱਲ ਕਿਹਾ ਸੀ ਦੀਕਸ਼ਾ ਦਿੱਤੀ। ਉਹ ਕਹਿੰਦੇ ਫਿਰ ਕੀ ਤਰੀਕਾ ਹੈ? ਉਹ ਕਹਿੰਦੇ ਭਗਤੀ ਕਰੋ। ਇਸ ਮਨ ਕੋ ਜਨਮ ਜਨਮ ਕੀ ਮੱਲ ਲੱਗੀ। ਇੱਕ ਦਿਨ ਦੀ ਨਹੀਂ ਕਹਿੰਦੇ, ਉਹ ਕਹਿੰਦੇ ਜਨਮ ਜਨਮ ਦੀ ਮੱਲ ਲੱਗੀ। ਤੁਸੀਂ ਇੱਕ ਪਤੀਲਾ ਵੇਖਿਆ ਜਿੱਥੇ ਚਾਹ ਬਣਾਉਂਦੇ ਆ ਆਪਾਂ, ਤੇ ਉਹਨੂੰ ਤੁਸੀਂ ਵੇਖੋ ਇਹ ਜਿਹੜੇ ਢਾਬਿਆਂ ਢੁੱਬਿਆਂ ਵਾਲੇ ਹੁੰਦੇ ਆ, ਕਿੱਦਾਂ ਕਾਲਾ ਸ਼ਾਹ ਹੋਇਆ ਹੁੰਦਾ, ਕਿਉਂਕਿ ਸਾਫ਼ ਘੱਟ ਕਰਦੇ ਉਹਨੂੰ। ਉਹ ਕਹਿੰਦੇ ਜਿੰਨਾ ਜ਼ਿਆਦਾ ਗੰਦਾ ਹੋਵੇ ਉਨੀ ਵਧੀਆ ਚਾਹ ਬਣਦੀ ਹੈ। ਇਸੇ ਹੀ ਤਰ੍ਹਾਂ ਉਹ ਕਹਿੰਦੇ ਕਿ ਮਨ ਬਹੁਤ ਕਾਲਾ ਹੋ ਗਿਆ ਹੈ, ਸਵਾਹ ਹੋ ਗਿਆ ਹੈ। ਉਹਦੇ ਅੰਦਰ ਚੰਗੀ ਚੀਜ਼ ਲੱਭਣ ਵੀ ਜਾਵੇਂਗਾ, ਤੈਨੂੰ ਚੀਜ਼ ਲੱਭਣੀ ਨਹੀਂ ਹੈ, ਕਿਉਂਕਿ ਬਹੁਤ ਜ਼ਿਆਦਾ ਡਾਰਕ ਹੋ ਗਿਆ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਅੱਗੇ ਕਹਿੰਦੇ ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਹਨੇ ਕੀਤੀ ਤਿਸ ਪਾਰ ਲੰਘਾਈ। ਨਿਕਲਣ ਦਾ ਰਸਤਾ ਇੱਕੋ ਹੀ ਹੈਗਾ ਪਾਈ, ਭਗਤੀ, ਪ੍ਰੇਮਾ ਭਗਤੀ, ਕਿਉਂਕਿ ਇਸੇ ਨੇ ਆਪਾਂ ਨੂੰ ਸੋਹਣਾ ਬਣਾ ਦੇਣਾ ਹੈ। ਸਿਫਤ ਨੇ ਇਸੇ ਨੇ ਪਾਰ ਲੰਘਾਉਣਾ ਆ। ਔਰ ਗੁਰਮੁਖਾਂ ਨੂੰ ਫਲ ਪਾਇੰਦਾ, ਸੱਚ ਨਾਮ ਸਮਾਈ। ਗੁਰਮੁਖ ਜਿਹੜੇ ਹੁੰਦੇ ਆ, ਇੱਥੇ ਗੁਰਮੁਖ ਜਿਹੜੇ ਖੱਕੇ ਦੀ ਸਿਆਰੀ ਨਹੀਂ ਆ, ਔਰ ਗੁਰਮੁਖਾਂ ਹੈ ਬਹੁਤ ਸਾਰੇ ਹੈਗੇ ਭਾਈ, ਜਿਹੜੇ ਵੀ ਭਗਤੀ ਕਰਦੇ ਆ ਗੁਰੂ ਦੇ ਅਨੁਸਾਰ, ਉਹਨਾਂ ਨੂੰ ਭਾਈ ਫਲ ਮਿਲ ਜਾਂਦਾ ਹੈ। ਨਾਮ ਸੱਚੇ ਨਾਮ ਦੇ ਵਿੱਚ ਸਮਾਈ ਹੋ ਜਾਂਦੀ ਹੈ ਉਹਨਾਂ ਦੀ। ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ। ਉਹ ਮਾਲਕ ਪਰਮਾਤਮਾ ਸਭ ਤੋਂ ਵੱਡਾ ਹੈ। ਕਹਿੰਦੇ ਮਾਲਕਾ ਤੂੰ ਸਭ ਤੋਂ ਵੱਡਾ ਆ, ਔਰ ਤੇਰੀ ਵਡਿਆਈ ਵੀ ਵੱਡੀ ਆ, ਕਿਉਂਕਿ ਉਹ ਤੇਰੇ ਤੱਕ ਪਹੁੰਚਾ ਦਿੰਦੀ ਆ। ਪਰਮਾਤਮਾ ਤੱਕ ਜਾਣਾ ਆ ਤੇ ਉਹਦੀ ਵਡਿਆਈ ਉਸ ਤੱਕ ਪਹੁੰਚਾ ਦੇਗੀ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਆ ਦੇਖੋ ਬਾਣੀ ਬਿਲਕੁਲ ਕਲੀਅਰ ਗੱਲ, ਕੋਈ ਕਨਫਿਊਜ਼ਨ ਨਹੀਂ ਹੈਗੀ। ਪਤਾ ਨਹੀਂ ਇੰਨਾ ਬੰਦਾ ਕਿਉਂ ਭਟਕ ਰਿਹਾ। ਕਹਿੰਦੇ ਤੇਰੀ ਸਿਫਤ ਸਵਾਲਿਓ ਸਰੂਪ ਹੈ, ਸਵਾਲਿਓ ਸਰੂਪ ਹੈ, ਸੋਹਣੀ ਸਰੂਪ ਵਾਲੀ ਆ, ਸੋਹਣਾ ਸਰੂਪ ਬਣਾ ਦੂਗੀ ਤੇਰਾ। ਹਾਂਜੀ ਤੇਰੀ ਭਗਤੀ। ਉਹ ਕਹਿੰਦੇ ਤੇਰੀ ਭਗਤੀ ਏਦਾਂ ਦੀ, ਤੂੰ ਉਹਨੂੰ ਜਦੋਂ ਕਰਨਾ ਸ਼ੁਰੂ ਕੀਤਾ, ਜਿੱਦਾਂ ਸਾਬਣ ਦਾ ਕੰਮ ਹੈ ਨਾ ਤੁਹਾਡੀ ਮੈਲ ਨੂੰ ਲਾਉਣਾ, ਉਸੇ ਕਹਿੰਦੇ ਕਿ ਤੇਰੀ ਭਗਤੀ ਇੱਥੇ ਸਿਫਤ ਨਾ ਕਰਨ ਡਿਆ ਪਿਓ। ਸਿਫਤ ਦਾ ਮਤਲਬ ਕੋਈ ਤਾਰੀਫ ਦੀ ਥੋੜੀ ਲੋੜ ਹੈ ਪਰਮਾਤਮਾ ਨੂੰ। ਨਾ ਕਿ ਪਰਮਾਤਮਾ ਬੜਾ ਵੱਡਾ ਹੈ, ਬੜਾ ਸ਼ਕਤੀਸ਼ਾਲੀ ਹੈ, ਪ੍ਰਿਥਵੀ ਰਚੀ ਹੈ, ਇੱਥੇ ਪਾਣੀ ਲਿਆਂਦਾ ਹੈ ਲੈਂਦਾ। ਉਹ ਸਿਫਤ ਦਾ ਮਤਲਬ ਉਹਦੀ ਭਗਤੀ। ਭਗਤੀ ਦਾ ਮਤਲਬ ਹੈ ਚੁੱਪ ਕਰਨਾ, ਮਾਇਆ ਦੀ ਭਗਤੀ ਬੰਦ ਕਰ ਦੇਣੀ। ਹਾਂ, ਇੱਕ ਉਹ ਆੜੀ ਕੈਸਟ ਚੱਲਦੀ ਪਈ ਨਾ ਸਾਡੀ, ਇਹਨੂੰ ਬੰਦ ਕਰਨਾ। ਠੀਕ ਹੈ ਜੀ, ਆਖਰ ਤੇ ਉੱਥੇ ਪਹੁੰਚਣਾ। ਤੇ ਫਿਰ ਕਹਿੰਦੇ ਆ ਜਿਨ ਕੀਤੀ ਤੇ ਪਾਰ ਲੰਘਾਏ। ਇਹ ਇੱਕੋ ਹੀ ਕੰਮ ਹੈਗਾ, ਜਿਹੜਾ ਕਰ ਲੈਂਦਾ ਤੇ ਉਹ ਪਾਰ ਲੰਘ ਜਾਂਦਾ। ਕਿਉਂ ਲੰਘ ਜਾਂਦਾ ਹੈ? ਕਿਉਂਕਿ ਉਹ ਮਾੜੇ ਕੰਮ ਤੋਂ ਤੌਬਾ ਕਰਕੇ ਸੱਚ ਨਾਲ ਦੋਸਤੀ ਪਾ ਲੈਂਦਾ ਤੇ ਗੱਲ ਖਤਮ। ਬਿਲਕੁਲ। ਜਦੋਂ ਚਿੱਕੜ 'ਚ ਮੈਂ ਡੁੱਬ ਰਿਹਾ, ਇਹਦਾ ਮਤਲਬ ਮੈਂ ਕੋਈ ਵਜਨ ਫੜਿਆ ਤਾਂ ਹੀ ਡੁੱਬ ਰਿਹਾ। ਪਰ ਜਦੋਂ ਵਜਨ ਛੱਡਤਾ ਤੇ ਮੈਂ ਤੇ ਤਰ ਕੇ ਲੰਘ ਜਾਣਾ। ਮੇਰੇ ਵਜਨਾਂ ਥੋੜੀ ਮੈਂ ਡੁੱਬ ਸਕਦਾ ਵਾਂ। ਬਿਲਕੁਲ। ਉਹ ਚਿੱਕੜ 'ਚ ਮੈਂ ਡੁੱਬਣ ਦਿਆ ਕਿਉਂਕਿ ਮੈਂ ਵਜਨ ਚੁੱਕ ਲਿਆ ਵਾ। ਪਰਲੇ ਪਾਰ ਮੈਂ ਕਿੱਥੋਂ ਜਾਣਾ ਵਾ? ਮੈਂ ਤੇ ਇੱਥੇ ਬੈਠਾ ਵਾਂ। ਮੈਂ ਤੇ ਵਜਨ ਇੰਨਾ ਜ਼ਿਆਦਾ ਬੰਨ ਲਿਆ, ਇੱਥੇ ਹੀ ਮੈਂ ਪੱਕਾ ਡੇਰਾ ਲਾ ਲਿਆ, ਇਸ ਕਰਕੇ ਪਰਲੇ ਪਾਰ ਕੋਈ ਜਾ ਨਹੀਂ ਰਿਹਾ। ਪਰਲੇ ਪਾਰ ਜਾਣਾ ਹੈ ਤੇ ਕਹਿੰਦੇ ਛੱਡ ਦੇ ਆਹ ਜਿਹੜਾ ਮੁੱਠਾਂ ਫੁੱਲੀਆਂ ਛੱਡ ਦੇ। ਬਿਲਕੁਲ ਸਹੀ ਗੱਲ ਹੈ। ਸਰਾਈ ਜੇ ਤੇਰਾ ਹੱਥ ਬਾਹਰ ਆ ਜਾਂਦਾ। ਬਾਣੀ ਇਹੋ ਕਹਿੰਦੀ ਹੈ, ਕੁਝ ਲੰਮੀ ਕਹਾਣੀ ਤੇ ਹੈ ਕੋਈ ਨਹੀਂ। ਉਹ ਕਹਿੰਦੇ ਆ ਕਿ ਜੇ ਤੂੰ ਚਾਹਵੇਂ ਤੇ ਹੁਣੇ ਵੀ ਜਾ ਸਕਦਾ ਵਾ, ਕਿਉਂਕਿ ਆਖਰੀ ਡੰਡੇ ਤੇ ਬੈਠਾ ਵਾ। ਜੇ ਤੂੰ ਸਲਿੱਪ ਹੁੰਦਾ ਵਾ ਫਿਰ ਥੱਲੇ ਚੱਲ ਜਾਣਾ ਤੂੰ। ਉਹ ਵੀ ਪਤਾ ਨਹੀਂ ਕਿੱਥੇ ਕਿ ਜਾਣਾ। ਹਾਂ, ਫਿਰ ਪਤਾ ਨਹੀਂ ਤੂੰ ਕਿੱਥੇ ਲੈ ਜਾਣਾ। ਹੁਣ ਕੀ ਤਾਂ ਤੂੰ ਕੀ ਇਕੱਠਾ ਕੀਤਾ। ਔਰ ਆਪਾਂ ਸਾਰੇ ਨਜ਼ਰ ਮਾਰੀਏ, ਮੈਂ ਤੇ ਵੇਖਣਾ ਐਡਾ ਵਧੀਆ ਜੀਵਨ ਥੋੜੀ ਸੀ ਮੇਰਾ। ਜੇ ਤੇ ਮੈਂ ਉਸ ਜੀਵਨ ਨਾਲ ਚੱਲਾਂ ਤੇ ਮੈਨੂੰ ਤਾਂ ਪਤਾ ਨਹੀਂ ਕਿੱਥੇ ਜਾਣਾ ਪੈਣਾ। ਬਹੁਤ ਗਲਤੀਆਂ ਕੀਤੀਆਂ ਮੈਂ। ਬਿਲਕੁਲ ਸਹੀ ਗੱਲ, ਸਾਰੇ ਇਸ ਤਰ੍ਹਾਂ ਹੀ ਆ ਗੁਰਕੀ ਸਾਹਿਬ। ਬਾਕੀ ਤੁਸੀਂ ਨਜ਼ਰ ਮਾਰ ਲਓ, ਤੁਸੀਂ ਵੇਖ ਲਓ, ਤੁਸੀਂ ਕਿਤੇ ਕਿੰਨੇ ਚੰਗੇ ਕੰਮ ਕੀਤੇ। ਜੇ ਚੰਗੇ ਕੀਤੇ ਤੇ ਕਲੇਮ ਕਰ ਸਕਦੇ, ਫਿਰ ਤੇ ਬ੍ਰਹਮ ਤੁਹਾਡਾ ਹੈ। ਤੇ ਜੇ ਆਪਾਂ ਉੱਥੇ ਭੱਜੇ ਆ ਤੇ ਫਿਰ ਉਹ ਤੁਹਾਨੂੰ ਪਤਾ ਹੀ ਆ। ਉਹ ਤੇ ਕਹਿੰਦੇ ਆ ਤੂੰ ਖੁਦ ਤੇ ਲਿਖਿਆ, ਚਿੱਤਰਗੁਪਤ ਤੇਰੇ ਅੰਦਰ ਹੈ, ਚਿੱਤ ਦੇ ਉੱਤੇ ਤੂੰ ਲਿਖ ਰਿਹਾ, ਖੁਦ ਲਿਖ ਰਿਹਾ। ਅੱਜ ਦੀ ਕਥਾ ਤੇ ਕਾਫੀ ਪਾਵਰਫੁਲ ਹੋ ਗਈ ਹੈ। ਹਾਂ ਠੀਕ ਹੈ, ਪਲੀਜ਼ ਨੋਟ ਕਰੋ। ਡਾਕਟਰ ਮਨਾ ਕਰ ਰਿਹਾ ਹੈ ਕਿ ਆਹ ਚੀਜ਼ ਨਾ ਖਾਓ। ਦਿਲ ਕਰਦਾ ਹੈ ਖਾ ਲਈਏ,
ਮੂੰਹ 'ਚ ਪਾਣੀ ਵੀ ਆ ਗਿਆ। ਉਹ ਕਹਿੰਦਾ ਨਾ ਖਾ ਯਾਰ, ਤੂੰ ਠੀਕ ਹੋ ਜਾਏਗਾ। ਤੇ ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ 'ਚ ਜੇ ਕੋਈ ਗਲਤ ਚੀਜ਼ ਆਉਂਦੀ ਹੈ ਚਿੱਤ 'ਚ, ਦਿਲ ਵੀ ਕਰਦਾ ਕਰਨ ਨੂੰ, ਤੇ ਡਾਕਟਰ ਨੇ ਮਨਾ ਕੀਤਾ ਤੇ ਇਸ ਕਰਕੇ ਆਪਾਂ ਨਹੀਂ ਖਾਂਦੇ, ਆਪਾਂ ਅਵਾਇਡ ਕਰਦੇ ਹਾਂ। ਉਸੇ ਤਰ੍ਹਾਂ ਕਹਿੰਦੇ ਕੁਝ ਸਮੇਂ ਲਈ ਤੂੰ ਅਵਾਇਡ ਕਰੇਗਾ ਨਾ, ਤੇਰੀ ਬਿਰਤੀ ਚੇਂਜ ਹੋ ਜਾਏਗੀ। ਕੇਵਲ 2-4 ਦਿਨ ਅਵਾਇਡ ਕਰਕੇ ਵੇਖ। ਔਖਾ ਹੈ ਕੰਮ, ਪਰ ਤੂੰ ਕਰ ਲਈ। ਬਾਣੀ ਕਹਿੰਦੀ ਆ, ਅੱਖ ਨਾ ਔਖਾ ਸਾਚਾ ਨਾ। ਔਖਾ ਹੈ, ਕੋਈ ਆਸਾਨ ਨਹੀਂ ਕਿਹਾ ਉਹਨਾਂ ਨੇ ਕਿ ਇਟ ਇਜ਼ ਨॉट ਈਜ਼ੀ। ਕਹਿੰਦੇ ਬੜਾ ਔਖਾ ਹੈ, ਫਿਰ ਵੀ ਤੂੰ ਕਹਿ ਲਈ ਯਾਰ। ਇਹ ਤੈਨੂੰ ਹੀ ਦੱਸਣਾ ਚਾਹੁੰਦੇ ਆ ਕਿ ਇਹ ਨਾ ਸੋਚੀ ਕਿ ਤੂੰ ਇੱਥੇ ਪੌੜੀ ਤੇ ਚੜੇ ਤੇ ਬੜੀ ਤੇਰੀ ਸ਼ੋਭਾ ਹੋਊਗੀ, ਸੰਸਾਰ ਤੇਰੇ ਪੈਰਾਂ 'ਚ ਪਊਗਾ ਤੇ ਤੂੰ ਬੜਾ ਵੱਡਾ ਬ੍ਰਹਮ ਗਿਆਨੀ ਬਣ ਗਿਆ ਤੇ ਸਾਰੇ ਤੇਰੀਆਂ ਓਕੇ ਰਿਪੋਰਟਾਂ ਹੋ ਜਾਣਗੀਆਂ। ਕਹਿੰਦੇ ਨਹੀਂ, ਤੂੰ ਜਦੋਂ ਵੀ ਇਹ ਸੰਸਾਰ 'ਚੋਂ ਬਾਹਰ ਨਿਕਲਣ ਦੇ ਲਈ ਪੈਰ ਰੱਖਿਆ ਨਾ, ਉੱਪਰ ਚੱਕਿਆ, ਪੌੜੀ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤੇ ਰੌਲਾ ਕਹਿੰਦੇ ਬਹੁਤ ਪੈਣਾ, ਖਿੱਚ ਬਹੁਤ ਪੈਣੀ ਹੈ, ਤੈਨੂੰ ਖਿੱਚਣਾ ਹੈ ਸੰਸਾਰ ਨੇ। ਪਰ ਕਹਿੰਦੇ ਤੂੰ ਡਰੀ ਨਾ, ਤੂੰ ਚੜ੍ਹਦਾ ਜਾਵੀਂ। ਠੀਕ ਹੈ ਜੀ, ਬਿਲਕੁਲ। ਤੇ ਅਗਲੇ ਬੰਨੇ ਇਹ ਸੱਚ ਹੈਗਾ ਜੀ। ਫਿਰ ਕਹਿੰਦੇ ਗੁਰਮੁਖਾਂ ਨੂੰ ਫਲ ਪਾਇੰਦਾ, ਸੱਚ ਨਾਮ ਸਮਾਈ। ਗੁਰਮੁਖਾਂ ਨੂੰ ਫਲ ਮਿਲ ਜਾਂਦਾ, ਪਾ ਦਿੰਦਾ ਮਾਲਕ ਪਰਮਾਤਮਾ, ਨਾਮ ਦੇ ਵਿੱਚ ਸਮਾਈ ਹੋ ਜਾਂਦੀ ਹੈ। ਹਾਂਜੀ, ਤੇ ਫਿਰ ਉਹ ਕਹਿੰਦੇ ਉਹਨਾਂ ਨੂੰ ਭਗਤੀ ਮਿਲ ਜਾਂਦੀ, ਉਹ ਬ੍ਰਹਮ ਲੀਨ ਹੋ ਜਾਂਦੇ। ਹਾਂ, ਵਡਿਆਈ ਆ, ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ ਆਈ ਆ ਉਹਦੀ। ਉਹ ਵੀ ਵੱਡਾ ਹੈ ਤੇ ਉਹਦੀ ਵਡਿਆਈ ਵੀ ਵੱਡੀ ਹੈ। ਮੈਂ ਤਾਂ ਤੁਹਾਨੂੰ ਦੱਸਿਆ, ਜਦੋਂ ਪਰਮਾਤਮਾ ਕੋ ਸਭ ਤੋਂ ਮਹਿੰਗੀ ਚੀਜ਼ ਹੈ ਉਹਦੀ ਭਗਤੀ। ਬਸ ਇਹ ਮੰਗਣੀ ਪੈਣੀ ਤੁਹਾਨੂੰ। ਉਹ ਕਹਿੰਦੇ ਕਿ ਵਸਤੂ ਨੇ ਆਪਣੇ ਕੋਲ ਰੱਖੀ ਹੈ। ਤੁਕ ਬੋਲੋ ਨਾ ਜੈਸਾ ਦੁਬਾਰਾ ਕਿਹੜੀ ਜੀ? ਦਾਤੇ ਦਾਤ ਰੱਖੀ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ। ਤੁਹਾਨੂੰ ਮੰਗਣੀ ਪੈਣੀ ਭਾਈ ਉੱਥੇ ਜਾ। ਬਹੁਤ ਪੁਰਾਣੇ ਜੋ ਤੁਸੀਂ ਵੇਖੋ, ਤੁਹਾਡੇ ਨਜ਼ਰ ਮਾਰੋ, ਤੁਸੀਂ ਬਹੁਤ ਪੁਰਾਣੇ ਜੋ, ਬਹੁਤ ਪੁਰਾਣੇ। ਥੋੜਾ ਤੁਹਾਡੇ ਅੰਦਰ ਤਾਤਿਆ ਬੁੱਢਾ ਹੁੰਦਾ ਕਿਤੇ, ਦੱਸੋ ਮੈਨੂੰ। ਉਹਦੇ ਤੇ ਉਮਰ ਦਾ ਫਰਕ ਪੈਂਦਾ। ਪੰਗਾ ਤੇ ਉਦੋਂ ਪੈਂਦਾ ਜਦੋਂ ਮੇਰੀ ਦਾੜੀ 'ਚ 2-4 ਚਿੱਟੇ ਵਾਲ ਆ ਜਾਣ ਤੇ ਮੈਂ ਰੰਗ ਲਾ ਕੇ ਉਹਨੂੰ ਕਾਲਾ ਕਰੂੰਗਾ। ਜੇ ਆ ਗਈ ਦਾੜੀ ਦੇ ਵਿੱਚੋਂ ਪੁੱਟੂੰਗਾ। ਉਹ ਜਿਹੜਾ ਤੁਹਾਡੇ ਅੰਦਰ ਬੈਠਾ ਹੈ ਉਹ ਪੁੱਟਦਾ ਹੈ, ਉਹ ਸਵੀਕਾਰ ਨਹੀਂ ਕਰਦਾ ਆਪਣੇ ਆਪ ਨੂੰ, ਕਿਉਂਕਿ ਉਹ ਤੇ ਜਵਾਨ ਹੈ। ਉਹ ਕਹਿੰਦਾ ਸਰੀਰ ਕਿਉਂ ਬੁੱਢਾ ਹੋ ਗਿਆ? ਉਹ ਕਹਿੰਦਾ ਇਹਨੂੰ ਵੀ ਚਮਕਾਓ, ਇਹਨੂੰ ਕੁਛ ਖਵਾ, ਇਹਨੂੰ ਕੁਛ ਕਾਇਮ ਕਰ, ਕਿਉਂਕਿ ਮੈਂ ਤੇ ਜਵਾਨ ਹੈ, ਇਹ ਬੁੱਢਾ ਕਿਉਂ ਹੋ ਗਿਆ? ਉਹਨੂੰ ਪ੍ਰੋਬਲਮ ਹੋ ਜਾਂਦੀ ਹੈ। ਤੇ ਇਹ ਗੱਲਾਂ ਬਾਤਾਂ ਨੇ। ਠੀਕ ਹੈ ਜੀ, ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ। ਔਰ ਫਿਰ ਜਦੋਂ ਉਹ ਨਾਮ, ਇਹ ਵਡਿਆਈ ਜਿਹੜੀ ਹੈ ਨਾ, ਇਹ ਪਰਮਾਤਮਾ ਦੀ ਉਸਤਤ ਨਹੀਂ ਹੈਗੀ ਵਡਿਆਈ ਭਾਈ। ਵਡਿਆਈ ਜਿਹੜੀ ਹੈਗੀ ਆ, ਇਹ ਆਪਾਂ ਨੂੰ ਵੱਡਾ ਕਰਨ ਦਾ ਤਰੀਕਾ ਹੈਗਾ। ਆਪਾਂ ਨੂੰ ਵੱਡਾ ਕਰਨ ਦਾ ਜਿਹੜਾ ਹੈਗਾ, ਇਹਦੇ ਬਗੈਰ ਆਪਾਂ ਵੱਡੇ ਨਹੀਂ ਹੋ ਸਕਦੇ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰੀਏ ਨਾ ਜੱਸਾ? ਹਾਂਜੀ, ਬਿਲਕੁਲ ਸਹੀ। ਕੁਛ ਕਹਿਣਾ ਚਾਹੁੰਦੇ ਆਪ? ਟਾਈਮ ਵਹੀ ਹੋ ਗਿਆ, 14 ਮਿੰਟ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਵੀਰ ਜੀ, ਹਾਂਜੀ, ਹੈਲੋ। ਹਾਂਜੀ ਬੋਲ। ਤੁਹਾਡੀ ਕਥਾ ਵਿਚਾਰ ਬਹੁਤ ਜ਼ਬਰਦਸਤ ਹੈ। ਸਾਡੇ ਜਿਹੜੇ ਨਾ ਉਹ ਜਨਮਾਂ ਦੀ ਲੈਣ ਲੱਗ ਗਈ। ਹਾਂ, ਸ਼ੁਕਰ ਹੈ, ਸ਼ੁਕਰ ਹੈ। ਅਸੀਂ ਤੇ ਕਹਿੰਦੇ ਆ ਕਿ ਵਿਚਾਰ ਵਧੀਆ ਕਰਦੇ, ਬਹੁਤ ਜ਼ਬਰਦਸਤ। ਹਾਂ, ਇਹ ਮਲੀਨਤਾ ਘਟਣੀ। ਹਾਂ, ਘਟੇਗੀ ਇਹ ਮਲੀਨਤਾ, ਬਾਈ ਗੋਡ ਘਟੇਗੀ, ਕਿਉਂਕਿ ਦਿਲੋਂ ਕਰ ਰਹੇ ਹਾਂ ਆਪਾਂ। ਇੱਥੇ ਕੁਛ ਲੈਣਾ ਥੋੜੀ ਆ। ਹਾਂ, ਇਹਨੇ ਅਸਰ ਕਰਨਾ ਹੀ ਕਰਨਾ। ਲੱਗੇ ਰਹੋ ਬਸ, ਛੱਡਿਓ ਨਾ, ਬਸ ਇੰਨੀ ਗੱਲ ਹੈ। ਹਾਂ, ਬਾਣੀ ਕਹਿੰਦੀ ਸੁਣੇ ਮੂੜ ਚਤੁਰਤਾ ਆਏ। ਇਕੱਲੇ ਸੁਣਨ ਦੇ ਨਾਲ ਹੀ ਸੁਣੇ ਮੂੜ ਚਿੱਤ ਲਾਏ, ਚਤੁਰਤਾ ਵੀ ਚਿੱਤ ਲਾ ਕੇ ਸੁਣੋ। ਚਿੱਤ ਤੇ ਲੱਗ ਹੀ ਜਾਣਾ ਹੈ। ਨਸ਼ਾ ਹੈ ਲੋਕਾਂ ਨੂੰ ਕਥਾ ਦਾ। ਵੇਖਿਆ ਲਿੰਕ ਨਹੀਂ ਪੈਂਦਾ, ਕਿੱਦਾਂ ਸੰਗਤ ਹਿੱਲ ਜਾਂਦੀ ਹੈ। ਕਿ ਅੰਦਰ ਉਹ ਤੁਹਾਡਾ ਜਿਹੜਾ ਮਨ ਹੈ, ਉਹ ਮਨ ਚਾਹੁੰਦਾ ਕਥਾ ਸੁਣਦਾ। ਇਹ ਤੁਹਾਡਾ ਮਨ ਤੇ ਕਥਾ ਸੁਣ ਰਿਹਾ। ਬਿਲਕੁਲ, ਤੁਸੀਂ ਥੋੜੀ ਸੁਣ ਰਹੇ ਜੇ। ਤੁਹਾਡਾ ਮਨ, ਉਹਨੂੰ ਪਤਾ ਹੈ ਕਿੱਥੇ ਗੜਬੜ ਹੈ, ਉੱਥੇ ਉਹ ਫਿਕਸਿੰਗ ਕਰ ਰਿਹਾ। ਉਹ ਜਿੱਥੇ ਜਿੱਥੇ ਉਹਨੂੰ ਪਤਾ ਲੱਗ ਰਿਹਾ ਕੰਮ ਦੀਆਂ ਚੀਜ਼ਾਂ, ਉਹ ਚੁੱਕ ਰਿਹਾ ਔਰ ਆਪਣੇ ਆਪ ਨੂੰ ਫਿਕਸ ਕਰ ਰਿਹਾ ਵਿਚਾਰਾ। ਵਾਹਿਗੁਰੂ ਜੀ। ਹਾਂਜੀ, ਵਾਹਿਗੁਰੂ ਖਾਲਸਾ। ਬੋਲਤੀ ਜੀ, ਮੇਰੀ ਮਦਰ ਦੀ ਡੈਥ ਹੋ ਗਈ। ਥੋੜਾ ਸਾਧਨਾ ਚ ਮਨ ਲੱਗੇ, ਉਹਨੂੰ ਥੋੜਾ ਪਿਆਰ ਤੋਂ ਮਿਲੇ ਤੇ ਉਹਨਾਂ ਨੂੰ ਗੁਰੂਆਂ ਦੇ ਚਰਨਾਂ ਚ ਵਾਸਤੇ ਮੇਰੀ ਮਾਂ ਨੂੰ। ਹਾਂ, ਅਰਦਾਸ ਜ਼ਰੂਰ ਜ਼ਰੂਰ। ਹਾਂਜੀ, ਇੱਕ ਗੋਰਖੀ ਸਾਹਿਬ ਜਿਹੜੇ ਹੈਗੇ ਨਾ, ਉਹ ਜਿਹੜੇ ਹੈਗੇ ਆ ਪ੍ਰਭਜੀਤ ਵਾਸਤੇ ਵੀ ਅਰਦਾਸ ਕਰ ਦਿਓ ਜੀ, ਸਿਹਤ ਉਹਦੀ ਠੀਕ ਹੋ ਜਾਏ। ਠੀਕ ਹੈ, ਉਹ ਵੀ ਸਿਹਤ ਠੀਕ ਨਹੀਂ ਹੈ? ਨਹੀਂ, ਹਾਲੇ ਨਹੀਂ ਹੋਏਗੀ। ਕੋਈ
ਕੋਈ ਨਹੀਂ ਕਰਦੇ ਹਾਂ ਪ੍ਰਮਾਤਮਾ ਦੇ ਗੜੀ। ਆਪਣੇ ਜੋ ਸਾਹਿਬ ਇੱਕ ਮਾਰਨਿੰਗ 'ਚ ਇਹ ਵੀ ਚਰਨਜੀਤ ਜੀ ਨੇ ਕਿਹਾ ਸੀਗਾ। हाँ ऐसे वास्ते क्या सी मैं जो क्या था। ਓਕੇ ਜੀ, ਠੀਕ ਹੈ ਸੌਰੀ। हाँ ठीक है हाँ जी ओके जी। आज संगत जी, आज के विचार इत्थे समाप्त। एक ओंकार सतनाम करता पुरख निरभउ निर्वैर अकाल मूरत आयुनी से बंग गुर प्रसाद। कि मेरे पिता गरीब नवाज बाणी पढ़दे आ, विचार करदे आ, बाणी सरवण करदे आ, अनेकां प्रकार दीयां भुलां अते गलतियां हो गईयां। नदान बच्चे समझ के माफ करो, अगे तो शुद्ध ते स्पष्ट बाणी पढ़न दी आग्या बख्शो मेरे मालिक। आईयां संगतां दी हाजरी अपने दर ते प्रवान करनी, दिन रोकता बख्शनी, तंदुरुस्ती बख्शनी, समत बख्शनी मेरे मालिक। मेरे पिता अरदासां आईयां ने, एक अरदास है माता दी, आप उन्होंने तंदुरुस्ती बख्शो, चंगे साधक ने ਤਾਂ ਜੋ ਆਪਣਾ ਜੀਵਨ ਸਫਲ ਕਰਨ। ਜੋ ਵੀ ਸਰੀਰ ਦੇ ਵਿੱਚ ਕਸ਼ਟ ਹੈ ਉਹਨਾਂ ਨੂੰ ਉਸ ਕਸ਼ਟ ਤੋਂ ਮੁਕਤ ਕਰੇ ਮੇਰੇ ਮਾਲਿਕ। ਇੱਕ ਹੋਰ ਅਰਦਾਸ ਆਈ ਹੈ ਮੇਰੇ ਪਿਤਾ, ਇਹ ਅਰਦਾਸ ਹੈ ਕਿ ਉਹ ਕਹਿੰਦੇ ਨੇ ਕਿ ਸਰੀਰ ਦਾ ਤਿਆਗ ਕਰਤਾ ਹੈ ਉਹਨਾਂ ਨੇ, ਆਪ ਉਹਨਾਂ ਨੂੰ ਆਪਣੇ ਚਰਨਾਂ ਤੇ ਜਗ੍ਹਾ ਬਖਸ਼ੋ ਮੇਰੇ ਮਾਲਿਕ। ਇੱਕ ਹੋਰ ਅਰਦਾਸ ਹੈ ਮਾਤਾ ਜੀ ਦੀ ਆਈ ਹੈ, ਉਹ ਕਹਿੰਦੇ ਉਹਨਾਂ ਦਾ ਕੋਈ ਬੈਂਕ ਦਾ ਕੰਮ ਰੁਕਿਆ ਹੋਇਆ ਹੈ, आप मेहर करो, आप जानी जान जो मेरे पिता उस काम अनुसार करो, जो भी रुकावट उसमें दूर करो। बिरथी ना जाए जन की अरदास मेरे पिता। वाहेगुरु जी का खालसा, वाहेगुरु जी की फतेह। वाहेगुरु 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 वाहेगुरु। हाँ संगत जी तुसीं चुप हो जाओ। वाहेगुरु 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 वाहेगुरु। वाहेगुरु जी का खालसा, वाहेगुरु जी की